ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਹੁਣ ਤੱਕ ਕੀ ਇਸ ਵਕਤ ਰਾਜਨੀਤੀ ਦੇ ਖੇਤਰ ਵਿੱਚ ਹੋ ਰਿਹਾ ਹੈ, ਇਸ ਵਕਤ ਕੀ ਇਕਨੋਮਿਕਲੀ ਘਟਨਾਵਾਂ ਵਾਪਰ ਰਹੀਆਂ ਨੇ, ਕੀ ਇਸ ਵਕਤ ਨਵੀਆਂ ਕੰਡੀਸ਼ਨਸ ਵੇਖਣ ਨੂੰ ਮਿਲ ਰਹੀਆਂ ਨੇ ਵੱਖ-ਵੱਖ ਮੁਲਕਾਂ ਦੀਆਂ ਕਰੋਨਾ ਵਾਇਰਸ ਨੂੰ ਲੈ ਕੇ। ਸੋ ਇਹਨਾਂ ਸਾਰੇ ਮੁੱਦਿਆਂ ਤੇ ਅੱਜ ਅਸੀਂ ਕਰਾਂਗੇ ਗੱਲਬਾਤ, ਨਾਲ ਹੀ ਦੱਸਾਂਗੇ ਵੰਦੇ ਭਾਰਤ ਮਿਸ਼ਨ ਦੀਆਂ ਜਿਹੜੀਆਂ ਨਵੀਆਂ ਫਲਾਈਟਸ ਸ਼ੁਰੂ ਹੋਣ ਵਾਲੀਆਂ ਨੇ ਉਹਦੇ ਬਾਰੇ ਵੀ ਦੇਵਾਂਗੇ ਜਾਣਕਾਰੀ। ਸੋ ਪ੍ਰੋਗਰਾਮ ਦੇ ਵਿੱਚ ਸਭ ਕੁਝ ਦੇਵਾਂਗੇ, ਐਂਟਰਟੇਨਮੈਂਟ ਵੀ ਹੋਊਗਾ, ਇਨਫੋਰਮੇਸ਼ਨ ਵੀ ਹੋਏਗੀ, ਨਾਲ ਹੀ ਤੁਹਾਡੇ ਵਿਊਜ਼ ਵੀ ਜਾਣਾਂਗੇ ਵੱਖ-ਵੱਖ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਜੋੜ ਲੈਣੇ ਆ ਜੀ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ ਪ੍ਰੋਗਰਾਮ ਵਿੱਚ। ਬਹੁਤ-ਬਹੁਤ ਸਵਾਗਤ ਹੈ ਸਰ। ਘੁੰਡ ਤੇਰੇ ਨੇ ਅੰਨੇ ਕੀਤੇ, ਘੁੰਡ ਤੇਰੇ ਨੇ ਅੰਨੇ ਕੀਤੇ, ਕਈ ਫਿਰਦੇ ਨੇ ਚੁੱਪ ਚਪੀਤੇ, ਕਿੰਨਾ ਜ਼ਹਿਰ ਪਿਆਲੇ ਪੀਤੇ, ਕਈਆਂ ਖੂਨ ਜਿਗਰ ਦੇ ਪੀਤੇ, ਕਈਆਂ ਆਪਣੀ ਖੱਲ ਲੁਹਾਈ, ਕਿੰਨੇ ਚੜੇ ਨੇ ਉੱਤੇ ਦਾਰ, ਘੁੰਡ ਮੁਖੜੇ ਤੋਂ ਲਾਓ ਯਾਰ। ਚਾਰ ਦੀਵਾਰੀ ਇੱਟਾਂ ਦੀ ਏ, ਬੁਰਜ ਅਟਾਰੀ ਇੱਟਾਂ ਦੀ ਏ, ਖੇਡ ਖਿਡਾਰੀ ਇੱਟਾਂ ਦੀ ਏ, ਸਭ ਉਸਾਰੀ ਇੱਟਾਂ ਦੀ ਏ, ਇੱਟਾਂ ਦੇ ਨਾਲ ਇੱਟ ਖੜਕਾ, ਮੈਂ ਵਿੱਚੋਂ ਮੁਕਾਓ ਯਾਰ। ਮਸਜਿਦ ਮੰਦਰ ਤੇਰੇ ਲਈਏ, ਮਸਜਿਦ ਮੰਦਰ ਤੇਰੇ ਲਈਏ, ਬਾਹਰ ਅੰਦਰ ਤੇਰੇ ਲਈਏ, ਦਿਲੇ ਕਲੰਦਰ ਤੇਰੇ ਲਈਏ, ਸਿੱਖ ਇੱਕ ਅੰਦਰ ਤੇਰੇ ਲਈਏ, ਮੇਰੇ ਕੋਲ ਤੇ ਦਿਲ ਹੀ ਦਿਲ ਹੈ ਉਸ ਦੇ ਵਿੱਚ ਸਮਾਓ ਯਾਰ। ਘੁੰਡ ਮੁਖੜੇ ਤੋਂ ਲਾਓ ਯਾਰ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਸਰ ਘੁੰਡ ਹੁਣ ਕਿੱਥੋਂ ਰਹੇ ਬਾਕੀ, ਹੁਣ ਤਾਂ ਪਿੰਡਾਂ ਵਿੱਚ ਵੀ ਨਹੀਂ ਬਚੇ। ਸਹੀ ਗੱਲ ਆ, ਤੁਸੀਂ ਘੁੰਡ ਦੀ ਗੱਲ ਕੀਤੀ ਹੈ ਜੀ। ਮੈਂ ਨਾ ਤੁਹਾਨੂੰ ਤੁਸੀਂ ਕਹਾਂ ਪਰਸਨਲ ਗੱਲ ਕਰਦਾ। ਮੇਰੇ ਮਦਰ ਸਾਡੇ ਪਿੰਡ ਦੇ ਵਿੱਚ ਪਹਿਲੀ ਨੂੰਹ ਸੀਗੀ ਜਿਹਨੇ ਘੁੰਡ ਨਹੀਂ ਸੀ ਕੀਤਾ ਜੀ। ਛੋਟਾ ਰਾਜਾ ਜੀ ਮੇਰਾ ਪਿੰਡ, ਮੇਰੇ ਮਦਰ ਪਹਿਲੀ ਨੂੰਹ ਆਈ ਸੀ ਉਸ ਪਿੰਡ ਦੇ ਵਿੱਚ ਜਿਹਨੇ ਘੁੰਡ ਨਹੀਂ ਸੀ ਕੀਤਾ ਜੀ। ਕੀ ਬਾਤ ਹੈ। ਟੀਚਰ ਐਟ ਦੈਟ ਟਾਈਮ ਮੇਰੇ ਫਾਦਰ ਸਾਹਿਬ ਉਸ ਵੇਲੇ ਓਵਰਸੀਅਰ ਸੀਗੇ ਐਂਡ ਹੀ ਰਿਟਾਇਰਡ, ਬਹੁਤ ਉੱਪਰ ਜਾ ਕੇ ਰਿਟਾਇਰ ਹੋਏ ਨੇ, ਤੇ ਪਹਿਲੇ ਸੀਗੇ ਜੀ ਜਿਹਨੇ ਘੁੰਡ ਨਹੀਂ ਸੀ ਕੱਢਿਆ। ਬਿਲਕੁਲ, ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਮੇਂ ਦੇ ਮੁਤਾਬਿਕ ਬਦਲ ਲਈਆਂ ਜਾਣ ਤਾਂ ਚੰਗੀਆਂ ਹੁੰਦੀਆਂ ਨੇ। ਸਹੀ ਗੱਲ ਆ ਤਰਨ, ਪਰ ਕਈ ਵਾਰੀ ਅਸੀਂ ਨਹੀਂ ਬਦਲਦੇ। ਤੁਹਾਨੂੰ ਇੱਕ ਗੱਲ ਮੇਰੇ ਦਿਮਾਗ 'ਚ ਸੀਗੀ ਕੁਦਰਤੀ ਆ, ਜੇ ਆਪਣੇ ਦਰਸ਼ਕ ਇਸ ਦੇ 'ਚ ਹਮੀ ਭਰਨੀ ਚਾਹੁਣ, ਤੁਸੀਂ ਵੀ ਭਰੋਗੇ ਮੇਰੇ ਖਿਆਲ ਦੇ ਵਿੱਚ ਜ਼ਰੂਰ। ਅੱਜ ਕੱਲ ਮੌਸਮ ਬੜਾ ਚੰਗਾ ਹੈ ਨਾ, ਸੋਹਣੇ ਦਿਨ ਨਿਕਲਦੇ ਨੇ ਔਰ ਲੋਕੀ ਸਾਡੇ ਸੈਰ ਕਰਨ ਜਾਂਦੇ ਨੇ। ਮੈਂ ਆਪ ਵੀ ਸੈਰ ਕਰਨ ਜਾਂਦਾ, ਮੈਂ ਸਾਈਕਲ ਵੀ ਚਲਾਉਣਾ। ਤੇ ਮੈਂ ਨੋਟ ਕਰਦਾ ਕਈ ਵਾਰੀ, ਮੈਂ ਤੇ ਮੇਰਾ ਬੈਟਰ ਹਾਫ, ਅਸੀਂ ਦੋਨੇ ਜੋ ਬਾਈਕ ਚਲਾ ਕੇ ਘਰੇ ਆ ਕੇ ਪੈਂਦੇ ਹਾਂ, ਅਸੀਂ ਕਈ ਵਾਰੀ ਘਰ ਦੇ ਮੂਹਰੇ ਬੈਠ ਜਾਂਦੇ ਹਾਂ, ਚਾਹ ਪਾਣੀ ਜਦੋਂ ਪੀਣਾ ਹੁੰਦਾ ਸਵੇਰੇ। ਆਪਣੇ ਬਹੁਤ ਲੋਕ ਜਾਂਦੇ ਨੇ, ਮੈਂ ਆਪਣਿਆਂ ਦੀ ਗੱਲ ਹੀ ਕਰਾਂਗਾ, ਦੂਸਰਿਆਂ ਲੋਕਾਂ ਦੀ, ਦੂਜੇ ਵੀ ਬਹੁਤ ਜਾਂਦੇ ਨੇ, ਆਪਣੇ ਵੀ ਜਾਂਦੇ ਨੇ। ਕਈ ਵਾਰੀ 3-3 4-4 ਦਾ ਝੁੰਡ ਹੈ। ਉਹਦੇ ਵਿੱਚ ਹੁਣ ਸਵੇਰੇ ਤੁਸੀਂ 6:30-7 ਵਜੇ ਦੀ ਗੱਲ ਹੈ, ਉਹ ਉੱਚੀ ਬੋਲਦੇ ਜਾਂਦੇ ਨੇ। ਉਹ ਕਾਫੀ ਘਰਾਂ ਤੋਂ ਦੂਰ ਸੁਣਦੇ ਆ ਵੀ ਕੋਈ ਆ ਰਿਹਾ, ਉੱਥੇ ਬੰਦਾ ਬੋਲਦਾ ਆ ਰਿਹਾ। ਮੈਨੂੰ ਥੋੜੀ ਜਿਹੀ ਗੱਲ ਔੜ ਲੱਗੀ ਹੈ, ਤੇ ਮੈਂ ਚਾਹੁੰਦਾ ਕਿ ਆਪਣੇ ਜਿਹੜੇ ਦਰਸ਼ਕ ਹੈ ਕਿ ਜਾਂ ਉਹਨਾਂ ਦੇ ਵਿੱਚੋਂ ਕੋਈ ਜਾਣਦੇ ਨੇ ਕਿ ਉਹ ਇਸ ਤਰ੍ਹਾਂ ਕਰਦੇ ਆ ਜਾਂ ਨਹੀਂ ਕਰਦੇ, ਜਾਂ ਇਹ ਕੀ ਕਰਨਾ ਠੀਕ ਹੈ। ਜੇ ਠੀਕ ਹੈ ਤਾਂ ਦੱਸੋ ਕਿ, ਪਰ ਮੈਨੂੰ ਥੋੜਾ ਜਿਹਾ ਔੜ ਲੱਗਿਆ ਕਿ ਇੱਕ ਵੱਖਰੀ ਜ਼ੁਬਾਨ, ਜਿੱਥੇ ਉੱਥੇ ਲੋਕ ਦੂਸਰੀਆਂ ਜ਼ੁਬਾਨਾਂ ਦੇ ਲੋਕ ਵੀ ਰਹਿੰਦੇ, ਸਾਡੇ ਕੋਲੇ ਵੀ ਜੇ ਕੋਈ ਹੋਰ ਜ਼ੁਬਾਨ ਵਾਲਾ ਬੰਦਾ ਘਰ ਦੇ ਮੂਹਰੇ ਬੋਲਦਾ ਲੰਘੇਗਾ ਤਾਂ ਸਾਨੂੰ ਬੜਾ ਔੜ ਲੱਗਦਾ। ਵੈਸੇ ਵੀ ਉੱਚੀ ਬੋਲਣਾ। ਤੁਸੀਂ ਕੀ ਕਹਿਣਾ ਚਾਹੁੰਦੇ ਵਿੱਚ ਕਰਨ? ਬਿਲਕੁਲ ਸਰ, ਇਹ ਨਹੀਂ ਹੈ ਕਿ ਸਿਰਫ ਵਾਕ ਕਰਨ ਵੇਲੇ, ਉਂਝ ਵੀ ਅਸੀਂ ਵੇਖ ਲਈਏ, ਟ੍ਰਾਂਸਿਟਸ 'ਚ ਵੇਖ ਲਈਏ, ਬੱਸਿਸ ਦੇ ਵਿੱਚ ਵੇਖ ਲਈਏ, ਅਸੀਂ ਬਹੁਤੀ ਵਾਰੀ ਕਈ ਲੋਕ ਹੁੰਦੇ ਆ ਕਿ ਉੱਚੀ ਫੋਨ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਆ। ਹਾਲਾਂਕਿ ਦੂਜਿਆਂ ਨੂੰ ਉਹ ਜ਼ੁਬਾਨ ਸਮਝ ਨਹੀਂ ਆਉਂਦੀ, ਪਰ ਸਾਨੂੰ ਪਤਾ ਕਿ ਸਾਡੀ ਵੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਆ ਟਰੈਵਲ ਕਰਦੇ ਆ, ਬਾਈ ਬੱਸ ਟ੍ਰਾਂਸਿਟ ਦੇ ਵਿੱਚ ਟਰੈਵਲ ਕਰਦੇ ਆ। ਪਰ ਕਈ ਵਾਰੀ ਕੁਝ ਅਜਿਹੀਆਂ ਉਹਨਾਂ ਦੀਆਂ ਪਰਸਨਲ ਗੱਲਾਂ ਹੁੰਦੀਆਂ ਜੋ ਦੂਜਿਆਂ ਦੇ ਕੰਨੀ ਪੈਂਦੀਆਂ ਨੇ, ਜੋ ਨਹੀਂ ਚੰਗਾ ਲੱਗਦਾ ਹੈਗਾ ਕਿ ਤੁਸੀਂ ਉੱਚੀ ਆਪਣੇ ਪਰਸਨਲ ਮੈਟਰਸ ਡਿਸਕਸ ਕਰਦੇ ਹੋ। ਸੋ ਉਸ ਟਾਈਮ ਥੋੜਾ ਜਿਹਾ ਇਹ ਜ਼ਰੂਰ ਹੁੰਦਾ ਕਿ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਥੋੜਾ ਜਿਹਾ ਹੌਲੀ ਬੋਲੋ, ਹਨਾ, ਵੀ ਬਾਕੀਆਂ ਨੂੰ ਡਿਸਟਰਬੈਂਸ ਹੋ ਰਹੀ ਆ ਜਾਂ ਕੁਝ ਵੀ ਹੈ, ਬਟ ਨਹੀਂ ਸੁਣਦੇ ਜੀ। ਤੇ ਉਸ ਤੋਂ ਬਾਅਦ ਕਈ ਵਾਰੀ ਏਦਾਂ ਹੁੰਦਾ ਕਿ ਲਾਊਡ ਮਿਊਜ਼ਿਕ ਲਗਾਇਆ ਹੁੰਦਾ ਕਈਆਂ ਨੇ। ਹਾਲਾਂਕਿ ਹੁਣ ਬੱਸਿਸ ਦੇ ਵਿੱਚ ਇਹ ਅਲਾਓ ਨਹੀਂ ਹੈਗਾ ਕਿ ਤੁਸੀਂ ਜੇ ਮਿਊਜ਼ਿਕ ਸੁਣਨਾ ਆਪਣੀ ਤੁਸੀਂ ਏਅਰਫੋਨਸ ਲਗਾ ਲਵੋ, ਬਟ ਸਮਟਾਈਮਸ ਏਦਾਂ ਹੁੰਦਾ ਕਿ ਲੰਘੇ ਜਾਂਦਿਆਂ ਨੇ ਲਾਊਡ ਮਿਊਜ਼ਿਕ ਲਗਾਇਆ ਹੁੰਦਾ ਆ, ਜਾਂ ਫਿਰ ਉੱਚੀ ਗੱਲਾਂ ਬਾਤਾਂ ਮਾਰਦੇ ਜਾਂਦੇ ਹੁੰਦੇ ਆ। ਸੋ ਹਾਸਾ ਠੱਠ ਇੱਕ ਅਲੱਗ ਜਗ੍ਹਾ ਆ, ਬਟ ਹਰ ਜਗ੍ਹਾ ਦੇ ਉੱਤੇ ਇਹ ਚੀਜ਼ ਕਰਨੀ ਚੰਗੀ ਨਹੀਂ ਲੱਗਦੀ। ਤਰਨ, ਕਈ ਵਾਰੀ ਤੁਸੀਂ ਜਿਹੜੀ ਹੁਣ ਗੱਲ ਕੀਤੀ ਹੈ ਪਬਲਿਕ ਪਲੇਸਿਸ ਦੇ ਉੱਤੇ ਵੀ ਲੋਕ ਉੱਚੀ ਗੱਲਾਂ ਕਰਦੇ ਆ, ਫੋਨ ਤੇ ਕਰਦੇ, ਜਾਂ ਆਪਸ ਵਿੱਚ ਜਿਹੜੇ ਕਈ ਵਾਰੀ ਦੂਸਰੀ ਕਮਿਊਨਿਟੀ ਨੂੰ ਕਈ ਵਾਰੀ ਆਉਂ ਲੱਗਦਾ ਜਿਵੇਂ ਸਾਨੂੰ ਦੂਸਰੀ ਕਮਿਊਨਿਟੀ ਵਾਲੇ ਗੱਲਾਂ ਕਰਦੇ ਲੱਗਦੇ, ਆਉਂ ਲੱਗਦਾ ਜਿਵੇਂ ਲੜਦੇ ਹੁੰਦੇ ਆਪਸ ਵਿੱਚ। ਹਾਲਾਂਕਿ ਉਹ ਆਪਣੀ ਜ਼ੁਬਾਨ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ, ਐਵੇਂ ਆਪਣੇ ਵੀ ਆਪਣੀ ਜ਼ੁਬਾਨ 'ਚ ਗੱਲਾਂ ਕਰਦੇ, ਦੂਸਰਿਆਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਇਹ ਝਗੜਨ ਹੋਈ ਲੱਗੇ ਹੋਏ ਆ। ਤੇ ਮੇਰਾ ਖਿਆਲ ਹੈ ਵੀ ਜੇ ਕੁਛ ਅਜਿਹਾ ਕੀਤਾ ਜਾਵੇ ਤਾਂ ਪਲੀਜ਼ ਜਿਹੜੇ, ਮੈਂ ਜੀ ਤੁਹਾਨੂੰ ਉੱਥੋਂ ਲੰਘਦੇ ਨੂੰ ਪੁੱਛਦਾ ਨਾ ਵੀ ਪਾਣੀ ਦਾ ਬੋਤਲ ਤਾਂ ਨਹੀਂ ਚਾਹੀਦੀ, ਮੈਂ ਉਹ ਹਾਂ ਜੀ,
ਤੇ ਪਲੀਜ਼ ਤੁਹਾਨੂੰ ਮੈਂ ਦੇਖਦਾ ਹਰ ਰੋਜ਼, ਜੇ ਕੁਛ ਕਿਉਂ ਨਾ ਥੋੜੀ ਜਿਹੀ ਆਪਾਂ ਆਵਾਜ਼ ਨੂੰ ਥੋੜਾ ਜਿਹਾ ਥੱਲੇ ਰੱਖ ਲਿਆ ਕਰੀਏ ਕਿ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ। ਔਰ ਕਈ ਵਾਰੀ ਸਾਰੀਆਂ ਗੱਲਾਂ ਸੁਣਦੀਆਂ ਨੇ ਤਰਨ, ਔਰ ਉਹ ਗੱਲਾਂ ਕਈ ਵਾਰੀ ਉਹਦੇ ਵਿੱਚ ਕਈ ਵੀ ਕਿਤੇ ਕਿਤੇ ਬਹੁਤਾ ਨਹੀਂ, ਕਿਤੇ ਕਿਤੇ ਕੋਈ ਹੈਲਪਿੰਗ ਵਰਬ ਵੀ ਨਾਲ ਲਾ ਲੈਂਦੇ ਨੇ ਤੇ ਫਿਰ ਉਹ ਥੋੜਾ ਜਿਹਾ ਕਈ ਵਾਰੀ ਚੰਗਾ ਨਹੀਂ ਹੈ ਲੱਗਦਾ ਜਿਹਨੂੰ ਕਿਸੇ ਨੂੰ। ਸਰ ਕਈ ਵਾਰੀ ਤਾਂ ਜਿਹੜੇ ਵਰਕ ਪਲੇਸ ਹੁੰਦੇ ਨਾ, ਉੱਥੇ ਵੀ ਜਦੋਂ ਕੋਈ ਆਪਣੀ ਲੈਂਗੁਏਜ ਵਿੱਚ ਗੱਲ ਕਰਦਾ, ਉੱਥੇ ਖਾਸ ਤੌਰ ਤੇ ਕਈ ਵਾਰੀ ਜਦੋਂ ਵੱਖ-ਵੱਖ ਕਮਿਊਨਿਟੀਜ਼ ਕੰਮ ਕਰਦੇ ਹੁੰਦੇ ਆ ਲੋਕੀ, ਉਹ ਖਾਸ ਤੌਰ ਤੇ ਕਹਿੰਦੇ ਆ ਜਾਂ ਤਾਂ ਇੰਗਲਿਸ਼ ਵਿੱਚ ਗੱਲ ਕਰੋ ਜੇ ਆਪਸ 'ਚ ਕਰਨੀ ਆ। ਉਹਨਾਂ ਨੂੰ ਐਂ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਟਾਰਗੇਟ ਕਰਕੇ ਕੋਈ ਆਪਸੀ ਲੈਂਗੁਏਜ ਵਿੱਚ ਆਪਣੀ ਮਦਰ ਟੰਗ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਵੈਸੇ ਨਾ ਤਰ੍ਹਾਂ ਤੁਸੀਂ ਬਹੁਤ ਵਧੀਆ ਇਹ ਜਿਹੜਾ ਪੁਆਇੰਟ ਉਠਾਇਆ, ਇਹ ਸਾਨੂੰ ਆਦਤ ਆ, ਇਕੱਲੀ ਸਾਨੂੰ ਨਹੀਂ ਆ, ਸਾਰੀ ਕਮਿਊਨਿਟੀਜ਼ ਨਹੀਂ ਆ। ਉਹ ਜਦੋਂ ਆਪਣੀ ਕਮਿਊਨਿਟੀ ਦੇ ਵਿੱਚ ਨਾਲ ਬੰਦਾ ਖੜਾ ਤੇ ਉਹਦੇ ਨਾਲ ਉਹ ਗੱਲ ਕਰਦਾ, ਅਸੀਂ ਵੀ ਐਵੇਂ ਸੋਚੋ ਸਾਨੂੰ ਉਹ ਕਿਵੇਂ ਲੱਗਦਾ। ਬਿਲਕੁਲ। ਔਰ ਜਿੱਥੇ ਕੰਮ ਕਰਦੇ ਹੋ ਜੀ, ਮੈਂ ਇਹ ਗੱਲ ਤਾਂ ਹਮ ਹੀ ਆ ਕਿ ਤੁਹਾਨੂੰ ਜਦੋਂ ਕੰਮ ਕਰਦੇ ਹੋ ਤਾਂ ਜਿਹੜੀ ਆਪਣੀ ਉੱਥੇ ਦੀ ਯੂਨੀਵਰਸਲ ਲੈਂਗੁਏਜ ਜਿਹੜੇ ਬਾਕੀ ਦੇ ਵੀ ਵਰਤਦੇ ਨੇ, ਮੋਸਟਲੀ ਆਪਣੇ ਇੰਗਲਿਸ਼ ਹੈ, ਫਰੈਂਚ ਇੱਥੇ ਘੱਟ ਹੈਗੀ ਹੈ। ਮੈਂ ਇਸ ਏਰੀਏ 'ਚ ਗੱਲ ਕਰਦਾ, ਜਿਹੜੇ ਫਰੈਂਚ ਜਿੱਥੇ ਵਰਤੀ ਜਾਂਦੀ ਹੈ ਉੱਥੇ ਫਰੈਂਚ ਸਿੱਖਣੀ ਚਾਹੀਦੀ ਆ, ਬੋਲਣੀ ਚਾਹੀਦੀ ਆ। ਔਰ ਅਸਲ ਤਰਨ ਇਹ ਸਭ ਤੋਂ ਬੈਸਟ ਵੇ ਆ ਟੂ ਲਰਨ ਅ ਨਿਊ ਲੈਂਗੁਏਜ। ਜੇ ਤੁਸੀਂ ਨਹੀਂ ਬੋਲਣਾ ਸਿੱਖੋਗੇ ਤਾਂ ਤੁਸੀਂ ਕਮਿਊਨੀਕੇਸ਼ਨ ਕਿਵੇਂ ਕਰੋਗੇ? ਸੋ ਤੁਹਾਨੂੰ ਇਹ ਉਦੋਂ ਸਮਾਂ ਮੌਕਾ ਮਿਲਦਾ। ਬਾਕੀ ਜੋ ਲੈਂਗੁਏਜ ਲਰਨ ਕਰ ਰਹੇ ਹੋ, ਤੁਹਾਨੂੰ ਇਸ ਗੱਲ ਦੀ ਕਿਸੇ ਵੀ ਸ਼ਰਮ ਨਹੀਂ ਚਾਹੀਦੀ ਵੀ ਮੈਨੂੰ ਉਹ ਨਹੀਂ ਆਉਂਦੀ। ਫਿਰ ਕੀ ਹੋ ਗਿਆ, ਜੇ ਦੂਜੇ ਨੂੰ ਕਹਿੰਦਾ ਗੋਰਾ ਅੰਗਰੇਜ਼ੀ ਬੋਲਦਾ, ਉਹਦੀ ਜ਼ਬਾਨ ਹੈ ਉਹਦੇ 'ਚ ਅੰਗਰੇਜ਼ੀ 'ਚ ਪੈਦਾ ਹੋਇਆ, ਉਹਨੂੰ ਇੰਗਲਿਸ਼ ਆਉਂਦੀ ਆ। ਬਿਲਕੁਲ ਉਵੇਂ ਜਿਵੇਂ ਅਸੀਂ ਪੰਜਾਬੀ ਬੋਲਦੇ, ਗੋਰੇ ਸਾਡੇ ਬਾਰੇ ਕਹਿੰਦੇ ਪੰਜਾਬੀ ਬੋਲਦਾ, ਠੀਕ ਆ ਕਿ ਨਹੀਂ? ਸੋ ਐਡੀ ਕੋਈ ਗੱਲ ਨਹੀਂ ਹੈ, ਦੂਸਰੀ ਲੈਂਗੁਏਜ ਸਿੱਖਣੀ ਚਾਹੀਦੀ ਹੈ। ਪਰ ਜਿਹੜੀ ਮੈਂ ਉਹ ਪਹਿਲੀ ਗੱਲ ਕੀਤੀ ਸੀਗੀ, ਜ਼ਰੂਰ ਮੇਰਾ ਖਿਆਲ ਆਪਣੇ ਜਿਹੜੇ ਕੁਛ ਕੁ ਲੋਕ ਹੈਗੇ ਨੇ ਜਿਹੜੇ ਜਾਂਦੇ ਨੇ, ਸੈਰ ਵਗੈਰਾ ਕਰਨ ਜਾਂਦੇ ਨੇ ਜਾਂ ਬੱਸ ਦੇ ਵਿੱਚ ਆ ਜਾਂ ਪਬਲਿਕ ਪਲੇਸ ਤੇ ਹੈਗੇ ਕਿਤੇ, ਇਸ ਗੱਲ ਤੇ ਜ਼ਰੂਰ ਗੌਰ ਫਰਮਾਉਣਗੇ। ਤੇ ਜੇ ਦਰਸ਼ਕਾਂ ਨੇ ਇਸ 'ਚ ਕੋਈ ਹਿੱਸਾ ਪਾਉਣਾ ਜੀ, ਅਸੀਂ ਖਬਰਾਂ ਦਾ ਸ਼ੁਰੂ ਕਰ ਲਾਂਗੇ ਵਿਚਾਲੇ। ਜੇ ਤੁਸੀਂ ਇਹ ਗੱਲ ਕਰਨੀ ਚਾਹੋਗੇ ਤਾਂ ਯੂ ਆਰ ਮੋਸਟ ਵੈਲਕਮ। ਬਿਲਕੁਲ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਕੋਲ ਕਾਫੀ ਖਬਰਾਂ ਡਿਸਕਸ ਕਰਨ ਲਈ ਨੇ। ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿੱਥੇ ਇਸ ਵਕਤ ਕੈਨੇਡੀਅਨ ਐਮਬੈਸੀਜ਼ ਬੰਦ ਕਰ ਦਿੱਤੀਆਂ ਗਈਆਂ ਨੇ, ਤੁਸੀਂ ਉੱਥੇ ਵੀਜ਼ਾ ਲਈ ਜੇ ਅਪਲਾਈ ਨਹੀਂ ਕਰ ਸਕਦੇ ਹੈਗੇ। ਸੋ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਨਾਲ ਹੀ ਜੋ ਇੰਡੀਆ ਦੇ ਵੱਲੋਂ ਵੰਦੇ ਭਾਰਤ ਮਿਸ਼ਨ ਦੀਆਂ ਫਲਾਈਟਸ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਅਗਲੇ ਫੇਜ਼ ਦੀਆਂ, ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਪਹਿਲਾਂ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਅੰਕਲ ਜੀ। ਹਾਂਜੀ, ਮੈਂ BC ਤੋਂ ਬੋਲ ਰਹੀ ਹਾਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਜੀ। ਹਾਂਜੀ, ਮੇਰਾ ਇਹ ਵਿਊ ਸੀਗੇ ਜਿੱਦਾਂ ਹਨਾ ਨਫ ਸਾਹਿਬ ਅੰਕਲ ਜੀ ਆ, ਉਹ ਬਹੁਤ ਵਧੀਆ ਜਿੱਦਾਂ ਗਾਈਡ ਕਰਦੇ ਆ, ਬਹੁਤ ਜ਼ਿਆਦਾ ਵਧੀਆ ਹਨਾ। ਜਦੋਂ ਐਂਡ 'ਚ ਇੰਨਾ ਚੰਗਾ ਨਹੀਂ ਹੈ, ਮੈਂ ਥੈਂਕ ਯੂ ਵੈਸੇ। ਹਾਂਜੀ ਹਾਂਜੀ, ਜਦੋਂ ਬੰਦਾ ਐਂਡ 'ਚ ਟੌਪਿਕ ਰੱਖਦੇ ਆ ਹਨਾ, ਮੈਂ ਡੇਲੀ ਸੁਣਦੀ ਜਦੋਂ ਮੇਰੇ ਕੋਲ ਟਾਈਮ ਹੁੰਦਾ, ਮੈਨੂੰ ਬਹੁਤ ਵਧੀਆ ਲੱਗਦਾ। ਬਸ ਮੇਰੀ ਇੱਕ ਰਿਕੁਐਸਟ ਆ, ਕਿਉਂਕਿ ਥੋੜਾ ਜਿਹਾ ਜਿੱਦਾਂ ਕੋਈ ਏਦਾਂ ਦਾ ਵੀ ਕੁਛ ਰੱਖਣ ਹਨਾ ਜਿਹਦੇ ਨਾਲ ਸਾਨੂੰ ਕੋਈ ਸੇਧ ਮਿਲੇ, ਕੋਈ ਪ੍ਰਮਾਤਮਾ ਦਾ ਟੌਪਿਕ ਹੋਵੇ ਨਾ, ਜਿਹਦੇ ਨਾਲ ਬੰਦਾ ਮੋਟੀਵੇਟ ਹੋਵੇ। ਰਾਈਟ, ਤੁਸੀਂ ਸਮਝ ਗਏ ਹੋਗੇ ਨਾ ਜੀ? ਬਿਲਕੁਲ, ਬਸ ਮੇਰਾ ਇਹੀ ਸੀਗਾ ਹਨਾ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲ ਕਰਨ ਲਈ। ਸੋ ਨਾਈਸ ਆਫ ਯੂ। ਪਹਿਲਾਂ ਤਾਂ ਅੰਕਲ ਕਿਹਾ ਥੈਂਕ ਯੂ, ਸੋ ਨਾਈਸ ਆਫ ਯੂ। ਤੁਸੀਂ ਬਹੁਤ ਛੋਟੇ ਲੱਗਦੇ ਹੋ ਮੈਨੂੰ, ਤੁਹਾਡੀ ਆਵਾਜ਼ ਬੜੀ ਹਜੇ ਵੀ ਇਹ 'ਚ ਬਚਪਨਾ ਝਲਕਦਾ। ਤੁਸੀਂ ਗੱਲ ਕੀਤੀ ਹੈ ਪਰਮਾਰਥ ਦੀ, ਉਹ ਗੱਲਾਂ ਕਰਨੀਆਂ ਬਹੁਤ ਔਖੀਆਂ ਨੇ, ਉੱਥੇ ਤੱਕ ਲੈਵਲ ਤੇ ਜਾਣਾ ਬੜਾ ਮੁਸ਼ਕਿਲ ਹੈਗਾ। ਮੋਟੀਵੇਸ਼ਨ ਦੀ ਗੱਲ ਜ਼ਰੂਰ ਕਿਸੇ ਨਾ ਕਿਤੇ ਅਸੀਂ ਜ਼ਰੂਰ, ਤੁਸੀਂ ਸਾਨੂੰ ਵਧੀਆ ਸੇਧ ਦਿੱਤੀ ਹੈ ਜੀ। ਇਸ ਮਾਮਲੇ ਤੇ ਅਸੀਂ ਕਿਸੇ ਨਾ ਕਿਸੇ ਵੇਲੇ ਮੋਟੀਵੇਸ਼ਨਸ ਦੇ ਟੌਪਿਕਸ ਦੇ ਉੱਤੇ ਕੁਛ ਜ਼ਰੂਰ ਅਸੀਂ ਕਰ ਲਿਆਵਾਂਗੇ ਜੀ। ਵੈਸੇ ਤੁਹਾਨੂੰ ਦੱਸਦੇ ਹਾਂ, ਮੋਟੀਵੇਸ਼ਨ ਦੀ ਗੱਲ ਹੀ ਕਰਦੇ ਹਾਂ ਤਾਂ ਜਿਹੜਾ ਕੰਟਕੀ ਫਰਾਈਡ ਚਿਕਨ ਵਾਲਾ ਸੀਗਾ ਜੀ, ਉਹ 62 ਈਅਰਸ ਤੱਕ ਜ਼ਿੰਦਗੀ 'ਚ ਫੇਲ ਹੀ ਹੋਇਆ ਕਈ ਥਾਵਾਂ ਦੇ ਉੱਤੇ। 62 ਈਅਰਸ ਜਾ ਕੇ ਉਹਨੇ ਉਹਦੀ ਰੈਸਪੀ ਬਣਾਈ ਸੀਗੀ ਜੀ। ਉਹਨੂੰ ਪਤਾ ਸੀਗਾ, ਉਹਨੇ ਉਹ ਰੈਸਪੀ ਐਸੀ ਬਣਾਈ ਹੈ। ਅਤੇ ਤੁਸੀਂ ਦੇਖੋ ਦੁਨੀਆ ਦੇ ਇਸ ਵੇਲੇ ਹਰ ਆਲਮੋਸਟ ਕੰਟਰੀ ਦੇ ਵਿੱਚ ਕੰਟਕੀ ਫਰਾਈਡ ਚਿਕਨ ਦੀ ਬ੍ਰਾਂਚ ਹੈਗੀ ਹੈ, ਜਾਣਦੇ ਹੋ। ਸੋ ਕਦੇ ਵੀ ਇਹ ਸੋਚਣਾ ਨਹੀਂ ਚਾਹੀਦਾ ਤੁਸੀਂ ਜ਼ਿੰਦਗੀ 'ਚ ਫੇਲ ਹੋਏ ਹੋ, ਇਹ ਨਹੀਂ ਪਤਾ ਕਦੋਂ। ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਤੁਸੀਂ ਮੋਟੀਵੇਸ਼ਨ ਤੁਹਾਨੂੰ ਹੋਣੀ ਚਾਹੀਦੀ ਹੈ, ਆਪਦੇ ਆਪ ਤੇ ਯਕੀਨ ਹੋਣਾ ਚਾਹੀਦਾ, ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਬਿਲਕੁਲ ਜੀ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਆਪਣਾ ਫਿਰ ਸਮਾਂ ਵੀ ਬਹੁਤ ਛੇਤੀ ਭੱਜਦਾ ਆ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਰ। ਇਸ ਵਕਤ ਪੂਰੇ ਕੈਨੇਡਾ ਵਿੱਚ ਜਿਹੜਾ ਰਾਜਨੀਤਿਕ ਭੂਚਾਲ ਆਇਆ ਹੋਇਆ ਵੀ ਚੈਰਿਟੀ ਨੂੰ ਲੈ ਕੇ, ਕਿਸੇ ਦੀ ਗੱਦੀ ਖੁੱਸ ਚੁੱਕੀ ਹੈ, ਕਿਸੇ ਨੂੰ ਗੱਦੀ ਮਿਲ ਗਈ ਹੈ ਇਸ ਦੇ ਕਰਕੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਵੀ ਚੈਰਿਟੀ ਦਾ ਇਹ ਆਖਿਰ ਪੂਰਾ ਘਮਾਸਾਨ ਹੈ ਕੀ ਹੈ? ਕਰਨ ਵੀ ਚੈਰਿਟੀ 1995 ਦੇ ਵਿੱਚ ਐਸਟੈਬਲਿਸ਼ ਹੋਈ ਸੀ। ਉਦੋਂ ਨਾ ਜਿਹੜਾ ਇਹ ਦੋ ਭਰਾ ਨੇ ਹੁਣ ਕੀਲਬਰਗਰਸ, ਉਹਨਾਂ ਚੋਂ ਇੱਕ 12 ਸਾਲ ਦਾ ਸੀਗਾ ਉਸ ਵੇਲੇ, ਔਰ ਉਹਨੇ ਇਸ ਚੈਰਿਟੀ ਦੇ
ਆਈਡੀਆ ਸ਼ੁਰੂ ਕੀਤਾ ਸੀਗਾ। ਆਈਡੀਆ ਨੂੰ ਸ਼ੁਰੂ ਪਤਾ ਕਿੱਥੋਂ ਹੋਇਆ ਸੀਗਾ? ਪਾਕਿਸਤਾਨ ਤੋਂ ਹੋਇਆ ਸੀ। ਪਾਕਿਸਤਾਨ ਦੇ ਵਿੱਚ ਛੋਟੇ ਜਿਹੇ ਬੱਚੇ ਦੀ ਡੈਥ ਹੋ ਗਈ ਸੀਗੀ ਜੀ। ਉਹ ਕਿਸੇ ਜਗ੍ਹਾ ਤੇ ਕੰਮ ਕਰਦਾ ਸੀਗਾ ਜਿਹਨੂੰ ਚਾਈਲਡ ਲੇਬਰ ਕਹਿੰਦੇ ਹੈਗੇ ਆ। ਉਹ 4 ਸਾਲ ਦਾ, ਜਿੰਨੀ ਸਟੋਰੀਜ਼ ਜਾਣਦੇ ਆ ਜੀ, 4 ਸਾਲ ਦਾ ਬੱਚਾ ਵੇਚ ਦਿੱਤਾ ਗਿਆ ਸੀਗਾ ਕੰਮ ਕਰਨ ਵਾਸਤੇ। ਅਖੀਰ ਉਹਦੀ ਮੌਤ ਹੋ ਗਈ ਸੀ ਤੇ ਇਹ ਬੱਚੇ ਉਸ ਥੋੜੇ ਬੱਚਾ ਸੀ ਜੀ, ਗੀਲਬਰਗਰ ਸੀ ਜਿਹੜੇ ਇਹਨਾਂ ਚੋਂ ਇੱਕ ਭਰਾ, ਤੇ ਉਹਦੇ ਤੇ ਬੜੀ ਇਸ ਗੱਲ ਦਾ ਅਸਰ ਹੋਇਆ ਤਾਂ ਅਖੀਰ ਉਹਨੇ ਇਹ ਚੈਰਿਟੀ ਉਸ ਉਮਰ ਤੋਂ ਸ਼ੁਰੂ ਕੀਤੀ। 2 ਭਰਾ ਨੇ ਇਸ ਵੇਲੇ। ਇਹ ਜਿਹੜੇ ਯੰਗ ਪੀਪਲ ਆ ਉਹਨਾਂ ਵਾਸਤੇ ਮੋਟੀਵੇਸ਼ਨ ਵਾਲੀਆਂ ਚੀਜ਼ਾਂ ਨੇ ਜੀ। ਇਸ ਵੇਲੇ ਏਸ਼ੀਆ, ਅਫਰੀਕਾ, ਲੈਟਨ ਅਮਰੀਕਾ ਦੇ ਵਿੱਚ ਇਹ ਐਜੂਕੇਸ਼ਨ, ਵਾਟਰ ਤੇ ਹੈਲਥ ਫੂਡ ਦੇ ਬਾਰੇ ਕੰਮ ਕਰਦੇ ਜੀ। ਆਪਣੇ ਕੈਨੇਡਾ ਤੇ UK ਦੇ ਵਿੱਚ ਜੀ ਬੱਚਿਆਂ ਨੂੰ ਲਰਨਿੰਗ ਸਿਖਾਉਣ ਵਾਸਤੇ ਇਹ ਚੈਰਿਟੀ ਇਹ ਕੰਮ ਕਰਦੀ ਸੀ। ਬੜੀ ਵੱਡੀ ਚੈਰਿਟੀ ਹੈ ਜੀ। ਪਰ ਇਹਦੀ ਜਦੋਂ ਦਾ ਵੀ ਚੈਰਿਟੀ ਦਾ ਸਕੈਂਡਲ ਆਇਆ, ਇਹਦੀ ਜਿਹੜੀ ਰੇਟਿੰਗ ਹੈਗੀ ਹੈ ਬਹੁਤ ਥੱਲੇ ਚਲੀ ਗਈ ਆ। ਜਿਹੜੀ ਵੀ ਚੈਰਿਟੀ ਹੈ ਤਰਨ, ਇਹ ਵੀ ਜਿਹੜਾ ਇਸ ਵੇਲੇ ਪੋਲੀਟੀਕਲ ਸਕੈਂਡਲ ਜਿਹੜਾ ਸਾਡੇ ਇੱਥੇ ਸਟੋਰਮ ਆਇਆ ਹੋਇਆ ਤੂਫਾਨ ਦੇ ਵਿੱਚ, ਵੀ ਚੈਰਿਟੀ ਵੀ ਮੈਨੂੰ ਲੱਗਦਾ ਵਿੱਚ ਉੱਡ ਜਾਵੇਗੀ। ਰੀਜ਼ਨ ਬੀਇੰਗ ਹੈ ਕਿ ਇਹਨੂੰ ਵੀ ਬਹੁਤ ਘਾਟਾ ਪੈ ਰਿਹਾ। ਲੋਕੀ ਇਹਦੇ ਨਾਲ ਜਿਨ੍ਹਾਂ ਨੇ ਵੀ ਜੁਆਇਨ ਕੀਤਾ ਸੀ, ਇਹਨਾਂ ਦੇ ਸਰਕਾਰ ਦੇ ਵਿੱਚ ਲਿੰਕ ਨੇ। ਇਕੱਲੀ ਇਹ ਟਰੂਡੋ ਸਰਕਾਰ ਦੀ ਗੱਲ ਨਹੀਂ ਜੀ ਕਰਦਾ, ਹਾਰਪਰ ਸਰਕਾਰ ਦੇ ਵਿੱਚ ਵੀ ਸੀਗੇ, ਇਹਨਾਂ ਦੇ ਆਪਣੇ ਅੰਟਾਰੀਓ ਦੀ ਸਰਕਾਰ ਵਿੱਚ ਹੀ, ਬਹੁਤੀਆਂ ਸਰਕਾਰਾਂ 'ਚ ਇਹਨਾਂ ਦੇ ਬਹੁਤ ਲਿੰਕ ਹੈਗੇ ਨੇ ਜਿਨ੍ਹਾਂ ਦੇ ਨਾਲ ਰਲ ਕੇ ਕੰਮ ਕਰਦੀ ਹੈ। ਐਸੀ ਗੱਲ ਨਹੀਂ ਹੈ। ਪਰ ਆਹ ਜਿਹੜੀ ਹਨੇਰੀ ਆਈ ਹੈ, ਇਸ ਹਨੇਰੀ ਦੇ ਵਿੱਚ ਮੈਨੂੰ ਲੱਗਦਾ ਕਿ ਵੀ ਚੈਰਿਟੀ ਵੀ ਉੱਡ ਜਾਵੇਗੀ ਜੀ। ਵੀ ਚੈਰਿਟੀ ਦੀ ਹਨੇਰੀ ਦੇ ਵਿੱਚ ਹੋਰ ਕੋਈ ਗਿਆ ਨਾ ਗਿਆ ਹੋਵੇ। ਇਸ ਵਕਤ ਸਾਰਾ ਜਿਹੜਾ ਆ ਵੀ ਚੈਰਿਟੀ ਦੇ ਮਾਮਲੇ ਵਿੱਚ ਜੋ ਵਿਵਾਦ ਉੱਠਿਆ, ਉਹਦਾ ਜਿਹੜਾ ਠੀਕਰਾ ਆ ਇਸ ਵਕਤ ਫਾਈਨੈਂਸ ਮਿਨਿਸਟਰ ਮਿਸਟਰ ਬਿਲ ਮੋਰਨਿਊ ਦੇ ਸਿਰ ਦੇ ਉੱਤੇ ਫੁੱਟਿਆ ਤੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ, ਜਿਹਨੂੰ ਕਿ ਮਿਸਟਰ ਟਰੂਡੋ ਨੇ ਵੀ ਸਵੀਕਾਰ ਕਰ ਲਿਆ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ? ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਚਾਹੇ ਬਿਲ ਮੋਰਨੋ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਮੈਂ ਅੱਗੇ ਕਿਸੇ ਹੋਰ ਕੰਮ ਵਾਸਤੇ ਜਾ ਰਿਹਾ, ਕੁਝ ਵੀ ਹੈ, ਚਾਹੇ ਪ੍ਰਾਈਮ ਮਿਨਿਸਟਰ ਕੋਈ ਗੱਲ ਕਹੀ ਜਾਵੇ, ਚਾਹੇ ਲਿਬਰਲਸ ਕੋਈ ਗੱਲ ਕਹੀ ਜਾਵੇ, ਬਲੀ ਦਾ ਬੱਕਰਾ ਬਿਲ ਮੋਰਨੋ ਬਣਿਆ ਜੀ। ਨਹੀਂ ਤਾਂ ਜੇ ਇਹ ਨਹੀਂ ਸੀ ਬਣਨਾ ਤਾਂ ਸ਼ਾਇਦ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਆ ਉਹਨਾਂ ਦੀ ਕੁਰਸੀ ਜਾਣੀ ਸੀ। ਹੁਣ ਆਪਦੇ ਤੋਂ ਜਿਹੜੀ ਪੂਰੀ ਦੀ ਪੂਰੀ ਜਿਹੜਾ ਧਿਆਨ ਹੈਗਾ ਕੇਂਦਰ ਜਿਹੜਾ ਹੋਇਆ ਸੀ ਟਰੂਡੋ ਸਾਹਿਬ ਦਾ, ਕਿਉਂਕਿ ਪ੍ਰਾਈਮ ਮਿਨਿਸਟਰ ਦੀ ਗੱਲ ਆਉਣੀ ਹੈ ਜੀ, ਉਹਦੇ ਹੀ ਫੈਸਲੇ ਆ। ਚਾਹੇ ਕੋਈ ਵੀ ਥੱਲੇ ਫੈਸਲਾ ਕਰਦਾ, ਅਖੀਰ ਮੋਹਰ ਸਟੈਂਪ ਹੈ ਜਿਹੜੀ ਪ੍ਰਾਈਮ ਮਿਨਿਸਟਰ ਦੀ ਲੱਗਣੀ ਹੈ ਜੀ। ਪ੍ਰਾਈਮ ਮਿਨਿਸਟਰ ਨੇ ਆਪਦੀ ਗੱਦੀ ਬਚਾਉਣ ਦੇ ਵਾਸਤੇ ਬਿਲ ਮੋਰਨੋ ਸਾਹਿਬ, ਦੋਨੇ ਬੜੇ ਮਿੱਤਰ ਨੇ ਜੀ, ਕਿਸੇ ਵੇਲੇ ਬਹੁਤ ਨੇੜੇ ਸੀਗੇ, ਪਰ ਪਿਛਲੇ ਕੁਝ ਹਫ਼ਤਿਆਂ ਤੋਂ ਕਰਨ ਜਿਸ ਦਿਨ ਬਿਲ ਮੋਰਨੋ ਸਾਹਿਬ ਕਮੇਟੀ ਦੇ ਸਾਹਮਣੇ ਗਏ ਆ, ਉਸ ਤੋਂ ਉਹਨਾਂ ਨੇ $40,000 ਵਾਪਸ ਕੀਤਾ ਵੀ ਚੈਰਿਟੀ ਨੂੰ, ਜਿਹੜੀ ਕਿ ਵੀ ਚੈਰਿਟੀ ਨੇ ਇਹਨਾਂ ਨੂੰ ਮੇਰੇ ਖਿਆਲ ਅਫਰੀਕਾ ਦੇ ਵਿੱਚ ਇਹਨਾਂ ਦੇ ਪਰਿਵਾਰ ਨੂੰ ਲੈ ਕੇ ਗਈ ਸੀ। ਔਰ ਉਸੇ ਦਿਨ ਉਹਨੂੰ ਵਾਪਸ ਕਰਨਾ। ਔਰ ਜਿੰਨਾ ਕੁ ਖਬਰਾਂ ਬਾਹਰ ਆਈਆਂ ਨੇ ਤਰਨ, ਉਹਨਾਂ ਦੇ ਮੁਤਾਬਕ $40,000 ਵਾਲੀ ਗੱਲ ਪ੍ਰਾਈਮ ਮਿਨਿਸਟਰ ਨੂੰ ਪਤਾ ਨਹੀਂ ਸੀ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਜੀ, ਇਸ ਗੱਲ ਦਾ ਬੜਾ ਵੱਡਾ ਸ਼ੌਕ ਲੱਗਿਆ ਔਰ ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਤੇ ਉਸ ਦਿਨ ਤੋਂ ਜਿਹਨੂੰ ਪੰਜਾਬੀ 'ਚ ਕੈਂਸ ਕਹਿੰਦੇ ਆ, ਇਹ ਸ਼ੁਰੂ ਹੋ ਗਈ ਸੀਗੀ। ਔਰ ਉਹਦਾ ਨਤੀਜਾ ਅਖੀਰ ਇਹ ਹੋਇਆ ਜੀ, ਹਾਲਾਂਕਿ ਹੁਣ ਤੋਂ 4-5 ਦਿਨ ਪਹਿਲਾਂ ਜਾਂ ਹਫ਼ਤਾ ਪਹਿਲਾਂ ਇਹ ਖਬਰ ਆਈ ਸੀਗੀ, ਟਰੂਡੋ ਸਾਹਿਬ ਨੇ ਪੂਰਾ ਆਪਦਾ ਵਿਸ਼ਵਾਸ ਜਤਾਇਆ ਸੀਗਾ ਬਿਲ ਮੋਰਨੋ ਸਾਹਿਬ ਦੇ ਵਿੱਚ। ਬਿਲ ਮੋਰਨੋ ਸਾਹਿਬ ਚਾਹੇ ਕੁਛ ਵੀ ਹੈ ਜੀ, ਮੇਰਾ ਖਿਆਲ ਹੈ ਇੱਕ ਚੰਗੇ ਫਾਈਨੈਂਸ ਮਿਨਿਸਟਰ ਰਹੇ ਨੇ ਜੀ। ਹੁਣ ਤੱਕ ਜਿਹੜਾ ਕੋਵਿਡ-19 ਦਾ ਜੋ ਕੁਛ ਹੋਇਆ ਸੀਗਾ, ਸਾਰੀ ਸਰਕਾਰ ਨੇ ਇਨਕਲੂਡਿੰਗ ਬਿਲ ਮੋਰਨੋ ਐਂਡ ਪ੍ਰਾਈਮ ਮਿਨਿਸਟਰ ਹੁਣ ਤੱਕ ਵੀ ਚੈਰਿਟੀ ਤੋਂ ਪਹਿਲਾਂ ਤੱਕ ਦੀ ਗੱਲ ਕਰਦਾ ਜੀ, ਬੜਾ ਵਧੀਆ ਹੈਂਡਲ ਕੀਤਾ ਗਿਆ ਜੀ। ਔਰ ਲੋਕ ਬਹੁਤ ਖੁਸ਼ ਸੀਗੇ। ਲੋਕਾਂ ਇਹਨਾਂ ਦੇ ਵਿੱਚ ਇਹਨਾਂ ਦੀ ਪੋਪੂਲੈਰਿਟੀ ਐਕਚੁਅਲੀ ਵਧ ਹੀ ਰਹੀ ਸੀਗੀ। ਪਰ ਜਿਹੜੀ ਆਹ ਗੱਲ ਹੋਈ ਹੈ, ਇਹ ਇੰਨਾ ਵੱਡਾ ਝਟਕਾ ਜੀ। ਅਖੀਰ ਬਿਲ ਮੋਰਨੋ ਸਾਹਿਬ ਨੂੰ ਆਪਣੀ ਇਹ ਮਿਨਿਸਟਰੀ ਤਾਂ ਜਿਹੜੀ ਛੱਡਣੀ ਹੈ ਜੀ, ਉਹ ਐਜ਼ ਏ ਮੈਂਬਰ ਪਾਰਲੀਮੈਂਟ ਵੀ ਆਪਦਾ ਰਿਜ਼ਾਈਨ ਕਰ ਗਏ ਨੇ ਜੀ। ਇਹ ਟੋਰੰਟੋ ਦੀ ਇੱਕ ਰਾਈਡਿੰਗ ਹੈ ਜੀ, ਉਹਦੇ ਵਿੱਚ ਸੀਗੇ ਇਹ। ਪਰ ਇਹਨਾਂ ਨੇ ਅੱਗੇ ਤਰੱਕੀ ਵਾਸਤੇ ਕੋਈ ਗੱਲ ਕਹੀ ਹੈ ਕਿ ਮੈਂ ਉਸ ਨੂੰ ਜੁਆਇਨ ਕਰੇ, ਕੋਈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈਗੀ ਹੈ ਜੀ, ਉਹਦੇ ਜਾਣ ਨੂੰ ਫਿਰਦੇ ਹੈਗੇ ਨੇ। ਪਰ ਬਲੀ ਜ਼ਰੂਰ ਇਹਨਾਂ ਦੀ ਹੈਗੀ ਹੈ ਜੀ। ਟਰੂਡੋ ਸਾਹਿਬ ਨੇ ਆਪਦੇ ਜਿਹੜੀ ਮੋਢਿਆਂ ਤੋਂ ਜਿਹੜਾ ਕਹਿੰਦੇ ਸੀ ਉਹ ਲਾ ਕੇ ਇਹਨਾਂ ਦੇ ਗਲ ਪਾਤਾ ਤੇ ਇਹ ਤੁਰਦੇ ਹੋਏ ਨੇ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਜੀ, ਇਹ ਜਿਹੜੀ ਸਰਕਾਰ ਆ ਇਹ ਕਿੰਨੀ ਕੁ ਦੇਰ ਤੱਕ ਕਿੰਨੀ ਕੁ ਵਾਰੀ ਡਿਫਲੈਕਸ਼ਨਸ ਕਰੇਗੀ। ਪਰ ਹਾਂ, ਇਹ ਗੱਲ ਦੇ ਵਿੱਚ ਇਹ ਗੱਲ ਜ਼ਰੂਰ ਸੀਗੀ ਕਿ ਬਿਲ ਮੋਰਨੋ ਸਾਹਿਬ ਦੇ ਉੱਤੇ ਬਹੁਤ ਵੱਡੀ ਗੱਲ ਆ ਗਈ ਸੀ ਜਿੱਦਣ ਉਹਨਾਂ ਨੇ ਅਨਾਉਂਸ ਨਹੀਂ ਸੀ ਕੀਤਾ, ਪਹਿਲਾਂ ਦੱਸਿਆ ਨਹੀਂ ਸੀ ਕਿ $40,000 ਦੀ ਜਿਹੜੀ ਗੱਲ ਹੋਈ ਹੈ। ਸਰ ਸਿਰਫ ਮਿਸਟਰ ਬਿਲ ਮੋਰਨਿਊ ਦੇ ਅਸਤੀਫੇ ਤੋਂ ਹੀ ਜਿਹੜੇ ਵਿਰੋਧੀ ਧਿਰ ਉਹ ਸ਼ਾਂਤ ਨਹੀਂ ਹੋਏ। ਬਲੌਕ ਕਿਊਬਿਕ ਦੀ ਗੱਲ ਕਰੀਏ, ਪਹਿਲਾਂ ਵੀ ਪ੍ਰਧਾਨ ਮੰਤਰੀ ਟਰੂਡੋ ਦੇ ਅਸਤੀਫੇ ਦੀ ਗੱਲ ਉਹ ਕਰਦੇ ਰਹੇ ਨੇ। ਹੁਣ ਫਿਰ ਉਹਨਾਂ ਨੇ ਇੱਕ ਵਾਰੀ ਚੁੱਕਿਆ ਇਹ ਮੁੱਦਾ। ਉਹਨਾਂ ਨੇ ਕਿਹਾ ਕਿ ਮਿਸਟਰ ਮੋਰਨਿਊ ਦਾ ਅਸਤੀਫਾ ਹੀ ਕਾਫੀ ਨਹੀਂ ਹੈ, ਕਿਉਂਕਿ ਪ੍ਰਧਾਨ ਮੰਤਰੀ ਟਰੂਡੋ ਦੇ ਕਾਰਜਕਾਲ ਦੇ ਵਿੱਚ ਇਹ ਸਭ ਕੁਝ ਹੋ ਰਿਹਾ, ਸੋ ਉਹਨਾਂ ਨੂੰ ਤਾਂ ਅਸਤੀਫਾ ਦੇਣਾ ਹੀ ਚਾਹੀਦਾ। ਨਾਲ ਦੀ ਨਾਲ ਉਹਨਾਂ ਦੇ ਸਟਾਫ ਪ੍ਰਮੁੱਖ ਕੇਟੀ ਟੈਲੀਫੋਰਡ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਆ। ਹਾਂਜੀ, ਕਿਉਂਕਿ ਜਿਹੜੀ ਕੇਟੀ ਟੈਲੀਫੋਰਡ ਹੈਗੀ ਹੈ ਜੀ, ਇਹਨਾਂ ਦਾ ਜਿਹੜਾ ਹਸਬੈਂਡ ਆ ਉਹ ਕਿਸੇ
ਫਰਮ ਦੇ ਨਾਲ ਕੰਮ ਕਰ ਰਿਹਾ, ਜਿਹੜੀ ਫਰਮ ਨੇ ਕਿ ਅੱਗੇ ਇੱਕ ਹੋਰ ਪੈਸੇ ਵੰਡਣੇ ਹੈਗੇ ਆ। ਹਾਲਾਂਕਿ ਮੈਂ ਨਹੀਂ ਇਸ ਗੱਲ ਨੂੰ ਸਮਝਦਾ ਕਿ ਹੁਣ ਗੱਲ ਹੈ ਐਂ ਆਏਗੀ ਤਰਨ, ਜਿਹਨੂੰ ਕਿਸੇ ਨੂੰ ਵੀ ਕੁਛ ਨਾ ਕੁਛ ਕਰਨਾ, ਸਾਰਿਆਂ ਦਾ ਹੋ ਸਕਦਾ ਕਿਸੇ ਨਾ ਕਿਸੇ ਦੇ ਨਾਲ ਕੋਈ ਲਿੰਕ ਹੋਵੇਗਾ। ਹਾਂ, ਜਦ ਤੱਕ ਉਹ ਲਿੰਕ ਦੀ ਗਲਤ ਵਰਤੋਂ ਨਹੀਂ ਹੁੰਦੀ then it should be okay, ਪਰ ਉਸ ਕੰਮ ਨੂੰ ਸਿਰਫ ਨਾਂ ਨੂੰ ਲੈ ਕੇ ਲਿੰਕ ਲੈ ਕੇ ਆਉਣਾ, ਇਹ ਗੱਲ ਗਲਤ ਹੈਗੀ ਆ। ਪਰ ਮੋਰਨੋ ਸਾਹਿਬ ਦੀ ਗੱਲ ਜਿਹੜੀ ਆਪਾਂ ਪਹਿਲਾਂ ਕੀਤੀ, ਜਿਹੜਾ $40,000 ਵਾਲਾ ਜਿਹੜਾ ਸੀਗਾ ਉਹਨਾਂ ਟ੍ਰਿਪ ਸੀਗਾ, ਹਾਲਾਂਕਿ ਉਹਨੇ 2 ਡਾਟਰਸ ਕੰਮ ਕਰਦੀ ਨੇ, ਇੱਕ ਫॉर ਫ੍ਰੀ ਕਰਦੀ ਹੈ ਜੀ, ਇੱਕ ਉਹਨਾਂ ਦੇ ਵਾਸਤੇ ਕੰਮ ਕਰਦੀ ਹੈਗੀ ਆ। ਉਹਦੇ ਤੇ ਵੀ ਸ਼ਾਇਦ ਲੋਕਾਂ ਨੂੰ ਇੰਨਾ ਇਤਰਾਜ਼ ਨਹੀਂ ਸੀਗਾ। ਟਰੂਡੋ ਸਾਹਿਬ ਦੇ ਉੱਤੇ ਹੈਗਾ ਇਤਰਾਜ਼, ਪਰ ਮੈਂ ਨਹੀਂ ਸਮਝਦਾ, ਕਿਉਂਕਿ ਹੁਣ ਤੁਸੀਂ ਆਪਣੀ ਫੈਮਿਲੀ ਦਾ, ਖਾਸ ਕਰਕੇ ਇਹਨਾਂ ਕੰਟਰੀਜ਼ ਦੇ ਵਿੱਚ, ਜੇ ਕੋਈ ਤੁਹਾਡੀ ਫੈਮਿਲੀ ਮੈਂਬਰ ਕੁਝ ਕਰ ਰਿਹਾ ਹੈਗਾ ਤਾਂ ਤੁਸੀਂ ਉਹਦੇ ਰਿਸਪੌਂਸੀਬਲ ਨਹੀਂ ਹੋ। ਅਸੀਂ ਇੱਥੇ ਇਸ ਮੁਤਾਬਕ ਚੱਲਦੇ ਹਾਂ। ਪਰ ਜਿਹੜੀ ਹੁਣ ਉਹਨਾਂ ਨੂੰ ਟਰੂਡੋ ਸਾਹਿਬ ਜਿਹੜਾ ਆਪਣੇ ਫਾਈਨੈਂਸ ਮਿਨਿਸਟਰ ਦੀ, ਅਗਲੀ ਗੱਲ ਦਾ ਨਹੀਂ ਸੀ ਪਤਾ, ਇਹਦੇ ਵਿੱਚ ਵੀ ਅਖੀਰ ਕਸੂਰ ਟਰੂਡੋ ਸਾਹਿਬ ਦਾ ਹੀ ਨਿਕਲਣਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀਗਾ ਤੁਹਾਡਾ ਫਾਈਨੈਂਸ ਮਿਨਿਸਟਰ ਕੀ ਕਰ ਰਿਹਾ। ਫਾਈਨੈਂਸ ਮਿਨਿਸਟਰ ਨੇ ਤੁਹਾਨੂੰ ਨਹੀਂ ਦੱਸਿਆ, ਇਹਦਾ ਮਤਲਬ ਤੁਹਾਡੇ ਚ ਆਪਸ ਵਿੱਚ ਉਨੀ ਕੋਆਪਰੇਸ਼ਨ ਨਹੀਂ ਹੈਗੀ ਹੈ। ਸੋ ਸਮਥਿੰਗ ਵਾਜ਼ ਰੋਂਗ। ਔਰ ਇਸੇ ਕਰਕੇ ਜੀ ਜਿਹੜੀ ਟੈਲਫੋਰਡ ਹੈਗੀ ਆ, ਉਹਦੇ ਬਾਰੇ ਮੈਂ ਨਹੀਂ ਇੰਨਾ ਸਮਝਦਾ ਕਿ ਹਜੇ ਕੋਈ ਰਿਲੇਸ਼ਨ ਨਹੀਂ ਆਇਆ ਹੈ, ਕਿਸੇ ਨੇ ਫਾਇਦਾ ਨਹੀਂ ਲਿਆ ਹੈ। ਹਾਂ, ਜੋ ਫਾਇਦੇ ਵਾਲੀ ਕੋਈ ਨਿਕਲਿਆ ਹੁੰਦੀ ਹੈ ਗੱਲ, ਦੈਨ ਜਾਂ ਕੇਟੀ ਟੈਲਫੋਰਡ ਦਾ ਜਿਹੜਾ ਹਸਬੈਂਡ ਹੈ ਜੀ, ਕੇਟੀ ਟੈਲਫੋਰਡ ਨੂੰ ਵੀ ਰਿਜ਼ਾਈਨ ਕਰਨਾ ਪਵੇਗਾ ਜੀ। ਬਿਲਕੁਲ। ਤੇ ਉਧਰ ਦੂਜੇ ਪਾਸੇ ਸੁਣਨ ਦੇ ਵਿੱਚ ਆ ਰਿਹਾ ਕ੍ਰਿਸਟੀਆ ਫਰੀਲੈਂਡ ਜਿਹੜੇ ਨੇ ਉਹ ਇਸ ਵਕਤ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਦਾ ਉਹਨਾਂ ਨੇ ਅਹੁਦਾ ਸੰਭਾਲ ਲਿਆ। ਇੱਕ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੁੰ ਚੁੱਕ ਸਮਾਗਮ ਕੀਤਾ ਗਿਆ ਸੀ ਤੇ ਉਹਨਾਂ ਨੇ ਇੱਕ ਇਤਿਹਾਸ ਵੀ ਨਾਲ ਸਿਰਜਿਆ। ਬਿਲਕੁਲ ਤਰਨ, ਇਹ ਪਹਿਲੀ ਵਾਰੀ ਹੋਇਆ ਕੈਨੇਡਾ ਦੇ ਇਤਿਹਾਸ ਵਿੱਚ ਕਿ ਜਿਹੜਾ ਉੱਥੋਂ ਦਾ ਫਾਈਨੈਂਸ ਮਿਨਿਸਟਰ ਹੈ ਉਹ ਫੀਮੇਲ ਹੈ ਜੀ। ਇਹ ਇਤਿਹਾਸ ਤਾਂ ਰਚਿਆ ਗਿਆ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜੀ, ਸਾਰੇ ਲਿਬਰਲਸ ਨੂੰ ਮੇਰੀ ਗੱਲ ਚੰਗੀ ਨਾ ਲੱਗੇ, ਕੈਨੇਡਾ ਜਿਹੜੀ ਕ੍ਰਿਸਟੀਆ ਫਰੀਲੈਂਡ ਹੈ ਜੀ, ਇਹ ਇੱਕ ਤਰ੍ਹਾਂ ਦੇ ਨਾਲ ਪ੍ਰੈਸ ਰਿਪੋਰਟਰ ਹੈ ਜੀ, ਉੱਥੋਂ ਜਿੱਥੇ ਇਹਨੇ ਕੰਮ ਸ਼ੁਰੂ ਕੀਤਾ। ਹੀ ਇਜ਼ ਫਰੋਮ ਯੂਕਰੇਨ ਦੀ ਬੈਕਗਰਾਊਂਡ ਹੈ ਜੀ ਇਹਦੀ, ਔਰ ਪਰ ਬੜੀ ਧੜੱਲੇਦਾਰ, ਹੁਣ ਤੱਕ ਲੀਡਰ ਬੜੀ ਤਕੜੀ ਰਹੀ ਹੈ ਜੀ। ਜਿਹੜੀਆਂ ਨੈਗੋਸ਼ੀਏਸ਼ਨਸ US ਦੇ ਨਾਲ ਹੋਈਆਂ ਨੇ ਹੁਣ ਤੱਕ, ਤੇ ਜਿਹੜੀ ਨਾਫਟਾ ਨਵਾਂ ਸੀਗਾ ਉਹਦੇ ਵਿੱਚ ਇਹ ਜਾਂਦੀ ਰਹੀ ਜੀ, ਕਰਦੀ ਰਹੀ ਹੈ। ਪਰ ਮੇਰਾ ਨਹੀਂ ਖਿਆਲ ਆ ਕਿ ਇਹਨੂੰ ਉਹਨਾਂ ਤਜਰਬਾ ਹੈ ਫਾਈਨੈਂਸਿਸ ਦਾ, ਜਿਹੜੀ ਪੋਸਟ ਤੇ ਇਹਨੂੰ ਲਿਆਂਦਾ ਗਿਆ। ਐਂਡ ਇਸ ਵੇਲੇ ਪੈਂਡੈਮਿਕ ਜਿਹੜਾ ਇਸ ਵੇਲੇ ਚੱਲ ਸਾਡਾ ਕੈਨੇਡਾ ਤਰਨ ਇੱਕ ਬਹੁਤ ਵੱਡੇ ਨਵੇਂ ਫੇਜ਼ 'ਚੋਂ ਜਾ ਰਿਹਾ ਹੈ। ਪੈਸੇ ਲੋਕਾਂ ਕੋਲੇ ਆ ਨਹੀਂ ਰਹੇ ਆ, ਲੋਕਾਂ ਦੀ ਇਨਕਮ ਬੰਦ ਹੋਈ ਆ, ਉਹਨਾਂ ਨੂੰ ਕੁਛ ਨਾ ਕੁਛ ਇਲਾਜ ਕਰਨਾ। ਔਰ ਜਿਹੜਾ CERB ਹੈ ਤਰਨ, ਉਹ ਬੰਦ ਹੋ ਗਿਆ, ਉਹਦੀ ਅਗਲੇ ਮਹੀਨੇ ਤੱਕ ਬੰਦ ਹੋ ਜਾਏਗਾ। ਹੁਣ ਨਵੀਂ ਚੀਜ਼ ਆਉਣੀ ਹੈ, ਜਿਹੜੇ ਲੋਕ ਘਰੇ ਬੈਠੇ ਤਾਂ ਹੈ ਨਹੀਂ, ਅਗਲੇ ਮਹੀਨੇ ਸਾਰੇ ਜਣੇ ਕੰਮ ਤੇ ਚਲੇ ਜਾਣਗੇ। ਨਵੀਂ ਅਨਐਮਪਲੋਇਮੈਂਟ ਬਾਰੇ ਕੋਈ ਚੀਜ਼ ਨਵੀਂ ਆਏਗੀ, ਦੇਖਦੇ ਉਹਦੇ ਬਾਰੇ ਕੀ ਹੁੰਦਾ ਜੀ। ਬਿਲਕੁਲ। ਤੇ ਉਧਰ ਸੁਣਨ ਦੇ ਵਿੱਚ ਆ ਰਿਹਾ ਸਰ, ਪ੍ਰੋਰੋਗੇਸ਼ਨ ਦੀ ਗੱਲ ਆਖੀ ਜਾ ਰਹੀ ਹੈ ਕਾਫੀ ਇਸ ਵਕਤ, ਇਹ ਜਿਹੜਾ ਵਰਡ ਹੈ ਕਾਫੀ ਹਾਈਲਾਈਟ ਕੀਤਾ ਜਾ ਰਿਹਾ, ਆਖਿਰ ਇਹ ਹੈ ਕੀ ਹੈ? ਤਰਨ, ਅੱਜ ਸ਼ਾਮ ਨੂੰ ਟਰੂਡੋ ਸਾਹਿਬ ਨੇ ਜਿਹੜੀ ਸਾਡੀ ਗਵਰਨਰ ਜਨਰਲ ਹੈ ਉਹਨੂੰ ਆਲਰੇਡੀ ਰਿਕੁਐਸਟ ਕਰ ਦਿੱਤੀ ਹੈ। ਉਹਦੇ ਮੰਨਣਾ ਜਾਂ ਨਾ ਮੰਨਣਾ ਉਹਦੀ ਮਰਜ਼ੀ ਹੈ, ਪਰ ਮੋਸਟਲੀ ਗਵਰਨਰ ਜਨਰਲ ਮੰਨਦੇ ਹੁੰਦੇ ਜੀ। ਪ੍ਰੋਰੋਗੇਟ ਕਰਨ ਵਾਸਤੇ ਕਹਿ ਦਿੱਤਾ ਜੀ ਪਾਰਲੀਮੈਂਟ ਨੂੰ। ਇੱਕ ਬੜਾ ਵਧੀਆ ਸ਼ਬਦ ਹੈ ਜੀ, ਇੱਕ ਸੌਖਾ ਸ਼ਬਦ, ਇਹਦਾ ਸੌਖਾ ਜਿਹਾ ਮੈਂ ਤੁਹਾਨੂੰ ਜਵਾਬ ਇਹ ਦਿੰਦਾ ਕਿ ਪਾਰਲੀਮੈਂਟ ਭੰਗ ਨਹੀਂ ਕੀਤੀ, ਪਾਰਲੀਮੈਂਟ ਦੀ ਕਾਰਵਾਈਆਂ ਭੰਗ ਕਰ ਦਿੱਤੀਆਂ ਗਈਆਂ ਨੇ। ਜੋ ਕੁਝ ਹੁਣ ਤੱਕ ਹੋ ਰਿਹਾ ਸੀਗਾ, ਜਦੋਂ ਪ੍ਰੋਰੋਗ ਦਾ ਰਿਕੁਐਸਟ ਕੀਤੀ ਜਾਂਦੀ ਹੈ, ਕਰਨ ਵਾਸਤੇ ਕਿਹਾ ਜਾਂਦਾ ਹੈ, ਤਾਂ ਜਿਹੜੀ ਪਹਿਲੀ ਕਾਰਵਾਈ ਚੱਲ ਰਹੀ ਹੈਗੀ ਆ, ਜਿੰਨੇ ਬਿੱਲ ਹੈਗੇ, ਜਿਹੜੀਆਂ ਕਮੇਟੀਜ਼ ਜੋ ਕੁਝ ਕਰ ਰਹੀਆਂ ਨੇ, ਉਹ ਸਾਰੀ ਕਾਰਵਾਈ ਭੰਗ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਨਵਾਂ ਸੈਸ਼ਨ ਸ਼ੁਰੂ ਹੋਏਗਾ। ਪ੍ਰੋਰੋਗੇਸ਼ਨ ਚਾਹੇ 2 ਮਹੀਨੇ ਦੀ ਹੋਵੇ, ਕੋਈ ਸਮਾਂ ਸੀਗਾ 1800 ਦੇ ਵਿੱਚ ਤਰਨ, ਉਦੋਂ ਕਈ ਵਾਰ 6 ਮਹੀਨੇ ਦੀ ਪ੍ਰੋਰੋਗੇਸ਼ਨ ਹੁੰਦੀ ਰਹੀ ਹੈ, ਪਰ ਉਹ ਦੈਟ ਵਾਸ ਡਿਫਰੈਂਟ ਟਾਈਪ ਆਫ ਪ੍ਰੋਰੋਗੇਸ਼ਨ। ਪਰ ਜਿਹੜੀ ਆਹ ਪ੍ਰੋਰੋਗੇਸ਼ਨ ਆ, ਈਵਨ ਯੂ ਕੈਨ ਸਵਿਚ ਦ ਸੇਮ ਡੇ, ਐਕਚੁਅਲੀ ਇੱਕ ਵਾਰੀ ਪ੍ਰੋਰੋਗੇਸ਼ਨ ਕਰਤੀ, ਉਹੀ ਅਗਲਾ ਸੈਸ਼ਨ ਨਵਾਂ ਸ਼ੁਰੂ ਹੋ ਜਾਣਾ। ਪਰ ਇਹ 21 ਸਤੰਬਰ ਨੂੰ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਜੀ, ਜਿਹੜਾ ਸਾਡੀ ਪਾਰਲੀਮੈਂਟ ਦਾ। ਉਹਦੇ ਵਿੱਚ ਜਿਹੜੀਆਂ ਪਹਿਲੀਆਂ ਗੱਲਾਂ ਹੋਈਆਂ ਨੇ ਉਹ ਸਾਰੀਆਂ ਖਤਮ। ਪਹਿਲੀਆਂ ਗੱਲਾਂ ਕਿਹੜੀਆਂ ਨੇ ਤਰਨ? ਚੈਰਿਟੀ ਦੇ ਜਿਹੜੇ ਸਕੈਂਡਲਸ ਚੱਲ ਰਹੇ ਨੇ, ਕਮੇਟੀਆਂ ਬੈਠੀਆਂ ਹੋਈਆਂ ਨੇ, ਉਹਦੇ ਚ ਪ੍ਰਧਾਨ ਮੰਤਰੀ ਵੀ ਪੇਸ਼ ਹੋ ਚੁੱਕੇ ਨੇ, ਬਿਲ ਮੋਰਨੋ ਸਾਹਿਬ ਵੀ ਹੋ ਚੁੱਕੇ ਨੇ, ਬਰਦਿਸ਼ ਚੱਗੜ ਵੀ ਹੋ ਚੁੱਕੇ ਨੇ। ਮਤਲਬ ਕਿ ਬਸ ਮਿੱਟੀ ਪਾਓ ਤੇ ਅੱਗੇ ਵਧੋ। ਤੁਸੀਂ ਬਿਲਕੁਲ ਸਹੀ ਗੱਲ ਕੀ ਹੈ। ਇਦੋਂ ਬੈਟਰ ਸ਼ਬਦ ਮੇਰੇ ਖਿਆਲ ਨਹੀਂ ਹੋਵੇਗਾ। ਇਹ ਬਸ ਉਹ ਉੱਤੇ ਮਿੱਟੀ ਪਾਈ ਜਾਗੀ। ਤੇ ਹਾਂ, ਕਈ ਵਾਰੀ ਐਸੇ ਅੱਛਾ ਬਿੱਲ ਵੀ ਖਤਮ ਹੋ ਜਾਣੇ ਤਾਂ ਨਾਲ, ਜਿਹੜੇ ਬਿੱਲ ਦੇ ਉੱਤੇ ਕਾਰਵਾਈ ਚੱਲ ਰਹੀ ਆ, ਪਰ ਉਹ ਜਿਹੜੇ ਬਿੱਲਸ ਨੇ ਉਹਨਾਂ ਨੂੰ ਦੁਬਾਰੇ ਪਾਰਲੀਮੈਂਟ ਸਾਰੀ ਦੀ ਇਜਾਜ਼ਤ ਦੇ ਨਾਲ ਦੁਬਾਰੇ ਅਲਾਈਵ ਕੀਤਾ ਜਾ ਸਕਦਾ ਹੈ। ਪਰ ਜਿਹੜੀਆਂ ਕਮੇਟੀਆਂ ਵਗੈਰਾ ਜੋ ਕੁਝ ਵੀ ਚੱਲ ਰਿਹਾ ਸੀਗਾ ਉਹ ਖਤਮ, ਨਵੀਂ ਗੱਲ ਸ਼ੁਰੂ। ਇਹ ਨਹੀਂ ਪਤਾ ਅਗਲੇ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਜਾਂ ਇਹ ਜਿਹੜੀ ਸਰਕਾਰ ਹੈਗੀ ਹੁਣ ਕਦੋਂ ਤੱਕ ਲਾਸਟ ਕਰਦੀ ਹੈ, 4 ਸਾਲ ਪੂਰੇ ਕਰਦੀ ਹੈ, ਪਤਾ ਨਹੀਂ ਹੁਣ ਕਿਹਨੂੰ ਲਾਲਚ ਦੇਣਾ ਪਏਗਾ। ਬਿਲਕੁਲ ਜੀ।
ਦੇਖੋ ਅੱਗੇ ਕੀ ਹੁੰਦਾ ਜੀ। ਬਿਲਕੁਲ। ਤੇ ਇਸ ਤੋਂ ਬਾਅਦ ਅਗਲੀ ਖਬਰ ਰੁਖ ਕਰਦੇ ਹਾਂ ਬਰੈਂਪਟਨ ਤੋਂ। ਅਸਰ ਇਹਦੇ ਵਿੱਚ ਵੀ ਇੱਕ ਪੋਲੀਟੀਸ਼ੀਅਨ ਦੀ ਗੱਲ ਆਖੀ ਜਾਵੇ ਤਾਂ ਵਿਵਾਦਾਂ ਵਿੱਚ ਘਿਰ ਚੁੱਕੇ ਨੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਜਿਹੜੇ ਕਿ ਆਪਣੇ ਕੰਮਾਂ ਨੂੰ ਲੈ ਕੇ ਜਾਂ ਫਿਰ ਮੋਸ਼ਨਸ ਪੇਸ਼ ਕਰਨ ਨੂੰ ਲੈ ਕੇ ਕਾਫੀ ਜਾਣੇ ਜਾਂਦੇ ਨੇ। ਕਈ ਅਲੱਗ-ਅਲੱਗ ਤਰ੍ਹਾਂ ਦੇ ਸਿਟੀ ਲਈ ਉਹਨਾਂ ਨੇ ਮੋਸ਼ਨ ਜਿਹੜਾ ਪੇਸ਼ ਕੀਤੇ ਸਨ। ਸੋ ਇਸ ਵਕਤ ਸਰ ਜੋ ਖਬਰ ਸਾਹਮਣੇ ਆ ਰਹੀ ਹੈ ਸੈਕਸ਼ੂਅਲ ਅਸੌਲਟ ਮਾਮਲੇ ਦੇ ਵਿੱਚ, ਜਿਹਦੇ ਵਿੱਚ ਉਹ ਇਸ ਵਕਤ ਘਿਰੇ ਹੋਏ ਨਜ਼ਰ ਆ ਰਹੇ ਨੇ। ਸੋ ਜੋ ਇਸ ਵਕਤ ਮੇਨ ਵਿਕਟਿਮ ਸੀ ਉਹਨਾਂ ਨੇ ਇਹਨਾਂ ਉੱਤੇ ਸਿਊ ਕੀਤਾ ਹੈ ਤੇ ਲਗਭਗ $2 ਮਿਲੀਅਨ ਦਾ ਸੂ ਕੀਤਾ ਆ। ਕਰਨ ਇਸ ਵੇਲੇ ਗੁਰਪ੍ਰੀਤ ਢਿੱਲੋਂ ਸਾਹਿਬ ਦੇ ਜਿਹੜੇ ਸਿਤਾਰੇ ਆ ਉਹ ਬਹੁਤ ਧੁੰਦਲਾਹਟ ਦੇ ਵਿੱਚ ਨੇ ਜੀ। ਹਰ ਚੀਜ਼ ਇਹਨਾਂ ਦੇ ਅਗੇਂਸਟ ਜਾ ਰਹੀ ਹੈ ਜੀ। ਇਹਦੇ 'ਚ ਸੱਚ ਕੀ ਹੈ ਝੂਠ ਕੀ ਹੈ ਇਹ ਤਾਂ ਅਖੀਰ ਕੋਰਟਸ ਦੱਸਣਗੀਆਂ, ਪਰ ਇਹਨਾਂ ਦੇ ਜਿਹੜਾ ਦੋਸ਼ ਲੱਗੇ ਦੋਸ਼ ਬਹੁਤ ਸੀਰੀਅਸ ਲੱਗਿਆ ਹੈ। ਉਸੇ ਦੋਸ਼ ਦੇ ਅੰਦਰ ਇਹਨਾਂ ਨੂੰ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਬਰੈਂਪਟਨ ਦੀ ਕਾਉਂਸਲ ਨੇ ਰਿਕੁਐਸਟ ਕੀਤੀ ਹੈ ਜੀ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ। ਇਹਨਾਂ ਨੇ ਹਜੇ ਤੱਕ ਅਸਤੀਫਾ ਨਹੀਂ ਦਿੱਤਾ ਜੀ। ਪਰ ਆਹ ਨਵਾਂ ਹੁਣ ਮੋੜ ਆਇਆ ਜੀ ਇਸ ਕੰਮ ਦੇ ਵਿੱਚ ਕਿ ਜਿਹੜਾ $2 ਮਿਲੀਅਨ ਤੇ ਜਿਹੜੀ ਲੇਡੀ ਦੇ ਉੱਤੇ ਜਿਹੜੀ ਲੇਡੀ ਨੇ ਇਹਨਾਂ ਤੇ ਦੋਸ਼ ਲਾਏ ਸੀਗੇ ਉਹਨੇ $2 ਮਿਲੀਅਨ ਤੇ ਸੂ ਕੀਤਾ ਹੈਗਾ ਜੀ। ਜਿਹੜੀ ਉਹ ਪਹਿਲਾਂ ਵੀ ਇਹਨਾਂ ਨੇ ਦੋਸ਼ ਜਿਹੜੇ ਲੱਗੇ ਹੋਏ ਨੇ ਮੈਂ ਤੁਹਾਨੂੰ ਇੰਗਲਿਸ਼ 'ਚ ਦੱਸ ਦਿੰਦਾ ਜੀ। ਉਹ ਅਨਨੈਸੈਸਰੀ ਅਨਵੈਲਕਮ ਐਂਡ ਅਨਵਾਂਟਡ ਸੈਕਸ਼ੂਅਲ ਟੱਚਿੰਗ ਇਹਦਾ ਦੋਸ਼ ਲੱਗਿਆ ਹੈ ਜੀ, ਜਿਨ੍ਹਾਂ ਨੂੰ ਕਿ ਢਿੱਲੋਂ ਸਾਹਿਬ ਨੇ ਬਿਲਕੁਲ ਨਕਾਰਿਆ ਹੈਗਾ ਜੀ। ਔਰ ਇਹਨਾਂ ਨੇ ਕਿਹਾ ਵੀ ਮੈਂ ਕੋਰਟ ਦੇ ਵਿੱਚ ਕੇਸ ਕੀਤਾ ਹੈ, ਉਹਨੂੰ ਜਦ ਤੱਕ ਉਹਦਾ ਫੈਸਲਾ ਰਹਿੰਦਾ ਮੈਂ ਆਪਦੇ ਬਾਰੇ ਕੋਈ ਕਹਿਣਾ ਨਹੀਂ ਚਾਹੁੰਦਾ। ਕੋਰਟਾਂ ਫੈਸਲਾ ਜ਼ਰੂਰ ਕਰਨਗੀਆਂ, ਪਰ ਪ੍ਰੋਬਲਮ ਇਹ ਹੈ ਤਰਨ ਜਿਹੜੀ ਲੋਕਾਂ ਦੀ ਕੋਰਟ ਹੈ ਉਹਦੇ ਵਿੱਚ ਲੋਕਾਂ ਨੇ ਆਲਰੇਡੀ ਧਿਰ ਬਣ ਗਈ ਹੋਈ ਹੈ। ਲੋਕਾਂ ਦੇ ਫੈਸਲੇ ਉਹਨਾਂ ਨੇ ਅੱਡ-ਅੱਡ ਪਾਸਿਆਂ ਦੇ ਕਰ ਲਏ ਹੋਏ ਨੇ। ਪਰ ਪੋਲੀਟੀਕਲੀ ਮੈਨੂੰ ਲੱਗਦਾ ਵੀ ਢਿੱਲੋਂ ਸਾਹਿਬ ਦੇ ਉੱਤੇ ਜਿਹੜੇ ਬੜੇ ਬੱਦਲ ਇਸ ਵੇਲੇ ਮੰਡਰਾ ਰਿਹਾ ਹੈ ਜੀ। ਸਰ ਕਈ ਵਾਰੀ ਏਦਾਂ ਹੁੰਦਾ ਹੈ ਕਿ ਅਸੀਂ ਇਸ ਵਕਤ ਦੇਖੀਏ ਕਾਫੀ ਐਕਟਿਵ ਰਹੇ ਨੇ ਮਿਸਟਰ ਗੁਰਪ੍ਰੀਤ ਢਿੱਲੋਂ ਤੇ ਕਾਫੀ ਅਜਿਹੇ ਉਹਨਾਂ ਨੇ ਸਿਟੀ ਲਈ ਵੀ ਕੰਮ ਕੀਤੇ ਨੇ। ਇੱਕ ਉੱਭਰਦਾ ਹੋਇਆ ਰਾਜਨੀਤੀ ਵਿੱਚ ਚਿਹਰਾ ਬਣਦਾ ਜਾ ਰਿਹਾ ਸੀ ਗੁਰਪ੍ਰੀਤ ਸਿੰਘ ਢਿੱਲੋਂ ਇਹ ਨਾਮ। ਤੇ ਇਸ ਵਕਤ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਾਇਦ ਉਹਨਾਂ ਦੇ ਅਕਸ ਨੂੰ ਧੁੰਦਲਾ ਕਰਨ ਦੇ ਲਈ ਜਾਂ ਉਹਨਾਂ ਦੇ ਵੱਧਦੀ ਹੋਈ ਅਪਰੋਚ ਨੂੰ ਘੱਟ ਕਰਨ ਲਈ ਵੀ ਇਹ ਸਭ ਕੀਤਾ ਜਾ ਸਕਦਾ, ਕਿਉਂਕਿ ਅਸੀਂ ਅਜਿਹੇ ਕਈ ਮਾਮਲੇ ਅੱਗੇ ਵੀ ਦੇਖੇ ਨੇ ਜਿਹਦੇ ਵਿੱਚ ਕਈ ਵਾਰੀ ਦੋਸ਼ ਝੂਠੇ ਸਾਬਿਤ ਹੋਏ ਨੇ। ਕਾਰਨ ਇਹ ਚਾਂਸਸ ਪੂਰੇ ਨੇ ਐਸੀ ਗੱਲ ਹੋ ਸਕਦੀ ਹੈ। ਤਾਂ ਆਪਾਂ ਨੂੰ ਇੱਕ ਬੜੀ ਵੱਡੀ ਐਗਜ਼ਾਮਪਲ ਬਰੈਂਪਟਨ ਦੀ ਆਪਾਂ ਦਿੰਦੇ ਪੈਟਰ ਬਰਾਊਨ ਸਾਹਿਬ ਜੀ, ਇਹਨਾਂ ਨਾਲ ਐਸੀ ਹੋਈ ਸੀ ਕਿ ਅਖੀਰ ਇਹ ਇਸ ਵੇਲੇ ਫੋਰਡ ਸਾਹਿਬ ਉੱਥੇ ਬੈਠੇ ਨੇ, ਹੋ ਸਕਦਾ ਇਹ ਉੱਥੇ ਬੈਠੇ ਹੁੰਦੇ ਤੇ ਢਿੱਲੋਂ ਸਾਹਿਬ ਹੋ ਸਕਦਾ ਇਹ ਗੱਲ ਕਿਉਂਕਿ ਢਿੱਲੋਂ ਸਾਹਿਬ ਦੇ ਬਾਰੇ ਆਮ ਗੱਲ ਸ਼ੁਰੂ ਹੋ ਗਈ ਸੀ ਤਰਨ ਲੋਕਾਂ ਦੇ ਵਿੱਚ ਕਿ ਮੇ ਬੀ ਹੀ ਇਜ਼ ਗੋਇੰ ਟੂ ਬੀ ਦ ਨੈਕਸਟ ਮੇਅਰ ਆਫ ਬਰੈਂਪਟਨ। ਐਸੀ ਗੱਲ ਹੋ ਗਈ ਸੀ ਕਿ ਹੀ ਇਜ਼ ਯੰਗ, ਹੀ ਇਜ਼ ਐਨਰਜੈਟਿਕ। ਇਹਨਾਂ ਨੇ ਹੁਣ ਤੱਕ ਜਿਹੜੀਆਂ ਜਿੰਨੇ ਵੀ ਕੁਝ ਮੋਸ਼ਨਸ ਲੈ ਕੇ ਆਉਂਦੇ ਨੇ ਇਹਨਾਂ ਨੇ ਆਪਦੇ ਏਰੀਆ ਵਾਸਤੇ ਕੰਮ ਵੀ ਕੀਤਾ। ਕਿਸੇ ਵੇਲੇ ਇਹਨਾਂ ਨੂੰ ਕਾਲ ਕਰੋ ਅਵੇਲੇਬਲ ਹੁੰਦੇ ਹੈਗੇ ਜੀ ਔਰ ਈਜ਼ੀਲੀ ਅਪਰੋਚੇਬਲ ਸੀਗੇ। ਪਰ ਜਿਹੜੀ ਆਹ ਗੱਲ ਹੋਈ ਹੈ ਜੀ ਇੱਕ ਬਹੁਤ ਵੱਡਾ ਧੱਬਾ ਲੱਗ ਗਿਆ ਔਰ ਇਹ ਧੱਬਾ ਮਿਟਣਾ ਕੋਰਟਸ ਦੇ ਜਿਹੜੇ ਕੰਮ ਨੇ ਤਾਂ ਉਹਨੂੰ ਲੰਬੇ ਹੁੰਦੇ ਨੇ। ਕੋਰਟ ਤੁਹਾਨੂੰ ਕਈ ਵਾਰੀ ਬਰੀ ਵੀ ਕਰ ਦਿੰਦੇ ਨੇ, ਪਰ ਕਈ ਵਾਰੀ ਜਿਹੜਾ ਐਸਾ ਧੱਬਾ ਪਬਲਿਕ ਦੇ ਵਿੱਚ ਲੱਗਿਆ ਹੁੰਦਾ ਕਈ ਵਾਰੀ ਉਹਨੂੰ ਮਿਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ। ਬਿਲਕੁਲ ਜੀ। ਅਗਲੀ ਖਬਰ ਵੀ ਸਰ ਰਾਜਨੀਤੀ ਨਾਲ ਸੰਬੰਧਿਤ ਹੀ ਹੈ। ਜਿਹੜੇ ਐਕਸ ਟੋਰੀ ਮੇਅਰ ਨੇ ਪ੍ਰੀਮੀਅਰ ਨੇ ਉਹਨਾਂ ਨੂੰ ਲਿਬਰਲ ਨੇ ਅਨਾਉਂਸ ਕੀਤਾ ਆ ਨਿਊ ਬਰੰਸਵਿਕ ਤੋਂ ਆਪਣਾ ਕੈਂਡੀਡੇਟ। ਬਿਲਕੁਲ ਜੀ, ਇਹ ਡਿਪਟੀ ਪ੍ਰੀਮੀਅਰ ਸੀਗੇ ਜੀ। ਨਿਊ ਬਰੰਸਵਿਕ 'ਚ ਇਲੈਕਸ਼ਨ ਆ ਰਹੀ ਹੈ ਸਤੰਬਰ ਦੇ ਵਿੱਚ ਔਰ ਇਹਨਾਂ ਦੀ ਜਿਹੜੀ ਆਪਣੀ ਪਾਰਟੀ ਆ ਉਹਦੇ ਨਾਲ ਡਿਊਰਿੰਗ ਦ ਸੈਸ਼ਨ ਉਦੋਂ ਖਟਪਟੀ ਹੋ ਗਈ ਸੀ। ਇਹਨਾਂ ਦੀ ਪਾਰਟੀ ਕੁਛ ਲੈ ਕੇ ਆਏ ਸੀਗੇ, ਮੁੱਦੇ ਲੈ ਕੇ ਆਉਂਦੇ ਸੀਗੇ ਤੇ ਇਹ ਉਹਨਾਂ ਦੇ ਨਾਲ ਰਜ਼ਾਮੰਦ ਨਹੀਂ ਸੀਗੇ ਔਰ ਇਹ ਇੰਡੀਪੈਂਡੈਂਟ ਹੋ ਕੇ ਬੈਠ ਗਏ ਸੀਗੇ। ਤੇ ਪਰ ਹੁਣ ਇਹਨਾਂ ਨੂੰ ਜਿਹੜੀ ਲਿਬਰਲ ਪਾਰਟੀ ਆ ਉਹਨਾਂ ਨੇ ਆਪਦੇ ਵੱਲ ਕਰ ਲਿਆ ਜੀ। ਅਗਲੀ ਜਿਹੜੀ ਇਲੈਕਸ਼ਨ ਹੈਗੀ ਆ ਉਸ ਇਲੈਕਸ਼ਨ ਦੇ ਵਿੱਚੋਂ ਇਹ ਲਿਬਰਲ ਪਾਰਟੀ ਦੇ ਉਮੀਦਵਾਰ ਨੇ। ਇਹ ਤਰਨ ਪਹਿਲੀ ਵਾਰੀ ਗੱਲ ਨਹੀਂ ਹੋਈ। ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਖਾਸ ਕਰਕੇ ਆਪਾਂ ਜਿੱਥੋਂ ਆਏ ਆ ਇੰਡੀਅਨ ਪੋਲਿਟਿਕਸ 'ਚੋਂ ਆਏ ਆ ਉੱਥੇ ਦਲ ਬਦਲੀ ਇਜ਼ ਨਾਰਮਲ। ਦਲ ਬਦਲੀ ਰਾਜੀਵ ਗਾਂਧੀ ਨੇ ਕਿਹਾ ਵੀ ਸੀਗਾ ਵੀ ਮੈਂ ਬਿੱਲ ਪੇਸ਼ ਕਰੂੰਗਾ, ਬਿੱਲ ਪੇਸ਼ ਵੀ ਹੋਇਆ ਹੈਗਾ ਪਰ ਉਹ ਦਲ ਬਦਲੀ ਫਿਰ ਕਾਹਦੀ ਕੁਛ ਕੰਮ ਨਹੀਂ ਜੀ ਕਰਦੀ। ਇੱਥੇ ਵੀ ਇਹੋ ਜਿਹਾ ਕੁਛ ਹੈਗਾ ਜੀ। ਇੱਥੇ ਕਈ ਵਾਰੀ ਮਿਨਿਸਟਰਸ ਨੇ ਫਲੋਰ ਕ੍ਰਾਸ ਕੀਤਾ ਜੀ। ਇੱਕ ਆਪਣੇ BC ਦੇ ਮਿਨਿਸਟਰਸ ਹੁੰਦੇ ਸੀਗੇ ਜੀ, ਉਹ ਪਹਿਲਾਂ ਲਿਬਰਲਸ ਦੇ ਵਿੱਚ ਸੀਗੇ ਜੀ, ਫਿਰ ਉਹ ਕੰਜ਼ਰਵੇਟਿਵ ਦੇ ਵਿੱਚ ਜਾ ਕੇ ਮਿਨਿਸਟਰੀ ਉਹਨਾਂ ਨੇ ਲੈ ਲਈ ਸੀਗੀ। ਇੱਕ ਕੇਸ ਨਹੀਂ ਹੈ ਜੀ ਇਹ ਜਿਹੇ। ਮੇਰੇ ਖਿਆਲ ਪੋਲੀਟੀਸ਼ੀਅਨ ਪਾਰਟੀ ਨੂੰ ਸਵਿਚ ਕਰਨਾ ਇੱਥੇ ਵੀ ਆਮ ਆ। ਕਿਸੇ ਵੇਲੇ ਤੁਹਾਨੂੰ ਤੁਸੀਂ ਹੈਰਾਨ ਹੋਵੋਗੇ ਸਟੀਵਨ ਹਾਰਪਰ ਸਾਹਿਬ ਜਿਹੜੇ ਕੰਜ਼ਰਵੇਟਿਵ ਦੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਨੇ ਆਪ ਮੰਨਿਆ ਹੈ ਕਿ ਮੈਂ ਕਿਸੇ ਵੇਲੇ ਲਿਬਰਲ ਵਾਸਤੇ ਕੰਮ ਕੀਤਾ, ਕਿਸੇ ਵੇਲੇ ਉਹ ਲਿਬਰਲ ਸੋਚ ਦੇ ਮਾਲਕ ਸੀਗੇ। ਸੋ ਇਹ ਗੱਲਾਂ ਹੈਗੀਆਂ ਨੇ, ਪਰ ਜਿਹੜਾ ਇੱਕ ਅਹੁਦੇ ਤੇ ਜਾ ਕੇ ਸਵਿਚ ਕਰਨਾ ਇਹ ਹਜੇ ਵੀ ਇੱਥੇ ਬਲਿੰਡਾ ਸਨੋਰਾਕ ਹੈਗੀ ਹੈ ਜੀ, ਉਹਨੇ ਪਾਰਟੀ ਸਵਿਚ ਕੀਤੀ ਸੀ ਕੰਜ਼ਰਵੇਟਿਵ ਚੋਂ ਲਿਬਰਲ ਦੇ ਵਿੱਚ ਆ ਗਈ ਸੀਗੀ। ਪਰ ਇਹ ਇੱਥੇ ਕਰਨਾ
ਜਿਹੜੀ ਸਾਡੀ ਇੱਥੋਂ ਦੇ ਆਮ ਲੋਕ ਨੇ ਉਹ ਛੇਤੀ ਕਿਤੇ ਇਸ ਗੱਲ ਨੂੰ ਐਕਸੈਪਟ ਨਹੀਂ ਜੀ ਕਰਦੇ। ਹੁਣ ਪਰ ਬਲਿੰਡਾ ਸਨੋਟ ਦੁਆਰੇ ਫਿਰ ਜਿੱਤ ਗਈ ਸੀ, ਉਹਦਾ ਏਰੀਆ ਦੇ ਵਿੱਚ ਨਾਂ ਹੀ ਉਹਦਾ ਇੰਨਾ ਜ਼ਿਆਦਾ ਸੀਗਾ, ਪਰ ਇਹ ਦੇਖੋ ਇਹਨਾਂ ਦਾ ਹਾਲਤ ਕੀ ਹੁੰਦੀ। ਬਿਲਕੁਲ ਜੀ, ਮਤਲਬ ਕਿ ਸਿਆਸਤ ਦਾ ਨਸ਼ਾ, ਕੁਰਸੀ ਦਾ ਨਸ਼ਾ ਸਿਰਫ ਬਾਕੀ ਮੁਲਕਾਂ 'ਚ ਨਹੀਂ, ਕੈਨੇਡਾ ਵਿੱਚ ਵੀ ਸਿਰ ਚੜ੍ਹ ਕੇ ਬੋਲਦਾ। ਖਬਰ ਅਗਲੀ ਵੱਲ ਵਧਦੇ ਹਾਂ ਜੀ। ਇਸ ਵਕਤ ਬ੍ਰਿਟਿਸ਼ 에ਅਰਵੇਜ਼ ਜਿਹੜੀ ਹੈ ਉਹ ਵੰਦੇ ਭਾਰਤ ਮਿਸ਼ਨ ਦੇ ਤਹਿਤ ਜਿਹੜੀਆਂ ਕੁਝ ਫਲਾਈਟਸ ਸ਼ੁਰੂ ਕਰਨ ਜਾ ਰਹੀ ਆ ਅੰਮ੍ਰਿਤਸਰ ਅਤੇ ਹੈਦਰਾਬਾਦ ਨੂੰ। ਜੀ ਸਰ, ਇਹ ਇੱਕ ਥੋੜੀ ਜਿਹੀ ਗੁੱਡ ਨਿਊਜ਼ ਆਈ ਹੈ ਕਿਉਂਕਿ ਵੱਖ-ਵੱਖ ਮੁਲਕਾਂ ਵੱਲੋਂ ਚਾਹੇ ਕੁਝ ਹੀ ਸਹੀ, ਲਿਮਿਟਿਡ ਹੀ ਸਹੀ, ਪਰ ਫਲਾਈਟਸ ਸ਼ੁਰੂ ਹੋ ਗਈਆਂ ਨੇ। ਬਿਲਕੁਲ ਤਰਨ ਨੇ 17 ਤਾਰੀਖ ਤੋਂ ਸ਼ੁਰੂ ਹੋ ਰਹੀਆਂ ਨੇ ਤੇ ਜੀ ਇਹ ਚੰਗੀ ਗੱਲ ਹੈ ਜੀ। ਹੈਦਰਾਬਾਦ ਤੇ ਅੰਮ੍ਰਿਤਸਰ ਦੋਨਾਂ ਥਾਵਾਂ ਦੇ ਉੱਤੇ ਇਹ ਜਾਇਆ ਕਰਨਗੀਆਂ ਜੀ। ਹਰੇਕ ਮੰਡੇ ਨੂੰ ਜਾਇਆ ਕਰਨੀਆਂ। ਔਰ ਇਹ ਜਿਹੜਾ ਹੈਵੀ ਡ੍ਰੀਮ ਲਾਈਨਰ ਆਇਆ ਜੀ 787 ਨਵੇਂ ਪਲੇਨ ਨੇ ਡ੍ਰੀਮ ਲਾਈਨਰ, ਚੰਗੀ ਗੱਲ ਹੈ ਜੀ ਕਿਉਂਕਿ ਜਿਹੜੀ ਜੇ ਤੁਸੀਂ ਨਹੀਂ 4 ਟਾਈਮਸ ਅ ਵੀਕ ਹੋਇਆ ਕਰੇਗੀ ਜੀ, ਮੰਡੇ, ਵੈਨਸਡੇ, ਫਰਾਈਡੇ ਐਂਡ ਸੰਡੇ, ਜਿਹੜੀ ਹੈਦਰਾਬਾਦ ਤੋਂ ਲੰਡਨ ਹੈਗੀ ਹੈ ਜੀ। ਜਿਹੜੀ ਮੇਰੇ ਕੋਲ ਅੰਮ੍ਰਿਤਸਰ ਜਿਹੜੀ ਆ ਉਹ ਹਰ ਮੰਡੇ ਹੋਇਆ ਕਰੇਗੀ ਜੀ। ਉਹ 2 ਦਿਨ ਹੋਇਆ ਕਰੇਗੀ ਸਰ, ਹਫਤੇ ਦੇ 2 ਦਿਨ ਚੱਲਿਆ ਕਰੇਗੀ। ਇੱਕ ਤਾਂ ਜਾਇਆ ਕਰੇਗੀ ਪਹਿਲਾਂ ਲੰਡਨ ਟੂ ਅੰਮ੍ਰਿਤਸਰ, ਫਿਰ ਅੰਮ੍ਰਿਤਸਰ ਤੋਂ ਫਿਰ ਬੈਕ ਟੂ ਲੰਡਨ, ਜਿਹੜੀ ਕਿ ਜਾਇਆ ਕਰੇਗੀ 2 ਦਿਨ, ਸੋਮਵਾਰ ਨੂੰ ਤੇ ਮੰਗਲਵਾਰ ਨੂੰ। ਸੋਮਵਾਰ ਨੂੰ ਇਹ ਹਰ ਸੋਮਵਾਰ ਨੂੰ ਲੰਡਨ ਦੇ ਹੀਥਰੋ 에ਅਰਪੋਰਟ ਤੋਂ ਸਵੇਰੇ 9:15 ਵਜੇ ਰਵਾਨਾ ਹੋਏਗੀ। ਇਸ ਤੋਂ ਬਾਅਦ ਰਾਤ ਨੂੰ 10:25 ਤੇ ਅੰਮ੍ਰਿਤਸਰ ਪਹੁੰਚੇਗੀ। ਇਸ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ 2:40 ਤੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਲੰਡਨ ਦੇ ਹੀਥਰੋ 에ਅਰਪੋਰਟ ਤੇ 9:15 ਵਜੇ ਰਾਤ ਨੂੰ ਉੱਥੇ ਲੈਂਡ ਕਰੇਗੀ। ਰਾਤ ਨੂੰ 7 ਵਜੇ ਉੱਥੇ ਲੈਂਡ ਕਰੇਗੀ। ਸੋ ਮਤਲਬ ਵੀਕ ਦੇ ਲਿਆ ਕਰਨਗੀਆਂ ਪਹਿਲਾਂ ਲੰਡਨ ਟੂ ਅੰਮ੍ਰਿਤਸਰ, ਫਿਰ ਅੰਮ੍ਰਿਤਸਰ ਟੂ ਲੰਡਨ ਮੰਡੇ ਐਂਡ ਟਿਊਜ਼ਡੇ ਨੂੰ। ਇਹ 24 ਤੋਂ ਲੈ ਕੇ ਜੀ 24 ਅਗਸਤ ਤੋਂ ਸ਼ੁਰੂ ਹੋ ਰਹੀਆਂ ਨੇ ਤੇ 30 ਸਤੰਬਰ ਤੱਕ ਚੱਲਣਗੀਆਂ। ਕਰਨ ਨੇ ਜਿਹੜਾ ਨਵਾਂ ਬਬਲ ਬਣਾਇਆ ਉੱਥੋਂ ਦੀ ਸਰਕਾਰ ਨੇ, ਉਹਦੇ ਅੰਡਰ ਇਹ ਕੰਮ ਸ਼ੁਰੂ ਹੋਇਆ। ਔਰ ਮੈਂ ਕਹਿੰਦਾ ਚੰਗੀ ਗੱਲ ਹੈ ਜੀ। ਹੁਣ ਤੱਕ ਨਹੀਂ 1,49,000 ਸ਼ਾਇਦ ਫਲਾਈਟਸ ਟੋਟਲ ਵੰਦੇ ਭਾਰਤ ਮਿਸ਼ਨ ਦੇ ਵਿੱਚ ਇੰਨੀਆਂ ਆ ਚੁੱਕੀਆਂ ਨੇ ਜੀ। 100 ਸਮਥਿੰਗ ਸੌਰੀ, ਉਹਦੇ 'ਚ ਇੰਨੇ ਫਲਾਈਟਸ ਹੁਣ ਤੱਕ ਆ ਚੁੱਕੀਆਂ ਨੇ ਔਰ ਇਹਦਾ 6ਵਾਂ ਫੇਜ਼ ਵੀ ਸ਼ੁਰੂ ਹੋ ਰਿਹਾ ਜੀ। ਜੀ ਬਿਲਕੁਲ, ਪਰ ਉੱਥੇ ਸਰ ਸੁਣਨ ਚ ਆਇਆ ਦੂਜੇ ਪਾਸੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਜਿਹੜੀਆਂ ਫਲਾਈਟਸ ਚੱਲ ਰਹੀਆਂ ਸੀ, ਹਾਂਗਕਾਂਗ ਨੇ ਇਹਨਾਂ ਫਲਾਈਟਸ ਦੇ ਉੱਤੇ ਬੈਨ ਲਗਾ ਦਿੱਤਾ ਹੈ। ਹਾਂ ਤਰਨ, ਕੋਵਿਡ-19 ਦਾ ਪ੍ਰਕੋਪ ਹੈ ਜੀ, ਕਿਉਂਕਿ ਉਹਦੇ ਨਾਲ ਐਸੀ ਗੱਲ ਹੋਈ ਸੀ ਕੋਵਿਡ-19 ਦੇ ਕਈ ਵੀ ਸ਼ਾਇਦ ਕੇਸਿਸ ਆਏ ਹੋਣਗੇ ਜੀ ਹਾਂਗਕਾਂਗ ਨੇ। ਸੈਕੰਡ ਗੱਲ ਹੋਰ ਵੀ ਹੈ ਤਰਨ, ਹਾਂਗਕਾਂਗ ਇਜ਼ ਚਾਈਨਾ ਨਾਲ। ਚਾਈਨਾ ਦੀ ਗਵਰਨਮੈਂਟ ਉੱਥੇ ਉਹ ਕੰਟਰੋਲ 'ਚ ਕਰਦੀ ਹੈ, ਸ਼ਾਇਦ ਇਹਦੇ ਹੋ ਸਕਦੀ ਹੈ, ਪਰ ਦੋਸ਼ ਇਹੀ ਲੱਗਿਆ ਕਿ ਕੋਵਿਡ-19 ਦੇ ਕੇਸਿਸ ਆਉਣ ਕਰਕੇ ਅਸੀਂ ਇੰਡੀਆ ਤੋਂ ਜਿਹੜੀਆਂ ਫਲਾਈਟਸ ਨੇ ਉਹ ਬੰਦ ਕਰ ਦਿੱਤੀਆਂ ਨੇ। ਬਿਲਕੁਲ ਜੀ ਸਰ, ਚਾਹੇ ਇਹ ਫਲਾਈਟ ਚਲੇਗੀਆਂ ਪਰ ਵੰਦੇ ਭਾਰਤ ਮਿਸ਼ਨ ਦਾ ਹੁਣ 6ਵਾਂ ਪੜਾਅ ਸ਼ੁਰੂ ਹੋਣ ਵਾਲਾ ਹੈ। ਸਤੰਬਰ ਵਿੱਚ ਇਸ ਪੜਾਅ ਦੀ ਸ਼ੁਰੂਆਤ ਹੋਏਗੀ। ਭਾਰਤ ਜਿਹੜਾ ਆ, ਭਾਰਤ ਦੇ ਐਵੀਏਸ਼ਨ ਮਿਨਿਸਟਰ ਮਿਸਟਰ ਹਰਦੀਪ ਪੁਰੀ ਵੱਲੋਂ ਜੋ ਇਸ ਵਕਤ ਤਾਜ਼ਾ ਜਾਣਕਾਰੀ ਮਿਲ ਰਹੀ ਹੈ, ਭਾਰਤ 13 ਹੋਰ ਮੁਲਕਾਂ ਦੇ ਨਾਲ ਆਪਣੀਆਂ ਫਲਾਈਟਸ ਚਲਾਉਣ ਲਈ ਇਸ ਵਕਤ ਗੱਲਬਾਤ ਕਰ ਰਿਹਾ ਤਾਂ ਕਿ ਜਿਹੜਾ 에ਅਰ ਬਬਲ ਹੋਰ ਅੱਗੇ ਤੱਕ ਐਕਸਪੈਂਡ ਕੀਤਾ ਜਾ ਸਕੇ। ਇਹ 13 ਕੰਟਰੀਜ਼ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਆਸਟ੍ਰੇਲੀਆ, ਇਟਲੀ, ਜਾਪਾਨ, ਨਿਊਜ਼ੀਲੈਂਡ, ਨਾਈਜੀਰੀਆ, ਬਹਿਰੀਨ, ਇਜ਼ਰਾਈਲ, ਕੀਨੀਆ, ਫਿਲੀਪੀਨਸ, ਰਸ਼ੀਆ, ਸਿੰਗਾਪੁਰ, ਸਾਊਥ ਕੋਰੀਆ ਤੇ ਥਾਈਲੈਂਡ ਸ਼ਾਮਿਲ ਨੇ। ਇਸ ਤੋਂ ਇਲਾਵਾ ਜਿਹੜੇ ਭਾਰਤ ਦੇ ਗੁਆਂਢੀ ਮੁਲਕ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਨੇਪਾਲ ਤੇ ਭੂਟਾਨ, ਇਹਨਾਂ ਨਾਲ ਵੀ ਫਲਾਈਟਸ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ। ਸੋ 13 ਹੋਰ ਦੇਸ਼ਾਂ ਦੇ ਨਾਲ ਇਸ ਵਕਤ 에ਅਰ ਬਬਲ ਸਥਾਪਿਤ ਕਰਨ ਦੇ ਲਈ ਗੱਲਬਾਤ ਕੀਤੀ ਜਾ ਰਹੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਸ ਵਕਤ 5ਵਾਂ ਫੇਜ਼ ਚੱਲਦਾ ਪਿਆ ਤੇ 6ਵੇਂ ਫੇਜ਼ ਦੀ ਸ਼ੁਰੂਆਤ ਬਹੁਤ ਛੇਤੀ ਹੋਣ ਜਾ ਰਹੀ ਹੈ। ਜੀ ਸਰ। ਤਰਨ, ਉਹ US, ਦਿੱਲੀ, ਨਿਊਯਾਰਕ, ਮੁੰਬਈ, ਨਿਊਯਾਰਕ, ਦਿੱਲੀ, ਵਾਸ਼ਿੰਗਟਨ, ਦਿੱਲੀ, ਸ਼ਿਕਾਗੋ ਤੇ ਦਿੱਲੀ, ਸੈਨ ਫਰਾਂਸਿਸਕੋ, ਇਹਦੇ ਵਿੱਚ ਇਹ ਨਵੀਆਂ ਫਲਾਈਟਾਂ ਇਹਨਾਂ ਥਾਵਾਂ ਤੇ ਜਾਇਆ ਕਰਨਗੀਆਂ ਜੀ। ਔਰ 145 ਫਲਾਈਟਾਂ ਨੇ, ਸੌਰੀ ਮੈਂ ਪਿਛਲੇ ਵਾਰੀ ਨੰਬਰ ਇਸ ਮਾਮਲੇ 'ਚ ਕਰ ਗਿਆ ਸੀਗਾ, 145 ਫਲਾਈਟਾਂ ਨੇ ਟੋਟਲ ਜਿਹੜੀਆਂ ਕਿ ਇਸ ਮਾਮਲੇ ਦੇ ਵਿੱਚ ਜਾਣਗੀਆਂ ਜੀ। ਔਰ ਇਹ ਚੰਗੀ ਗੱਲ ਆ, ਐਕਚੁਅਲੀ ਇਹ ਤੋਂ ਵੀ ਵੱਧ ਚਾਹੀਦੀਆਂ ਨੇ। ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ, ਠੀਕ ਆ ਸਾਡਾ ਕੈਨੇਡਾ ਦੇ ਨਾਲ ਬਬਲ ਇੰਡੀਆ ਨੇ ਕਰ ਲਿਆ, ਇੱਥੋਂ ਫਲਾਈਟਸ ਵਾਲੇ ਉਨੀਆਂ ਆਉਣਗੀਆਂ। ਔਨ ਟਾਪ ਆਫ ਦੈਟ ਕੈਨੇਡਾ ਗੌਰਮੈਂਟ ਵੀ ਹਲੇ ਬਹੁਤੀਆਂ ਫਲਾਈਟਸ ਨੂੰ ਅਲਾਓ ਨਹੀਂ ਕਰ ਰਹੀ। ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਕਰ ਰਹੀ। ਹਾਲਾਂਕਿ ਯੂਰਪੀਅਨ ਕੰਟਰੀਜ਼ ਨੇ, ਯੂਰਪੀਅਨ ਯੂਨੀਅਨ ਨੇ ਰਿਕੁਐਸਟ ਕੀਤੀ ਹੈਗੀ ਹੈ ਵੀ ਜਿਹੜੇ ਸਾਡੇ ਬੰਦੇ ਯੂਰਪ 'ਚੋਂ ਆਉਂਦੇ ਆ ਕੈਨੇਡਾ ਦੇ ਵਿੱਚ, ਤੁਸੀਂ ਉਹਨਾਂ ਨੂੰ ਕੁਆਰੰਟੀਨ ਨਾ ਕੀਤਾ ਜਾਇਆ ਕਰੇ। ਪਰ ਕੈਨੇਡੀਅਨ ਗਵਰਨਮੈਂਟ ਹਜੇ ਜਾਂ ਤਾਂ ਡਰਦੀ ਹੈ ਜੀ, ਇਸ ਗੱਲ ਨੂੰ ਅਜੇ ਮੰਨੀ ਨਹੀਂ। ਪਰ ਜਦ ਤੱਕ ਸਾਡੇ ਫਲਾਈਟਾਂ ਨਹੀਂ ਆਉਣ ਲੱਗਣਗੀਆਂ ਉਦੋਂ ਤੱਕ ਇਕਨੋਮੀ ਦੇ ਚੱਲਣ ਦੇ ਬਹੁਤ ਔਖਾ ਕਾਰਨ ਹੈ ਜੀ। ਸਪੈਸ਼ਲੀ US ਦੀ ਹਾਲਤ ਮਾੜੀ ਹੈ। US ਦਾ ਸਾਡੇ 'ਤੇ ਅਸੀਂ ਬਹੁਤ ਡਿਪੈਂਡ ਕਰਦੇ ਹਾਂ ਜੀ। ਜਦ ਤੱਕ US ਵਾਲੀਆਂ ਫਲਾਈਟਸ ਇੱਥੇ ਨਹੀਂ ਆਉਣਗੀਆਂ, ਜਿਹੜੇ ਲੋਕ ਇੱਥੇ ਖਾਸ ਕਰਕੇ 에ਅਰਲਾਈਨ ਇੰਡਸਟਰੀ ਨਾਲ ਸੰਬੰਧਿਤ ਨੇ, ਅੱਗੇ 에ਅਰਪੋਰਟਸ 'ਤੇ ਕੰਮ ਕਰਦੇ ਨੇ, ਉਹਨਾਂ ਵਾਸਤੇ ਅਜੇ ਮੁਸ਼ਕਲ ਹੈ ਜੀ। ਬਿਲਕੁਲ ਜੀ। ਉੱਥੇ ਦੂਜੇ ਪਾਸੇ ਸੁਣਨ 'ਚ ਆਇਆ ਕਿ 23 ਭਾਰਤੀ ਜਿਹੜੇ ਨੇ UAE 에ਅਰਪੋਰਟ ਦੇ ਉੱਤੇ ਸਟਕ ਹੋ ਗਏ ਨੇ। ਕੁਝ ਡਾਕੂਮੈਂਟਸ ਦੇ ਵਿੱਚ ਉਲਝਣ ਦੇ ਚੱਲਦਿਆਂ ਉਹਨਾਂ ਨੂੰ ਉੱਥੇ ਹੀ ਰੋਕ ਲਿਆ ਗਿਆ, ਜਿਸ ਦੇ ਕਰਕੇ ਜਿਹੜਾ ਆ ਉਹ ਅਜੇ ਅੱਗੇ ਆਪਣੀ ਡੈਸਟੀਨੇਸ਼ਨ ਤੱਕ ਨਹੀਂ ਪਹੁੰਚ ਪਾ ਰਹੇ। ਜੀ ਸਰ।
ਉਹ 23 ਪੈਸੇਂਜਰ ਨੇ ਤਰਨ, ਉਹਨਾਂ ਜੋ 5 ਅਬੂ ਧਾਬੀ ਉਤਰੇ ਨੇ ਤੇ 18 ਸ਼ਾਰਜਾ ਉਤਰੇ ਨੇ ਜੀ। ਇਸ ਕਰਕੇ ਉਹਨਾਂ ਦੇ ਜਿਹੜੇ ਪ੍ਰੋਬਲਮ ਇਹ ਹੈ ਤਰਨ, ਜਿਹੜੇ ਉਹਨਾਂ ਦਾ ਪੇਪਰ ਵਰਕ ਸੀਗਾ ਉਹਦੇ ਵਿੱਚ ਕੋਈ ਗ੍ਰੀਨ ਕਲੀਅਰੈਂਸ ਲੈਣੀ ਹੈਗੀ ਆ, ਉਹ ਉਹਨਾਂ ਨੂੰ ਗ੍ਰੀਨ ਕਲੀਅਰੈਂਸ ਨਹੀਂ ਸੀ ਮਿਲੀ ਹੋਈ। ਉਹਦੇ 'ਚ ਉਹਨਾਂ ਨੂੰ ਇੱਕ ਰੈੱਡ ਨੋਟ ਆਇਆ ਸੀਗਾ। ਰੈੱਡ ਨੋਟ ਵੀ ਜਿਹੜਾ ਹੈਗਾ ਲਾਲ ਲਿਖਾਈ ਦੇ ਵਿੱਚ ਲਿਖਿਆ ਹੈ ਜੀ। ਉਹ ਨੋਟ ਇਹ ਸੀਗਾ ਵੀ ਤੁਹਾਨੂੰ ਅਸੀਂ ਜਿਵੇਂ ਜਿਵੇਂ ਚੇਂਜਸ ਆਉਣਗੇ ਤੁਹਾਨੂੰ ਇਨਫੋਰਮ ਕਰ ਦਾਂਗੇ, ਪਰ ਉੱਤੇ ਇਹ ਨਹੀਂ ਸੀ ਲਿਖਿਆ ਕਿ ਤੁਸੀਂ ਜਾ ਨਹੀਂ ਸਕਦੇ। ਪਰ ਉਹਨਾਂ ਨੇ, ਮੈਨੂੰ ਇੱਕ ਗੱਲ ਤਾਂ ਸਮਝ ਨਹੀਂ ਆਈ ਕਿ 에ਅਰਲਾਈਨ ਨੇ ਉਹਨਾਂ ਨੂੰ ਪਿਕ ਕਿਉਂ ਕੀਤਾ, ਰਾਈਟ? ਉੱਥੋਂ ਤਾਂ ਪਿਕ ਕਰ ਲਿਆ, ਹੁਣ ਉਹ ਅੰਦਰ ਜਾ ਨਹੀਂ ਸਕਦੇ ਹੈ, ਉੱਥੋਂ ਉਹਨਾਂ ਨੂੰ ਵਾਪਸ ਆਉਣਾ। ਔਰ 에ਅਰਲਾਈਨਾਂ ਇਹੀ ਕਹਿ ਰਹੀਆਂ ਨੇ ਉਹਨਾਂ ਨੂੰ ਜੇ ਵਾਪਸ ਆਉਣਾ ਪਵੇਗਾ, ਤੁਸੀਂ ਲੈ ਕੇ ਗਏ ਹੋਏ ਅਗਲੇ ਦਾ, ਤੁਸੀਂ ਦੇਖੋ ਨਾ ਅਗਲੇ ਦਾ ਕਿਰਾਇਆ ਲੱਗਿਆ, ਪੈਸੇ ਲੱਗੇ ਨੇ, ਟਾਈਮ ਵੇਸਟ ਹੋਇਆ, ਸਾਰਾ ਸਕੈਜੂਲ ਮਿਸ ਹੋਇਆ ਅਗਲੇ ਦਾ। ਤੁਸੀਂ ਇਹ, ਮੈਨੂੰ ਇਸ ਗੱਲ 'ਤੇ ਜ਼ਰੂਰ ਹੈਰਾਨੀ ਹੋਈ ਹੈ ਕਿ 에ਅਰਲਾਈਨ ਨੇ ਪਹਿਲਾਂ ਤਾਂ ਜਾਣ ਨਹੀਂ ਦਿੱਤਾ। ਅੱਜ ਕੱਲ੍ਹ 에ਅਰਲਾਈਨ ਸਾਰਾ ਕੁਛ ਚੈੱਕ ਕਰਕੇ, ਸਾਰੇ ਡਾਕੂਮੈਂਟਸ ਚੈੱਕ ਕਰਕੇ ਦੈਨ ਦੇ ਲੈਟ ਯੂ ਔਨ ਦ ਪਲੇਨ। ਐਸੀ ਗੱਲ ਬਹੁਤ ਘੱਟ ਹੁੰਦੀ ਹੈ, ਪਰ ਇਹ ਵਿਚਾਰੇ 23 ਜਣੇ ਆ, ਇਹਨਾਂ ਨੂੰ ਵਾਪਸ ਇੰਡੀਆ ਜਾਣਾ ਪਵੇਗਾ, ਜਿਹੜੇ ਹਿਸਾਬ 'ਚ ਹੁਣ ਤੱਕ ਖਬਰ ਆਈ ਹੈ ਜੀ। ਜੀ ਬਿਲਕੁਲ। ਸੋ ਜਦੋਂ ਵੀ ਤੁਸੀਂ ਕਿਸੇ ਮੁਲਕ ਵੱਲ ਨੂੰ ਰਵਾਨਾ ਹੁੰਦੇ ਹੋ, ਟਿਕਟਸ ਬੁੱਕ ਕਰਵਾਈਆਂ ਹੋਈਆਂ ਨੇ, ਤਾਂ ਇੱਕ ਵਾਰੀ ਮੇਕ ਸ਼ੋਰ ਕਰ ਲਵੋ ਸਾਰੇ ਡਾਕੂਮੈਂਟਸ ਤੁਹਾਡੇ ਕੋਲ ਪੂਰੇ ਹੋਣੇ ਚਾਹੀਦੇ ਨੇ, ਕਿਉਂਕਿ ਜੇਕਰ ਤੁਹਾਡਾ ਇੱਕ ਵੀ ਡਾਕੂਮੈਂਟ ਮਿਸਿੰਗ ਹੋਇਆ ਤਾਂ ਤੁਹਾਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ, ਤੁਹਾਡੀ ਟਿਕਟ ਵੇਸਟ ਜਾਏਗੀ, ਤੁਹਾਨੂੰ ਵਾਪਸ ਭੇਜ ਦਿੱਤਾ ਜਾਏਗਾ। ਸਰ ਐਵੇਂ ਦੀ ਤੁਹਾਨੂੰ ਦੱਸ ਦੇਵਾਂ, ਅੱਜ ਇੱਕ ਐਗਜ਼ਾਮਪਲ ਦੇਖਣ ਨੂੰ ਮਿਲੀ ਆ। ਮਾਰਨਿੰਗ ਅਸੀਂ ਪ੍ਰੋਗਰਾਮ ਕਰ ਰਹੇ ਸੀਗੇ ਇੱਕ ਇਮੀਗ੍ਰੇਸ਼ਨ ਨਾਲ ਰੈਲੀਵੈਂਟ। ਸੋ ਕਿਸੇ ਨੇ ਨਿਊਜ਼ ਸਾਡੀ ਦੇਖ ਕੇ, ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹਾਫ ਦੇਖ ਕੇ ਸਟੂਡੈਂਟ ਨੇ ਟਿਕਟ ਲੈ ਲਈ ਤੇ ਇੱਥੇ ਪਹੁੰਚ ਗਏ। ਉਹਨਾਂ ਕੋਲ ਇੱਕ ਆਪਸ਼ਨ ਹੁੰਦਾ ਸਟੂਡੈਂਟਸ ਕੋਲੇ ਕਿ ਜੇ ਤੁਹਾਡਾ ਬ੍ਰੌਡਬੈਂਡ ਮਤਲਬ ਨੈਟ ਤੁਹਾਡਾ ਕੰਮ ਨਹੀਂ ਕਰ ਰਿਹਾ ਜਾਂ ਫਿਰ ਤੁਹਾਨੂੰ ਰਾਤ ਦੀਆਂ ਕਲਾਸਿਸ ਤੋਂ ਪ੍ਰੋਬਲਮ ਆ, ਤਾਂ ਤੁਸੀਂ ਆ ਸਕਦੇ ਹੋ, ਆਪਣੀ ਕਾਲਜ ਦੀ ਪਰਮਿਸ਼ਨ ਲੈ ਕੇ ਤੁਸੀਂ ਕੈਨੇਡਾ ਲੈਂਡ ਕਰ ਸਕਦੇ ਹੋ। ਪਰ ਇਹਦੇ ਲਈ ਤੁਹਾਡੇ ਕੋਲ ਵੈਲਿਡ ਪ੍ਰੂਫ ਹੋਣੇ ਜ਼ਰੂਰੀ ਨੇ ਕਿ ਤੁਹਾਡਾ ਬ੍ਰੌਡਬੈਂਡ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੈਗਾ। ਸੋ ਇਸ ਚੱਕਰ ਦੇ ਵਿੱਚ ਉਹਨਾਂ ਨੇ ਪੂਰੀ ਖਬਰ ਸੁਣੀ ਨਹੀਂ ਹੈਗੀ, ਸਿਰਫ ਇੰਨੀ ਕੁ ਗੱਲ ਸੁਣੀ, ਉਹਨਾਂ ਕੋਲ ਕੋਈ ਪ੍ਰੋਪਰ ਪ੍ਰੂਫਸ ਨਹੀਂ ਹੈਗੇ ਸੀ ਤੇ ਸਿੱਧਾ ਇੱਥੇ ਆ ਗਏ। ਉਸ ਤੋਂ ਬਾਅਦ ਕਿਹਾ ਗਿਆ ਕਿ ਤੁਹਾਡੀ ਵੀਡੀਓਜ਼ ਦੇਖੀਆਂ ਗਈਆਂ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਬ੍ਰੌਡਬੈਂਡ ਦੀ ਗੱਲ ਕਰਕੇ ਤੇ ਇੱਥੇ ਲੈਂਡ ਕਰ ਸਕਦੇ ਹੋ, ਪਰ ਇਮੀਗ੍ਰੇਸ਼ਨ ਆਫੀਸਰ ਸਬੂਤ ਮੰਗਦੇ ਆ। ਸੋ ਤੁਹਾਡੇ ਕੋਲ ਜਦੋਂ ਵੀ ਤੁਸੀਂ ਕਿਸੇ ਮੁਲਕ ਵਿੱਚ ਜਾਂਦੇ ਹੋ, ਖਾਸ ਤੌਰ ਤੇ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਸਬੂਤ ਪ੍ਰੋਪਰ ਨਾਲ ਲੈ ਕੇ ਤੁਰੋ, ਜੋ ਤੁਹਾਡੀ ਡਾਕੂਮੈਂਟੇਸ਼ਨ ਹੈ ਕਿ ਉਹ ਵੀ ਪੂਰੀ ਨਾਲ ਲੈ ਕੇ ਤੁਰੋ। ਸਰ ਇਧਰੋਂ ਗੱਲ ਕਰੀਏ, ਜੇ ਇੱਥੋਂ ਕਿਸੇ ਨੇ ਵਾਪਸ ਆਪਣੇ ਮੁਲਕ ਵਿੱਚ ਜਾਣਾ, ਸੁਣਨ ਚ ਆ ਰਿਹਾ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਕਰਨ ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ, ਜਿਹੜੇ ਆਸਟ੍ਰੇਲੀਆ 'ਚ ਲੋਕ ਆਏ ਸੀਗੇ, ਉਹਨਾਂ ਨੂੰ ਬਹੁਤ ਦੇਰ ਕਈ ਘੰਟੇ ਉੱਥੇ 24 ਘੰਟੇ ਬਹਿਣਾ ਪਿਆ, ਐਸੀ ਹਾਲਤ ਹੋਈ ਸੀਗੀ। ਪਰ ਹੁਣ ਜਿਹੜੀ ਐਵਰੇਜ ਹੈਗੀ ਆ, ਜਿਹਨੇ ਵੀ ਜੋ ਵੀ ਇੰਡੀਆ ਜਾ ਰਿਹਾ ਜੀ, ਤਕਰੀਬਨ 8 ਘੰਟੇ ਮਨ 'ਚ ਲੈ ਕੇ ਚੱਲੋ ਕਿ ਤੁਹਾਨੂੰ ਏਅਰਪੋਰਟ 'ਤੇ 8 ਘੰਟੇ ਟਾਈਮ ਜ਼ਰੂਰ ਲੱਗਦਾ ਹੈਗਾ, ਕਿਉਂਕਿ ਰਸ਼ ਬੜਾ ਹੈਗਾ। ਬੰਦੇ ਭਾਰਤ ਜਿਹੜੀਆਂ ਫਲਾਈਟ ਥਾਂ ਤੋਂ ਜਾ ਰਹੀਆਂ, ਔਰ ਗੱਲ ਐਸੀ ਹੁੰਦੀ ਹੈ ਤਾਂ ਕਿ ਉਹ ਇੱਕੋ ਟਾਈਮ 'ਤੇ ਜਾਂਦੀ ਹੈ ਮੇਰੇ ਖਿਆਲ, ਤਾਂ ਹੀ ਇੱਥੇ ਇਹਨਾਂ ਪਰ ਜਿਹੜੇ 8 ਘੰਟੇ ਵੀ ਲੱਗਦੇ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੀ ਜ਼ਿਆਦਾ ਕਿਉਂ ਲੱਗ ਰਹੀ ਹੈ। ਪਰ ਉਹਦੇ 'ਚ ਇੱਕ ਗੱਲ ਜ਼ਰੂਰੀ ਹੈ, ਜਾਣ ਤੋਂ ਪਹਿਲਾਂ ਜੀ ਤੁਸੀਂ ਚੈੱਕ ਕਰਕੇ ਜਾਣਾ। ਫਾਰਮ ਹੈਗਾ ਆਨਲਾਈਨ, ਤੁਸੀਂ ਉਹ ਭਰਨਾ ਪੈਂਦਾ ਜੀ, ਤੁਸੀਂ ਪਹਿਲਾਂ 72 ਘੰਟੇ ਪਹਿਲਾਂ ਤੁਹਾਨੂੰ ਭਰਨਾ ਪਵੇਗਾ। ਔਰ ਉਹ 'ਤੇ ਜਿਹੜੀਆਂ ਵੀ ਕੰਡੀਸ਼ਨਾਂ ਨੇ ਪਲੀਜ਼ ਉਹਨਾਂ ਨੂੰ ਪੂਰਾ ਕਰੋ। ਹੋ ਸਕਦਾ ਤੁਹਾਨੂੰ ਉਹ 'ਤੇ ਇਹ ਕਿਹਾ ਹੋਵੇ ਕੋਵਿਡ ਨਾ ਕੋਵਿਡ ਹੋਣ ਦਾ, ਨੈਗੇਟਿਵ ਦਾ ਤੁਹਾਡੇ ਕੋਲ ਸਰਟੀਫਿਕੇਟ ਚਾਹੀਦਾ, ਜਿੱਥੋਂ ਦਾ ਚਾਹੀਦਾ ਤੁਹਾਡੇ ਕੋਲੇ ਉਹ ਸਾਰਾ ਡਾਕੂਮੈਂਟਸ, ਔਰ ਜਿੰਨੇ ਟਾਈਮ ਦੇ ਵਿੱਚ ਉਹ ਚਾਹੀਦਾ ਜੀ ਉਹਦੇ ਵਿੱਚ ਪੂਰਾ ਹੋਣਾ ਚਾਹੀਦਾ। ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਕੇ ਜਾਓ। 8 ਘੰਟੇ ਤੁਹਾਨੂੰ ਜ਼ਰੂਰ ਲੱਗਣੇ ਆ, ਪਰ ਇਹ ਤਾਂ ਲੱਗਣੇ ਜੇ ਤੁਹਾਡੇ ਸਾਰੇ ਡਾਕੂਮੈਂਟਸ ਠੀਕ ਹੈਗੇ ਨੇ। ਸੋ ਪਲੀਜ਼, ਜਿਵੇਂ ਤਰਨ ਨੇ ਪਹਿਲਾਂ ਗੱਲ ਕਹੀ ਸੀ, ਜਦੋਂ ਵੀ ਟਿਕਟ ਲੈਣੀ ਆ ਤੁਸੀਂ ਆਪਦੀ ਕਨਫਰਮੇਸ਼ਨ ਕਰਕੇ, ਪਤਾ ਕਰਕੇ ਕੀ ਕੰਡੀਸ਼ਨਸ ਨੇ, ਉਹਨਾਂ ਕੰਡੀਸ਼ਨਾਂ ਪੂਰਾ ਕਰਕੇ ਫਿਰ ਤੁਸੀਂ ਟਰੈਵਲ ਕਰੋ ਜੀ। ਜੀ ਬਿਲਕੁਲ। ਉਧਰ ਅਗਲੀ ਖਬਰ ਸਾਹਮਣੇ ਆਈ ਹੈ ਇਸ ਵਕਤ, ਦਿੱਲੀ ਸਥਿਤ ਜਿਹੜੀ ਕੈਨੇਡੀਅਨ ਅੰਬੈਸੀ ਹੈ ਜੀ 31 ਤਰੀਕ ਤੱਕ, 31 ਅਗਸਤ ਤੱਕ ਬੰਦ ਕਰ ਦਿੱਤੀ ਗਈ ਹੈ। ਸੋ ਕਿਰਪਾ ਕਰਕੇ ਜਿਹੜੇ ਵੀ ਇਸ ਵਕਤ ਵੀਜ਼ਾ ਸੈਂਟਰਸ ਨੇ ਕੈਨੇਡਾ ਦੇ ਇੰਡੀਆ ਦੇ ਵਿੱਚ, ਉਹ ਬੰਦ ਕਰ ਦਿੱਤੇ ਗਏ ਨੇ। ਜੇਕਰ ਤੁਸੀਂ ਪਾਸਪੋਰਟ ਲਈ ਅਪਲਾਈ ਕੀਤਾ ਆ ਜਾਂ ਫਿਰ ਤੁਸੀਂ ਵੀਜ਼ਾ ਦੀਆਂ ਅਰਜ਼ੀਆਂ ਭੇਜ ਰਹੇ ਹੋ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਨੂੰ, ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡੀਅਨ ਅੰਬੈਸੀ ਬੰਦ ਹੋ ਚੁੱਕੀ ਹੈ 31 ਅਗਸਤ ਤੱਕ। ਤੇ ਉਹਨਾਂ ਨੇ ਨਾਲ ਦੀ ਨਾਲ ਜੇ ਕੋਈ ਐਵੇਂ ਦੀਆਂ ਇਸ ਵਕਤ ਤੁਸੀਂ ਅਰਜ਼ੀਆਂ ਭੇਜ ਰਹੇ ਹੋ ਤਾਂ ਉਹ ਵਾਪਸ ਭੇਜੀਆਂ ਜਾ ਰਹੀਆਂ ਨੇ। ਸੋ ਇਸ ਵਕਤ 31 ਅਗਸਤ ਤੱਕ ਕੋਈ ਵੀ ਅਰਜ਼ੀ, ਕੋਈ ਵੀ ਪਾਸਪੋਰਟ ਅਜੇ ਨਾ ਭੇਜਿਓ। ਬਿਲਕੁਲ ਜੀ, ਸਤਪਾਲ ਜੌਹਰ ਉਹਨਾਂ ਦੀ ਖਬਰ ਆਈ ਸੀ ਆਪਾਂ ਨੂੰ, ਉਹਨਾਂ ਨੇ ਇਹ ਦੱਸਿਆ ਜੀ ਕਿ 31 ਅਗਸਤ ਤੱਕ, ਜਿਵੇਂ ਤੁਸੀਂ ਗੱਲ ਕੀਤੀ ਹੈ, ਈਵਨ ਜਿਹੜਾ ਕੁਝ ਤੁਸੀਂ ਭੇਜਿਆ ਜੀ ਉਹ ਵੀ ਵਾਪਸ ਆ ਰਿਹਾ। ਉਹ ਕੋਈ ਪੈਕੇਜ ਖੋਲ ਨਹੀਂ ਰਹੇ, ਕੋਈ ਕੁਛ ਨਹੀਂ ਕਰ ਰਹੇ, ਤੁਹਾਡੇ ਪੈਕੇਜਸ ਉਵੇਂ ਦੇ ਉਵੇਂ ਵਾਪਸ ਆ ਰਹੇ। ਸੋ ਬੀ ਕੇਅਰਫੁਲ। ਇਸ ਕਰਕੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਤਰਨ, ਅੱਜ ਕੱਲ੍ਹ ਕੋਈ ਏਡੀ ਗੱਲ ਹੈ ਨਹੀਂ ਗੀ, ਈਮੇਲ ਦੇ ਜਵਾਬ ਜ਼ਰੂਰ ਆਉਂਦੇ ਨੇ। ਤੁਸੀਂ ਪਹਿਲਾਂ ਜੋ ਕੁਝ ਵੀ ਕਰ ਲੱਗੇ, ਕਿਉਂਕਿ ਕੋਵਿਡ ਦਾ ਜ਼ਮਾਨਾ ਇਸ ਵੇਲੇ, ਇਹ ਨਹੀਂ ਪਤਾ ਕਿੱਥੇ ਕਿਹੜਾ ਆਫਿਸ ਖੁੱਲ੍ਹਾ ਜਾਂ ਬੰਦ ਹੈ, ਜਾਂ ਕਿੰਨੇ ਘੰਟੇ ਵਾਸਤੇ ਖੁੱਲ੍ਹਦਾ, ਜਾਂ ਕਿੰਨਾ ਬੈਕਲੌਗ ਆ। ਸੋ ਮਸਟ ਚੈੱਕ ਵਿਦ ਐਨੀ ਆਫਿਸ, ਕਿਸੇ ਵੀ ਥਾਂ ਤੇ ਉਹਨੂੰ ਜ਼ਰੂਰ ਚੈੱਕ ਕਰੋ ਕਿ ਕੀ ਮੈਂ ਕਰਨਾ ਚਾਹੁੰਦਾ, ਤਾਂ ਕੀ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ, ਜਾਂ ਟਾਈਮ ਕਿੰਨਾ ਲੱਗਿਆ। ਸੋ ਬੀ ਕੇਅਰਫੁਲ ਜੀ। ਬਿਲਕੁਲ। ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੇ ਇਸ ਦਾ ਰੀਜ਼ਨ ਕੀ ਹੈ ਕਿ ਇਸ ਨੂੰ ਕਰੋਨਾ ਵਾਇਰਸ ਤੇ ਚੱਲਦਿਆਂ ਬੰਦ ਕੀਤਾ ਗਿਆ। ਸੋ ਇਸ ਦੇ ਬਾਰੇ ਹਜੇ ਪੂਰੀ ਜਾਣਕਾਰੀ ਸਾਨੂੰ ਪ੍ਰਾਪਤ ਨਹੀਂ ਹੋਈ ਹੈ। ਸੋ ਸਤਪਾਲ ਸਿੰਘ ਜੌਹਰ
ਚੋਹਲ ਦੀ ਰਿਪੋਰਟ ਦੇ ਮੁਤਾਬਿਕ ਜੋ ਹਜੇ ਤੱਕ ਸਾਨੂੰ ਖਬਰ ਸਾਹਮਣੇ ਆਈ ਹੈ ਉਹ ਇਹ ਹੈ ਕਿ 31 ਅਗਸਤ ਤੱਕ ਦਿੱਲੀ ਸਥਿਤ ਜਿਹੜੀ ਕੈਨੇਡੀਅਨ ਐਮਬੈਸੀ ਆ ਵੀਜ਼ਾ ਸੈਂਟਰਸ ਨੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ। ਕੋਈ ਵੀ ਅਜੇ ਉੱਥੇ ਵਰਕ ਨਹੀਂ ਹੋ ਰਿਹਾ। ਸੋ ਆਪਣੇ ਪਾਸਪੋਰਟਸ ਫॉर ਵੀਜ਼ਾ ਜਾਂ ਫਿਰ ਆਪਣੀਆਂ ਕੋਈ ਵੀ ਐਪਲੀਕੇਸ਼ਨਸ ਅਜੇ ਉੱਥੇ ਨਾ ਭੇਜੋ। ਸਾਰੀਆਂ ਐਪਲੀਕੇਸ਼ਨਸ ਇਸ ਵਕਤ ਮੁੜ ਕੇ ਵਾਪਸ ਆ ਰਹੀਆਂ ਨੇ। ਕਈ ਵਾਰੀ ਵਾਪਸੀ ਨੂੰ ਵੀ ਟਾਈਮ ਲੱਗ ਜਾਂਦਾ ਹੈ ਕਿਉਂਕਿ ਅਸੀਂ ਗੱਲ ਕਰੀਏ ਪੋਸਟਲ ਸਰਵਿਸਿਜ਼ ਦੀ, ਅਜੇ ਉਹਨਾਂ ਦੇ ਵਿੱਚ ਵੀ ਕਾਫੀ ਡਿਲੇਸ ਚੱਲ ਰਹੇ ਨੇ। ਸੋ ਇਸ ਲਈ ਖੱਜਲ ਖੁਆਰੀ ਤੋਂ ਬਚਣ ਲਈ ਅਜੇ ਕੋਈ ਵੀ ਆਪਦੇ ਡਾਕੂਮੈਂਟਸ ਜਿਹੜੇ ਆ ਉਹ ਨਾ ਭੇਜੇ ਜਾਣ। ਸਰ ਇਸ ਤੋਂ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਅਸੀਂ। ਇਸ ਵਕਤ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ US ਤੋਂ ਖਬਰ ਸਾਹਮਣੇ ਆ ਰਹੀ ਹੈ। US ਦੇ ਵਿੱਚ ਕਾਫੀ ਸਰ ਇਸ ਵਕਤ ਘਮਾਸਾਨ ਮਚਿਆ ਹੋਇਆ ਤੇ ਮਿਸਟਰ ਡੋਨਾਲਡ ਟਰੰਪ ਦੀ ਗੱਲ ਕਰ ਲਈ ਜਾਵੇ, ਉਹਨਾਂ ਦੇ ਅਗੇਂਸਟ ਹੁਣ ਉਹਨਾਂ ਦੀ ਪਾਰਟੀ ਦੇ ਬੰਦੇ ਹੀ ਹੋ ਰਹੇ ਨੇ। ਨੇ ਪਹਿਲਾਂ ਤਾਂ ਵੈਸੇ ਲੱਗਦਾ ਸੀਗਾ ਵੀ ਕੁਝ ਗੱਲਾਂ ਆ ਰਹੀਆਂ ਸੀਗਾ ਕਿ ਸ਼ਾਇਦ ਕੁਝ ਟਰੰਪ ਐਡਮਿਨਿਸਟ੍ਰੇਸ਼ਨ ਦੇ ਬੰਦੇ ਜਿਵੇਂ 41 ਬੰਦੇ ਸੀ ਮੇਰੇ ਖਿਆਲ ਉਹ ਕਹਿੰਦੇ ਅਸੀਂ ਕੰਮ ਕਰਾਂਗੇ, ਲੱਗਦਾ ਸੀ ਕਿ ਕਰਾਂਗੇ, ਹੋ ਸਕਦਾ ਵੈਸੀ ਗੱਲ ਹੁੰਦੀ। ਪਰ ਜੀ ਆਹ ਹੁਣ ਡੈਮੋਕ੍ਰੈਟਸ ਦੀ ਕਨਵੈਨਸ਼ਨ ਚੱਲ ਰਹੀ ਹੈ ਇਸ ਵੇਲੇ, ਉਸ ਕਨਵੈਨਸ਼ਨ ਦੇ ਵਿੱਚ ਬਾਈਡਨ ਸਾਹਿਬ ਨੂੰ ਨੋਮੀਨੇਟ ਕਰਨਾ ਤੇ ਉਹ ਕੱਲ ਮਿਸ਼ੇਲ ਓਬਾਮਾ ਦਾ ਬਹੁਤ ਵੱਡੀ 18-19 ਮਿੰਟ ਦੀ ਸਪੀਚ ਸੀਗੀ ਜੀ, ਬੜੀ ਇੰਪ੍ਰੈਸਿਵ ਸਪੀਚ ਸੀਗੀ ਜਿਹੜੀ ਕਿ ਟੋਟਲੀ ਅਗੇਂਸਟ ਮਿਸਟਰ ਟਰੰਪ ਸੀ। ਨੈਚੁਰਲੀ ਆ ਡੈਮੋਕ੍ਰੈਟਸ ਉਹਨਾਂ ਨੇ ਬੋਲਣਾ, ਪਰ ਟਰੰਪ ਸਾਹਿਬ ਦੇ ਅਗੇਂਸਟ ਬੋਲਣਾ ਬਹੁਤ ਸੌਖਾ ਜੀ। ਬਹੁਤ ਕੁਛ ਮੁੱਦਾ ਜਿਹੜੀ ਹਰ ਗੱਲ ਤੇ ਕੋਈ ਇਹਨਾਂ ਨੇ ਪੁਆਇੰਟਸ ਸੀ ਇਹਨਾਂ ਦਿੱਤੇ ਹੋਏ ਨੇ, ਉਹਨਾਂ ਨੇ ਤੇ ਜਿਹੜੀ ਗੱਲ ਕੀਤੀ ਹੈ ਜੀ। ਤੇ ਔਰ ਉੱਥੇ ਕਈ ਪੁਰਾਣੇ ਰਿਪਬਲਿਕਨਸ ਉਹਨਾਂ ਨੇ ਡੈਮੋਕ੍ਰੇਟਸ ਨੂੰ ਜੁਆਇਨ ਕੀਤਾ ਅਗੇਂਸਟ ਟਰੰਪ। ਮੇਬੀ ਦੇ ਆਰ ਨਾਟ joining the Democratic Party, ਪਰ ਦੇ ਆਰ ਅਗੇਂਸਟ ਮਿਸਟਰ ਟਰੰਪ। ਔਰ ਜੋ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੀ ਹੈਲਪ ਕਰਨ ਵਾਸਤੇ ਬੜਾ ਪੁਰਾਣੇ ਗਵਰਨਰ ਹੈ ਜੀ ਓਹਾਈਓ ਦੇ ਜੌਨ ਕੈਸ਼, ਇਹਨਾਂ ਨੇ ਐਡਮਿਟ ਕੀਤਾ ਜੀ ਇਹ ਵੀ ਅਸੀਂ ਡੈਮੋਕ੍ਰੇਟ ਦੇ ਵਿੱਚ ਅਸੀਂ ਜੋ ਬਾਈਡਨ ਦੀ ਮਦਦ ਕਰਾਂਗੇ। ਜੇ ਤਰਨ ਇਸ ਕੈਲੀਬਰ ਦੇ ਬੰਦੇ ਇਕੱਲੇ ਇੱਕ ਹੀ ਨਾਂ ਲਿਆ ਜੀ, ਇਹਦੇ ਨਾਲ ਤੇ ਬਹੁਤ ਹੋਰ ਨੇ। ਇਸ ਕੈਲੀਬਰ ਦੇ ਬੰਦੇ ਜੇ ਜੁਆਇਨ ਕਰ ਰਹੇ ਆ ਡੈਮੋਕ੍ਰੇਟਸ ਨੂੰ ਤਾਂ ਮੇਰਾ ਨਹੀਂ ਖਿਆਲ ਹੈ ਕਿ ਮਿਸਟਰ ਡੋਨਾਲਡ ਟਰੰਪ ਉਹਨਾਂ ਨੂੰ ਆਪਦੀ ਪ੍ਰੈਜ਼ੀਡੈਂਸੀ ਬਚਾਉਣੀ ਬਹੁਤ ਔਖੀ ਹੋਵੇਗੀ ਜੀ। ਜਦੋਂ ਆਪਣੇ ਤੁਹਾਡੇ ਬੰਦੇ ਪਹਿਲਾਂ ਤਾਂ ਤੁਹਾਡਾ ਜਿਹੜੇ ਪਿਛਲੇ ਉਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਸੀਗੇ ਜੀ ਬੁਸ਼ ਸਾਹਿਬ, ਉਹਨਾਂ ਦੀ ਇਨਰ ਸਰਕਲ ਦੇ 41 ਬੰਦੇ ਤੁਹਾਡੇ ਅਗੇਂਸਟ ਕੰਮ ਕਰ ਰਹੇ ਆ ਤੇ ਹੁਣ ਹੋਰ ਇਹ ਲੋਕ ਇਸ ਨੂੰ ਜੁਆਇਨ ਕਰ ਰਹੇ ਤੇ ਡੋਨਾਲਡ ਟਰੰਪ ਚਾਹੇ ਕਿੰਨਾ ਕੁਛ ਕਰੀ ਜਾਣ, ਮੈਨੂੰ ਲੱਗਦਾ ਤਾਂ ਹੀ ਇਹ ਮੇਲਨ ਦਾ ਕੁਛ ਨਾ ਕੁਛ ਜੁਗਾੜ ਕਰਨ ਨੂੰ ਫਿਰਦੇ ਸੀਗੇ ਜੀ। ਆਈ ਡਾਊਟਡ ਕਿ ਇਹਨਾਂ ਨੂੰ ਆਪਦੀ ਪ੍ਰੈਜ਼ੀਡੈਂਸੀ ਬਚਾਉਣੀ ਮੈਨੂੰ ਲੱਗਦਾ ਵੀ ਬਹੁਤ ਮੁਸ਼ਕਲ ਹੋ ਜਾਏਗੀ। ਬਿਲਕੁਲ ਉਹਦਾ ਸਰ US ਦੇ ਵਿੱਚ ਪੋਸਟਲ ਸਰਵਿਸਿਜ਼ ਨੂੰ ਲੈ ਕੇ ਵੀ ਕਹਿੰਦੇ ਕਾਫੀ ਵਿਵਾਦ ਚੱਲ ਰਿਹਾ ਤੇ ਉੱਥੋਂ ਦੇ ਹੁਣ ਜਿਹੜੇ ਆ ਪੋਸਟ ਮਾਸਟਰ ਜਨਰਲ ਉਹਨਾਂ ਦੀ ਵੀ ਕੋਈ ਅਨਾਉਂਸਮੈਂਟ ਸਾਹਮਣੇ ਆਈ ਹੈ। ਸਰ ਪੋਸਟ ਮਾਸਟਰ ਜਨਰਲ ਨੇ ਹੁਣ ਤੱਕ ਪੈਰ ਨਹੀਂ ਸੀ ਲੱਗਣ ਦਿੱਤੇ ਕਿਸੇ ਦੇ, ਔਰ ਜਿਹੜੀਆਂ ਡਿਲੇਜ਼ ਆ ਰਹੀਆਂ ਸੀ, ਕੁਝ ਵੀ ਆ ਰਿਹਾ ਸੀ, ਆਪਾਂ ਗੱਲ ਕੀਤੀ ਸੀ ਕਿ ਇਹਨਾਂ ਦੇ ਡੋਨਾਲਡ ਟਰੰਪ ਸਾਹਿਬ ਦੇ ਨਾਲ ਬੜੇ ਵਧੀਆ ਸੰਬੰਧ ਨੇ। 2017 ਤੋਂ ਲੈ ਕੇ $2.3 ਮਿਲੀਅਨ ਤੋਂ ਉੱਪਰ ਇਹ ਉਹਨਾਂ ਨੂੰ ਕੰਟਰੀਬਿਊਟ ਕਰ ਚੁੱਕੇ ਨੇ ਔਰ ਉਹਨਾਂ ਦੇ ਮਰਜ਼ੀ ਮੁਤਾਬਕ ਹੀ ਚੱਲ ਰਹੇ ਸੀਗੇ ਕਿ ਜਿਹੜੀ ਮੇਲ-ਇਨ ਸਰਵਿਸ ਹੈ ਸਰ, ਕਿਉਂਕਿ ਕੋਵਿਡ-19 ਕਰਕੇ ਲੋਕੀ ਹੁਣ ਨਹੀਂ ਵੋਟ ਪਾਉਣੀ ਜਾਣਾ ਚਾਹੁੰਦੇ, ਸੋ ਤੁਸੀਂ ਰਿਕੁਐਸਟ ਕਰਦੇ ਹੋ ਕਿ ਮੈਨੂੰ ਘਰੇ ਮੇਲ ਨਾਲ ਜਾਣੀ ਚਾਹੀਦੀ, ਮੈਂ ਮੇਲ ਰਾਹੀਂ ਵੋਟ ਪਾ ਦਿਆਂਗਾ। ਉਹ ਡਿਲੇ ਹੋ ਰਹੀ ਹੈ, ਡਿਲੇ ਹੋਣ ਕਰਕੇ ਔਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਤਰ੍ਹਾਂ ਜਿਹੜੀ ਇਲੈਕਸ਼ਨ ਡੇ ਤੋਂ ਪਹਿਲਾਂ ਵੋਟ ਆਏਗੀ ਉਹੀ ਕਾਊਂਟ ਹੋਣੀਆਂ, ਬਾਅਦ ਵਾਲੀਆਂ ਵੋਟਾਂ ਕਾਊਂਟ ਨਹੀਂ ਹੋਣਗੀਆਂ। ਸੋ ਉਹਦੇ ਵਿੱਚ ਡਿੱਕਾ ਪਾਉਣ ਵਾਸਤੇ ਜੀ ਜਿਹੜੇ ਪੋਸਟ ਮਾਸਟਰ ਜਨਰਲ ਹੈਗੇ ਉਹਨਾਂ ਨੇ ਕੁਛ ਕੀਤਾ ਸੀਗਾ, ਪਰ 20 ਸਟੇਟਾਂ ਨੇ ਆਲਰੇਡੀ ਕੱਟ ਕਰਤਾ ਪੋਸਟ ਮਾਸਟਰ ਜਨਰਲ ਨੂੰ ਕਿ ਤੈਨੂੰ ਅਸੀਂ ਸੂ ਕਰਾਂਗੇ, ਉਹ ਇਹ ਕੰਮ ਨਹੀਂ ਕਰ ਸਕਦਾ, ਡਿਲੇ ਨਹੀਂ ਕਰ ਸਕਦਾ। ਐਂਡ ਉਹਨਾਂ ਦਾ ਜੀ ਬਿਆਨ ਅੱਜ ਆ ਗਿਆ ਕਿ ਮੈਂ ਕੋਈ ਵੀ ਡਿਲੇ ਨਹੀਂ ਕਰਾਂਗਾ, ਜੋ ਕੁਛ ਵੀ ਹੋ ਰਿਹਾ ਇਹ ਬਿਲਕੁਲ ਐਵੇਂ ਹੋਏਗਾ। ਐਂਡ ਵੀ ਆਰ ਕੈਪੇਬਲ ਆਫ ਡਿਲੀਵਰਿੰਗ ਆਲ ਦਾ ਮੇਲ ਇਨ ਬੈਲਟਸ। ਉਹਨਾਂ ਨੇ ਅੱਜ ਇਹ ਬਿਆਨ ਦਿੱਤਾ। I hope he stands by his statement as well। ਇਹ ਨਹੀਂ ਪਤਾ ਵੀ ਸ਼ਾਇਦ ਡੋਨਾਲਡ ਟਰੰਪ ਸਾਹਿਬ ਨੇ ਕਿਹਾ ਕੁਛ ਹੋ ਰਿਹਾ ਤੇ ਹੋ ਕੁਛ ਹੋ ਰਿਹਾ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਜੇ ਅਜਿਹੀ ਗੱਲ ਹੋਈ ਹੈ ਤਾਂ ਛੇਤੀ ਕਿਤੇ ਜਿਹੜਾ ਮੇਲਨ ਦੇ ਵਿੱਚ ਹੁਣ ਬੈਲਟਸ ਪੈਣਗੇ। ਔਰ ਪਹਿਲੇ ਟਰੰਪ ਸਾਹਿਬ ਹੀ ਕਹਿ ਰਹੇ ਨੇ ਕਿ ਹੇਰਾਫੇਰੀ ਹੋਏਗੀ, ਹੁਣ ਤੱਕ ਹੇਰਾਫੇਰੀ ਹੋਈ ਨਹੀਂ। ਟਰੰਪ ਸਾਹਿਬ ਨੇ ਆਪ ਮੇਲ ਰਾਹੀਂ ਵੋਟਾਂ ਪਾਈਆਂ ਨੇ, ਹੁਣ ਫੇਰ ਰਿਕੁਐਸਟ ਕੀਤੀਆਂ ਹੋਈਆਂ ਨੇ ਤੇ ਉਸੇ ਸਿਸਟਮ ਨੂੰ ਉਹ ਮੰਦਾ ਕਰ ਰਹੇ ਨੇ। ਮੈਨੂੰ ਸਮਝ ਨਹੀਂ ਆ ਰਹੀ ਕਿਹੜੇ ਪਾਸੇ। ਇੱਕ ਤੁਹਾਨੂੰ ਹੋਰ ਗੱਲ ਦੱਸਾਂ ਤਾਂ ਟਰੰਪ ਸਾਹਿਬ ਦੇ ਹੱਥ ਬੜੇ ਛੋਟੇ ਨੇ, ਐਵਰੇਜ ਜਿੰਨਾ ਇਹਨਾਂ ਕਰਦਾ ਨਾ ਉਹਦੇ ਮੁਤਾਬਕ ਜੀ ਨੋਟ ਕਰੋ, ਇਹਨਾਂ ਦੇ ਹੱਥ ਛੋਟੇ ਨੇ ਜੀ। ਜੀ ਬਿਲਕੁਲ। ਤੇ ਉਧਰੋਂ ਨਿਊਜ਼ੀਲੈਂਡ ਤੋਂ ਵੀ ਹੁਣ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਚੁੱਕੇ ਨੇ। ਕੋਰੋਨਾ ਵਾਇਰਸ ਦੇ ਲਈ ਜਦੋਂ ਨਿਊਜ਼ੀਲੈਂਡ ਨੇ ਕਦਮ ਚੁੱਕੇ ਸੀ ਤਾਂ ਸਭ ਪਾਸੇ ਤਾਰੀਫ ਹੋਈ, ਹਾਲਾਂਕਿ ਨਿਊਜ਼ੀਲੈਂਡ ਵਿੱਚ ਮੁੜ ਤੋਂ ਕੋਰੋਨਾ ਵਾਇਰਸ ਦੇ ਕੇਸਿਸ ਸਾਹਮਣੇ ਆ ਗਏ ਨੇ। ਉਧਰੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਮਿਸਟਰ ਟਰੰਪ ਨੂੰ ਕਾਫੀ ਖੋਟੀ ਸੁਣਾਈ ਹੈ। ਦੇਖੋ ਜੀ ਜਸਿੰਡਾ ਆਰਡਨ ਨੇ ਜਿਹੜੀ ਗੱਲ ਕੀਤੀ ਹੈ ਜੀ, ਦੇਖੋ ਜੋ ਇਹੋ ਜਿਹੀ ਗੱਲ ਕਰਨੀ ਹੈ ਤਾਂ ਤਕਲੀਫ ਤਾਂ ਹੋਏਗੀ। ਤੁਸੀਂ ਟਰੰਪ ਸਾਹਿਬ ਇੱਕ ਰੈਲੀ ਦੇ ਵਿੱਚ ਕਹਿ ਰਹੇ ਜੀ ਨਿਊਜ਼ੀਲੈਂਡ ਦਾ ਵੀ ਬਹੁਤ ਬੁਰਾ ਹਾਲ ਹੋ ਗਿਆ, ਉੱਥੇ ਵੀ ਬਸ ਪੁੱਛੋ ਨਾ। ਨਿਊਜ਼ੀਲੈਂਡ ਹੀ ਸੀਗਾ ਜਿਹੜਾ ਕਹਿੰਦਾ ਸੀ ਅਸੀਂ ਕੰਟਰੋਲ ਕੀਤਾ ਹੈ, ਅਸੀਂ
ਪਰ ਕਹਿੰਦਾ ਉੱਥੇ ਵੀ ਬਹੁਤ ਬੁਰਾ ਹਾਲ ਆ। ਨਿਊਜ਼ੀਲੈਂਡ ਦੀ ਫਿਰ ਪ੍ਰਾਈਮ ਮਿਨਿਸਟਰ ਨੂੰ ਜੀ ਇਹ ਗੱਲ ਚੰਗੀ ਨਹੀਂ ਲੱਗੀ। ਹੁਣ ਤੱਕ ਤਰਨ ਨਿਊਜ਼ੀਲੈਂਡ ਦੇ ਵਿੱਚ 1293 ਕੇਸ ਹੋਏ ਨੇ, 22 ਡੈਥਸ ਹੋਈਆਂ ਨੇ, ਤੇ ਯੂਐਸ ਦੇ ਵਿੱਚ 5.2 ਮਿਲੀਅਨ ਕੇਸਿਸ ਹੋਏ ਨੇ, 1,70,000 ਡੈਥਸ ਹੋਈਆਂ ਨੇ। ਔਰ ਉਹਨਾਂ ਨੇ ਕਿਹਾ ਟਰੰਪ ਨੂੰ, ਉਹਨਾਂ ਨੇ ਜਿਹੜੀ ਆਪਣੀ ਪੰਜਾਬੀ ਭਾਸ਼ਾ 'ਚ ਕਹੀ ਹੈ ਵੀ ਬਕਵਾਸ ਹੈ ਜੀ ਜੋ ਕੁਛ ਕਰ ਰਿਹਾ ਹੈਗਾ। ਮੈਂ ਤੁਹਾਨੂੰ ਪਰਸੈਂਟੇਜ ਵੀ ਦੱਸ ਦਿੰਦਾ ਜੀ ਕਿੰਨੀ ਹੋਈ ਹੈ। ਨਿਊਜ਼ੀਲੈਂਡ ਦੇ ਵਿੱਚ ਜੀ 1 ਲੱਖ ਲੋਕਾਂ ਦੇ ਪਿੱਛੇ 0.4 ਹੈਗਾ ਜੀ ਜਿਹੜਾ ਡੈਥ ਰੇਟ ਹੈ ਜੀ। ਤੇ ਯੂਨਾਈਟਿਡ ਸਟੇਟ ਦੇ ਵਿੱਚ 1 ਲੱਖ ਦੇ ਪਿੱਛੇ 5.21 ਡੈਥ ਰੇਟ ਹੈ। ਇਮੈਜਿਨ ਕਰੋ। ਔਰ ਟਰੰਪ ਸਾਹਿਬ ਦਾ ਰੈਲੀਆਂ ਦੇ ਵਿੱਚ ਇਹ ਜਾ ਕੇ ਕਹਿਣਾ ਨਿਊਜ਼ੀਲੈਂਡ ਦਾ ਬਹੁਤ ਬੁਰਾ ਹਾਲ ਆ, ਨੈਚੁਰਲੀ ਹੈ ਕਿਉਂਕਿ ਜਸਿੰਡਾ ਆਰਡਨ ਰਾਈਟ ਨਾਓ ਸ਼ੀ ਇਜ਼ ਇਨ ਦਾ ਉੱਥੇ ਇਲੈਕਸ਼ਨ ਐਜ਼ ਵੈਲ। ਉਹ ਤਾਂ ਇਹ ਜੀ ਗੱਲ ਤਾਂ ਉਹਦੇ ਅਗੇਂਸਟ ਜਾਂਦੀ ਹੈ ਜੀ। ਉਹਨੇ ਇਸੇ ਗੱਲ ਨੂੰ ਕੋਈ ਸੌਖਾ ਨਹੀਂ ਲਿਆ। ਔਰ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਡੋਨਲਡ ਟਰੰਪ ਸਾਹਿਬ ਨੂੰ ਭੁਰਕੀ ਦਿੱਤੀ ਹੈ ਭਾਈ ਤੁਸੀਂ ਜਿਹੜੀ ਚੀਜ਼ ਆ ਆਪਦੇ ਕੋਲ ਹੀ ਰੱਖੋ, ਸਾਨੂੰ ਜਿਹੜਾ ਅਸੀਂ ਕਰਦੇ ਹਾਂ ਸਾਨੂੰ ਕਰੀ ਜਾਣ ਦਿਓ। ਬਿਲਕੁਲ ਜੀ। ਉਧਰ ਕਿਹਾ ਜਾ ਰਿਹਾ ਕਿ ਥੋੜੀ ਜੀ ਅਗਲੀ ਖਬਰ ਵੱਲ ਵਧੀਏ ਤਾਂ ਡਰੱਗ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ, ਯਾਨੀ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ 2 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਦੋਵੇਂ ਹੀ ਪੰਜਾਬੀ ਨੇ, ਉਹ ਵੀ ਮਹਿਜ਼ 19 ਸਾਲਾਂ ਦੇ। ਤਰਨ ਕਮਾਲ ਦੀ ਗੱਲ ਆ। ਜਗਤਜੋਤ ਖਰੋੜ ਤੇ ਅਮਨ ਚੋਪੜਾ ਨੇ ਜੀ, ਇਹ 2 ਨਾਂ ਨੇ ਜਿਹੜੇ ਸਾਡੇ ਕੋਲ ਆਏ ਨੇ ਜੀ। ਕਿੱਧਰ ਨੂੰ ਜਾ ਰਹੇ ਹਾਂ ਅਸੀਂ ਚਾਹੁੰਦੇ ਸੀ ਕਿ ਸਾਡੀਆਂ ਜਿਹੜੀਆਂ ਖਬਰਾਂ ਨੇ ਚੰਗੇ ਪਾਸੇ ਨੂੰ ਆਉਣੀਆਂ ਚਾਹੀਦੀਆਂ। ਠੀਕ ਹੈ, ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਵੱਧ ਗਈ ਹੈ, ਪਰ ਇਹ ਜਿਹੜੇ ਡਰੱਗ ਦੇ ਅੱਗੇ ਸਾਡੇ ਤੇ ਕਈ ਕ੍ਰਾਸ ਬਾਰਡਰ ਦੇ ਵਿੱਚ ਵੀ ਇਹੋ ਜਿਹੇ ਬੜੇ ਦੋਸ਼ ਲੱਗੇ ਆ। ਹੁਣ ਵੀ ਕਈ ਵਾਰੀ ਡਰ ਲੱਗਦਾ ਹੁੰਦਾ ਤਰਨ, ਕੋਈ ਐਸੀ ਖਬਰ ਆਉਂਦੀ ਹੈ ਜੀ ਕ੍ਰਾਸ ਬਾਰਡਰ ਦੀ ਹੁੰਦੀ ਤੇ ਕਿਤੇ ਇਉਂ ਲੱਗਦਾ ਵੀ ਕਿਤੇ ਸਾਡਾ ਇੰਡੀਅਨ ਓਰੀਜਨ ਦਾ ਕੋਈ ਡਰਾਈਵਰ ਨਾ ਹੋਵੇ, ਡਰ ਲੱਗਦਾ ਹੁੰਦਾ ਜਿਹੀਆਂ ਗੱਲਾਂ ਤੋਂ। ਹੁਣ ਘਰ ਦੇ ਵਿੱਚ ਹੀ ਹੈਗੇ ਜੀ, ਬੋਲਟਨ ਦੇ ਵਿੱਚ 2 ਜਾਣੇ ਆ, ਜਗਜੋਤ ਖਰੋੜ ਤੇ ਅਮਨ ਚੋਪੜਾ ਸਾਹਿਬ ਹੈ ਜੀ। ਸਾਨੂੰ ਸਤਪਾਲ ਜਾਲ ਉਹਨਾਂ ਨੇ ਇਹਦਾ ਸਾਨੂੰ ਇਨਫੋਰਮੇਸ਼ਨ ਭੇਜੀ। ਬਿਲਕੁਲ ਜੀ। ਕਹਿੰਦੇ ਇਹਨਾਂ ਦੇ ਵੇਚਣ ਲਈ ਜਿਹੜੀ ਭੰਗ ਰੱਖੀ ਸੀ ਉਹ ਵੀ ਫੜ ਲਈ ਗਈ ਹੈ। ਇਹਨਾਂ ਕੋਲੋਂ 2 ਫੋਨ ਫੜੇ ਗਏ ਨੇ ਤੇ ਨਾਲ $1800 ਦੀ ਨਕਦੀ ਵੀ ਫੜੀ ਗਈ ਹੈ। ਐਵੇਂ ਤਰਨ ਕੀ ਕੀਤਾ ਜਾਵੇ, ਕਈ ਵਾਰੀ ਅਫਸੋਸ ਹੁੰਦਾ, ਜੀ ਨਹੀਂ ਕਰਦਾ ਜੀ ਅਜਿਹੀਆਂ ਖਬਰਾਂ ਕਰਨ ਨੂੰ, ਦੱਸਣ ਨੂੰ, ਪਰ ਫਿਰ ਵੀ ਕਿਉਂਕਿ ਸਾਡੀ ਜੌਬ ਹੈ ਜੀ ਇਹ ਕਮਿਊਨਿਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਉਹ ਸਾਨੂੰ ਦੱਸਣੀਆਂ ਪੈਂਦੀਆਂ ਨੇ। ਅਗਲੀ ਵੀ ਸਾਡੀ ਕਮਿਊਨਿਟੀ ਦੇ ਨਾਲ ਦੀ ਹੋਈ ਹੈ ਜੀ, ਹੈ ਇੱਥੋਂ ਦੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲ ਇੰਡੀਆ ਦੀ ਖਬਰਾਂ ਦਾ ਟਾਈਮ ਹੀ ਨਹੀਂ ਜੀ ਹੁੰਦਾ ਐਕਚੁਅਲੀ, ਸੋ ਅਸੀਂ ਜਿਹੜੀਆਂ ਇੱਥੇ ਦੀਆਂ ਖਬਰਾਂ ਨੇ ਅਸੀਂ ਉਹ ਵਾਸਤੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ। ਬਿਲਕੁਲ ਜੀ। ਅਜਿਹੀ ਮਿਲਦੀ ਖਬਰ ਹੈ, ਹਾਲਟਨ ਪੁਲਿਸ ਨੇ ਗਲਤੀ ਦੇ ਨਾਲ ਜੇਲ੍ਹ 'ਚੋਂ ਇੱਕ ਕੈਦੀ ਨੂੰ ਰਿਹਾ ਕਰ ਦਿੱਤਾ ਜੋ ਕਿ ਆਪਣਾ ਹੀ ਸੀ, ਅੰਮ੍ਰਿਤਪਾਲ ਸਿੰਘ ਔਜਲਾ 28 ਸਾਲ ਦਾ। ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਤਾਂ ਗਲਤੀ ਨਾਲ ਜੇਲ੍ਹ 'ਚੋਂ ਕਿਸੇ ਹੋਰ ਕੈਦੀ ਨੂੰ ਛੱਡ ਦਿੱਤਾ। ਹੁਣ ਉਸ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ। ਤੁਸੀਂ ਟੀਵੀ ਸਕਰੀਨ ਤੇ ਉਹਨਾਂ ਦੀ ਫੋਟੋ ਵੀ ਦੇਖ ਸਕਦੇ ਹੋ। ਅਸਾਲਟ ਰਿਲੇਟਡ ਚਾਰਜਸ ਲੱਗੇ ਸੀਗੇ ਜੀ ਮਈ 2018 ਦੇ ਵਿੱਚ, ਔਰ ਇਹਨਾਂ ਨੂੰ ਗਲਤੀ ਦੇ ਨਾਲ ਛੱਡ ਦਿੱਤਾ ਗਿਆ ਜੀ। ਇਹਨਾਂ ਦਾ 170 ਪਾਉਂਡ ਭਾਰ ਹੈ, ਇੱਦਾਂ ਇਹਨਾਂ ਦਾ ਕੱਦ ਹੈਗਾ ਜੀ। ਤੇ ਇਹਨਾਂ ਨੇ ਜਦੋਂ ਉੱਥੋਂ ਆਏ ਨੇ ਜੀ, ਵੈਂਟ ਔਨ ਫੁੱਟ, ਟੌਮੀ ਹਿਲਫਿਗਰ ਦੇ ਉਹਦੀ ਟਰੈਕ ਸੂਟ ਪਾਇਆ ਸੀਗਾ ਜੀ, ਔਰ ਜਿਹੜੀ ਫਰੰਟ ਦੇ ਉੱਤੇ ਆ ਟੌਮੀ ਹਿਲਫਿਗਰ ਦਾ ਬਹੁਤ ਵੱਡਾ ਲੋਗੋ ਬਣਿਆ ਹੈ ਜੀ। ਇਹ ਪੁਲਿਸ ਕਹਿੰਦੀ ਹੈ ਜੀ ਉਹਨਾਂ ਨੇ ਗਲਤੀ ਨਾਲ ਛੱਡ ਦਿੱਤੇ ਨੇ, ਪਰ ਇਹ ਗਲਤੀ ਵੀ ਇਹ ਹੋਣੀ ਨਹੀਂ ਚਾਹੀਦੀ। ਕਿਉਂ ਹੋਈ ਹੈ, ਕਿਸੇ ਦਾ ਇਹਦੇ ਵਿੱਚ ਕਸੂਰ ਤਾਂ ਜ਼ਰੂਰ ਹੈਗਾ। ਜਿਹੜੇ ਇਹਨਾਂ ਨੇ ਚਲੇ ਵੀ ਗਏ ਹੈਗੇ ਆ, ਮੇਰੇ ਖਿਆਲ ਔਜਲਾ ਸਾਹਿਬ ਦੇ ਅਗੇਂਸਟ ਜਾਏਗੀ ਜੀ ਗੱਲ, ਜਾਂ ਤਾਂ ਇਹਨਾਂ ਵਾਪਸ ਚਲੇ ਜਾਣਾ ਚਾਹੀਦਾ, ਕਿਉਂਕਿ ਇਹ ਹਮੇਸ਼ਾ ਕਾਊਂਟ ਹੋਏਗੀ। ਇਹਨਾਂ ਦੇ ਜਿਹੜੀ ਕੈਦ ਵਾਲਾ ਸਮਾਂ ਸੀਗਾ ਉਹ ਸਮਾਂ ਐਕਸਟੈਂਸ਼ਨ ਹੋਏਗਾ, ਰੈਕਡ ਦੇ ਵਿੱਚ ਹੋਰ ਖਰਾਬ ਹੋਏਗਾ। ਮੇਰੇ ਖਿਆਲ ਹੈ ਜੀ ਇਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ। ਬਿਲਕੁਲ ਜੀ। ਤੇ ਸਰ ਅਜਿਹੀ ਖਬਰ ਸਾਹਮਣੇ ਆਈ ਹੈ ਜਿਹਨੂੰ ਸੁਣ ਕੇ ਕੁਝ ਸਮੇਂ ਲਈ ਬੰਦਾ ਖੁਸ਼ ਵੀ ਹੁੰਦਾ ਹੈ ਤੇ ਉਸ ਤੋਂ ਬਾਅਦ ਨਿਰਾਸ਼ ਵੀ ਹੋ ਸਕਦਾ ਆ। ਕਿਸੇ ਦੇ ਅਕਾਊਂਟ ਦੇ ਵਿੱਚ ਸਿਟੀ ਬੈਂਕ ਵੱਲੋਂ ਗਲਤੀ ਦੇ ਨਾਲ US$ ਮਿਲੀਅਨਸ ਆਫ ਡਾਲਰਸ ਜਿਹੜੇ ਉਹ ਪਾ ਦਿੱਤੇ ਗਏ ਨੇ ਤੇ ਹੁਣ ਵਾਪਸ ਮੰਗੇ ਜਾ ਰਹੇ ਨੇ। ਥੋੜਾ ਹੀ ਹੈ ਤਰਨ, ਵੈਸੇ ਮੇਰਾ ਤਾਂ ਬੜਾ ਵਧੀਆ ਗੁਜ਼ਾਰਾ ਹੋ ਜਾਏ ਇੰਨੇ ਕੁ ਦੇ ਨਾਲ। $175 ਮਿਲੀਅਨ ਹੈ ਜੀ। ਇਹ ਬ੍ਰਿਗੇਡ ਕੈਪੀਟਲ ਮੈਨੇਜਮੈਂਟ ਹੈ ਜੀ, ਉਹਨਾਂ ਨੂੰ ਇਹਨਾਂ ਨੇ ਇਹਦਾ 10ਵਾਂ ਹਿੱਸਾ ਨਹੀਂ ਸੀ ਭੇਜਣਾ, ਗਲਤੀ ਦੇ ਨਾਲ 175 ਮਿਲੀਅਨ ਭੇਜ ਦਿੱਤਾ ਜੀ। ਕਿਉਂਕਿ ਜਿਹੜੀ ਬ੍ਰਿਗੇਡ ਮੈਨੇਜਮੈਂਟ ਹੈਗੀ ਆ, ਅੱਗੇ ਇਹਨਾਂ ਦਾ ਜਿਹੜੀ ਰੈਵਲਨ ਕੰਪਨੀ ਹੈ ਜੀ, ਮੇਕਅਪ ਦਾ ਸਮਾਨ ਵਗੈਰਾ ਵੇਚਦੀ ਹੈ ਲੇਡੀਜ਼ ਦਾ, ਉਹਦੇ ਵਿੱਚ ਉਹਦਾ ਕੋਈ ਕਰਜ਼ੇ ਦੀ ਗੱਲ ਸੀਗੀ। ਉਹਦਾ ਸਿਰਫ ਜਿਹੜੀ ਕਿਸ਼ਤ ਦੇਣੀ ਸੀਗੀ, ਵਿਆਜ ਦੀ ਕਿਸ਼ਤ ਦੇਣੀ ਸੀਗੀ, ਤੇ ਪਰ ਉਹ ਗਲਤੀ ਦੇ ਨਾਲ ਜੀ 175 ਮਿਲੀਅਨ ਚਲਾ ਗਿਆ। ਤੇ ਹੁਣ ਜਿਹੜੀ ਬ੍ਰਿਗੇਡ ਮੈਨੇਜਮੈਂਟ ਹੈਗੀ ਜੀ ਉਹ ਕਹਿੰਦੇ ਅਸੀਂ ਤਾਂ ਮੋੜਨੇ ਨਹੀਂ ਹੈ। ਹਾਲਾਂਕਿ ਕਹਿੰਦੇ ਉਹਨਾਂ ਦੀ ਈਮੇਲਸ ਦੇ ਵਿੱਚ ਮੰਨਿਆ ਹੈ ਵੀ ਇਹ ਕਲੈਰੀਕਲ ਮਿਸਟੇਕ ਹੈਗੀ ਆ, ਪਰ ਅਜੇ ਉਹਨਾਂ ਦਾ ਮੋੜਨ ਦਾ ਇਰਾਦਾ ਕੋਈ ਨਹੀਂ ਹੈ ਜੀ। ਦੇਖੋ, ਵੱਡੀਆਂ ਫਰਮਾਂ ਨੇ,
ਉਹਨਾਂ ਤੋਂ ਮੁੜਾਉਣੇ ਬੜੇ ਔਖੇ ਆ। ਜੇ ਤੁਹਾਡੇ ਮੇਰੇ ਵਰਗੇ ਕੋਲੇ ਆਏ ਹੁੰਦੇ ਤਾਂ ਸਾਡੇ ਤਾਂ ਗਲ ਗੁੱਠਾ ਦੇ ਰਹਿਣਾ ਸੀ ਬੈਂਕ ਨੇ। ਮੈਂ ਪੁੱਛਣ ਹੀ ਲੱਗੀ ਸੀ ਸਰ, ਜੇ ਮੇਰੇ ਵਰਗੀ ਦੇ ਅਕਾਊਂਟ 'ਚ ਆ ਜਾਏ ਕੀ ਮੈਨੂੰ ਮੋੜਨੇ ਪੈਣਗੇ? ਬਿਲਕੁਲ ਜੀ, ਨਹੀਂ ਉਹਦਾ ਇੱਕ ਢੰਗ ਹੈਗਾ ਤਰਨ, ਉਹ ਸਾਰੇ ਦੇ ਸਾਰੇ ਪੈਸੇ ਕਢਾ ਲਓ ਤੇ ਆਪਦਾ ਫੋਨ ਕਰ ਦਿਓ ਬੰਦ ਤੇ ਟਿਕਟ ਲਓ ਤੇ ਹੋਰ ਬਚ ਜਾਓ। ਹਾਂਜੀ, ਤੁਹਾਨੂੰ ਫੋਲੋ ਕਰਨ ਦੀ ਲੋੜ ਨਹੀਂ ਜੀ, ਮੈਂ ਜਸਟ ਜੋਕਿੰਗ। ਵਿਜੇ ਮਾਲਿਆ ਬਣ ਜਾਓ ਸੈਕਿੰਡ। ਜਾਣਦੀ ਐਕਚੁਅਲੀ ਜੇ ਤੁਸੀਂ ਪੈਸੇ ਗਲਤੀ ਨਾਲ ਆਉਂਦੇ ਆ ਨਾ ਤਰਨ, ਤੁਹਾਡੇ ਅਕਾਊਂਟ 'ਚ ਆ ਜਾਂਦੇ ਨੇ ਤੇ ਤੁਸੀਂ ਕਢਾ ਲੈਂਦੇ ਹੋ, ਤੁਸੀਂ ਵਰਤ ਵੀ ਲੈਂਦੇ ਹੋ, ਤੁਹਾਨੂੰ ਵਾਪਸ ਕਰਨੇ ਪੈਣਗੇ ਜੀ। ਇਹ ਤੁਹਾਡੇ ਪੈਸੇ ਨਹੀਂ ਹੁੰਦੇ, ਔਰ ਜੇ ਗਲਤੀ ਨਾਲ ਆਏ ਹੋਏ ਨੇ ਤਾਂ ਤੁਹਾਨੂੰ ਵਾਪਸ ਕਰਨੇ ਪੈਂਦੇ। ਹਾਂ, ਜਿਹੜੀ ਇਹ ਗੱਲ ਹੈਗੀ ਇਹਦੇ 'ਚ ਹੋਰ ਨਹੀਂ ਪਤਾ, ਕਾਨੂੰਨੀ ਅੜਚਣਾਂ ਕੁਝ ਹੋਰ ਵੀ ਹੋਣਗੀਆਂ ਤਰਨ, ਕਿਉਂਕਿ ਇਹ ਇੱਕ ਔਖਾ ਮਸਲਾ ਨਹੀਂ ਹੈ ਤਰਨ। ਉਹਨਾਂ ਨੇ ਪੈਸੇ ਅੱਗੇ ਕਿਸੇ ਹੋਰ ਚੀਜ਼ ਵਾਸਤੇ ਦੇਣੇ ਸੀਗੇ ਔਰ ਉਹਨਾਂ ਨੇ ਡਾਇਰੈਕਟਲੀ ਉਹਨੂੰ ਪੇਮੈਂਟ ਕੀਤੀ ਹੋਈ ਹੈ। ਸੋ ਇਟਸ ਗੋਇੰ ਟੂ ਬੀ ਕੰਪਲਿਕੇਟਡ। ਅਖੀਰ ਪੈਸੇ ਤਾਂ ਜਿਹੜੇ ਵਾਧੂ ਆਏ ਜੀ ਉਹ ਤਾਂ ਮੋੜਨੇ ਪੈਣਗੇ ਜੀ। ਬਿਲਕੁਲ, ਤੇ ਜਿਨ੍ਹਾਂ ਦਾ ਆਪਣਾ ਕੋਈ ਹੱਕ ਹੀ ਨਹੀਂ, ਜੋ ਹੱਕ ਦੀ ਕਮਾਈ ਨਾਲ ਕਮਾਏ ਨਹੀਂ ਹੈਗੇ, ਤੇ ਉਹਨਾਂ ਨੂੰ ਖਰਚ ਵੀ ਕਿਵੇਂ ਸਕਦੇ ਆ। ਸਰ, ਅਗਲੀ ਖਬਰ ਜੀ ਕਹਿੰਦੇ ਕਿ ਇੱਕ ਮਸਜਿਦ ਹੈ ਟੋਰਾਂਟੋ ਦੇ ਵਿੱਚ, ਜਿਹਦੇ ਉੱਤੇ ਕਿ ਲਗਾਤਾਰ ਜੂਨ ਦੇ ਮਹੀਨੇ ਦੀ ਉਹ ਗੱਲ ਕਰੀਏ ਤਾਂ 6 ਵਾਰ ਉਹਦੇ ਉੱਤੇ ਰੇਸਿਸਟ ਅਟੈਕ ਹੋ ਚੁੱਕਿਆ। ਕਦੇ ਖਿੜਕੀਆਂ ਤੋੜ ਦਿੱਤੀਆਂ ਜਾਂਦੀਆਂ ਨੇ, ਕਦੇ ਉੱਥੇ ਗ੍ਰੈਫਿਟੀ ਜਿਹੜੀ ਆ ਹੇਟ ਵਾਲੀ ਸਪੀਚ ਲਿਖੀ ਜਾਂਦੀ ਹੈ, ਕਦੇ ਕੁਝ ਕੀਤਾ ਜਾਂਦਾ। ਸੋ ਲਗਾਤਾਰ ਜੂਨ ਦੇ ਮਹੀਨੇ ਵਿੱਚ ਇਕੱਲੇ 6 ਅਟੈਕ ਦਾ ਸਾਹਮਣਾ ਕਰ ਚੁੱਕੀ ਹੈ ਇਹ ਮਸਜਿਦ, ਤੇ ਹੁਣ ਪ੍ਰੀਮੀਅਰ ਫੋਰਡ ਨੇ ਵੀ ਸਖਤ ਲਹਿਜ਼ੇ ਵਿੱਚ ਇਸ ਹਮਲੇ ਦੀ ਨਿੰਦਾ ਕੀਤੀ ਹੈ। ਟੋਰਾਂਟੋ ਦੇ ਵਿੱਚ ਜੀ ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਜੀ। ਇਹ ਗੱਲ ਹੋਈ ਆ ਉੱਥੇ ਗ੍ਰਾਫਿਟੀ ਉਹਨੂੰ ਕਹਿੰਦੇ ਆ ਤਰਨ, ਕਈਆਂ ਨੂੰ ਮੇਰੇ ਨੂੰ ਨਹੀਂ ਪਤਾ ਹੋਵੇਗਾ, ਜਿਹੜਾ ਬਾਹਰ ਕੰਧਾਂ ਦੇ ਉੱਤੇ ਪੇਂਟ ਦੇ ਨਾਲ ਕੁਝ ਲਿਖ ਦਿੱਤਾ ਜਾਂਦਾ, ਕੋਈ ਫੋਟੋ ਬਣਾ ਦਿੱਤੀ ਜਾਂਦੀ ਆ, ਕੋਈ ਅਜਿਹੀਆਂ ਚੀਜ਼ਾਂ ਲਿਖੀਆਂ, ਉਹਨੂੰ ਗ੍ਰਾਫਿਟੀ ਕਹਿੰਦੇ ਆ ਜੀ। ਉਹਦੀ ਜਿਹੜੀ ਕੰਧਾਂ ਉੱਤੇ ਉਹਨਾਂ ਦੀ ਖਿੜਕੀਆਂ ਦੇ ਖਿੜਕੀਆਂ ਤੋੜ ਦਿੱਤੀਆਂ ਗਈਆਂ ਨੇ, ਕੁਛ ਨਾ ਕੁਛ ਹੁੰਦਾ ਰਿਹਾ। ਹਾਲਾਂਕਿ 5ਵੀਂ ਵਾਰੀ ਜਦੋਂ ਕੇਸ ਹੋਇਆ ਸੀ, ਹੁਣ 6ਵਾਂ ਕੇਸ ਹੋਇਆ ਤਾਂ ਜਦੋਂ 5ਵੀਂ ਵਾਰੀ ਕੇਸ ਹੋਇਆ ਸੀ, ਇੱਕ ਬੰਦਾ ਫੜ ਲਿਆ ਗਿਆ ਜੀ, ਉਹਨੂੰ ਮਿਸਚਿਫ ਦੇ ਵਿੱਚ ਚਾਰਜ ਵੀ ਕਰ ਲਿਆ ਗਿਆ। ਉਸ ਤੋਂ ਮਗਰੋਂ ਫੇਰ ਹੋ ਗਿਆ ਐਂਡ ਇਟਸ ਹੋਰ ਹੋ ਵੀ ਕੀ ਸਕਦਾ ਤਾਂ ਇਟਸ ਹੇਟ ਕ੍ਰਾਈਮ। ਤੁਹਾਨੂੰ ਕੋਈ ਬੰਦਾ ਇਸ ਚੀਜ਼ ਨੂੰ ਪਸੰਦ ਨਹੀਂ ਕਰਦਾ, ਇਸ ਧਰਮ ਦੇ ਨਾਲ ਹੋ ਸਕਦਾ ਸਹਿਮਤ ਨਾ ਹੁੰਦਾ ਹੋਵੇ, ਔਰ ਜਿਹੜੇ ਇਹ ਹੋ ਸਕਦਾ ਇੱਕ ਤੋਂ ਵੱਧ ਹੋਣਗੇ ਜੀ, ਕਿਉਂਕਿ 5ਵੀਂ ਵਾਰ ਤਾਂ ਫੜ ਲਿਆ ਸੀਗਾ ਬੰਦਾ, ਉਸ ਇੱਕ ਤੋਂ ਵੱਧ ਬੰਦੇ ਹੈਗੇ ਆ। ਪਰ ਇਸ ਗੱਲ ਦੇ ਵਿੱਚ ਫੋਰਡ ਸਾਹਿਬ ਨੇ ਜਿਹੜੀ ਸਟੈਂਡ ਲਿਆ ਜੀ, ਮੈਂ ਇਸ ਦੇ ਹੱਕ 'ਚ ਜੀ ਚੰਗੀ ਗੱਲ ਕੀਤੀ ਉਹਨਾਂ ਨੇ, ਕਿਉਂਕਿ ਇੱਥੇ ਹਰ ਇੱਕ ਨੂੰ ਆਪਣਾ ਧਰਮ ਮੰਨਣ ਦੀ ਇਜਾਜ਼ਤ ਹੈ, ਆਪਦੇ ਧਰਮ ਨੂੰ ਫੋਲੋ ਕਰਨ ਦੀ ਇਜਾਜ਼ਤ ਹੈ। ਤੁਸੀਂ ਐਜ਼ ਲੌਂਗ ਐਜ਼ ਤੁਹਾਡਾ ਧਰਮ ਕਿਸੇ ਹੋਰ ਨੂੰ ਤੰਗ ਨਹੀਂ ਕਰਦਾ, ਯੂ ਆਰ ਅਲਾਊਡ ਟੂ ਡੂ ਦੈਟ। ਬਿਲਕੁਲ ਸਰ, ਕੈਨੇਡਾ ਦੀ ਉਹ ਗੱਲ ਕਰੀਏ ਜਿਸ ਮੁਲਕ ਦੇ ਵਿੱਚ ਅਸੀਂ ਹੁਣ ਇਸ ਵਕਤ ਰੇਸਿਸਟ ਅਟੈਕ ਦੀ ਗੱਲ ਕਰ ਰਹੇ ਹਾਂ, ਇਸ ਮੁਲਕ ਦੇ ਵਿੱਚ ਪਿਛਲੇ ਸਾਲ ਦੀ ਉਹ ਗੱਲ ਕਰ ਲਈਏ ਤਾਂ ਇੱਕ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਨੇ, ਇੱਕ ਸਿੱਖ ਨੇ, ਜਿਹੜੇ ਸਾਡੇ ਪ੍ਰਧਾਨ ਮੰਤਰੀ ਰਹੇ ਨੇ ਉਹ ਮਿਸਟਰ ਟਰੂਡੋ ਰਹੇ ਨੇ, ਤੇ ਉਸ ਤੋਂ ਬਾਅਦ ਜਿਹੜੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸੀ ਉਹ ਇੱਕ ਮੁਸਲਿਮ ਸੀ, ਮਿਸਟਰ ਅਹਿਮਦ ਹੁਸੈਨ। ਸੋ ਐਵੇਂ ਦਾ ਕੰਬੀਨੇਸ਼ਨ ਇਸ ਮੁਲਕ ਵਿੱਚ ਵੇਖਣ ਨੂੰ ਮਿਲਿਆ, ਤੇ ਇਸ ਮੁਲਕ ਦੇ ਵਿੱਚ ਹੁਣ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਨੇ। ਹਾਂ ਤਰਨ, ਪਰ ਪਤਾ ਗੱਲ ਕੀ ਹੈ, ਇਹ ਥੋੜੀ ਜਿਹੀ ਪਰਸੈਂਟੇਜ ਹੁੰਦੀ ਆ, ਔਰ ਉਹ ਕਈ ਵਾਰੀ ਸਿਰਫਰੇ ਲੋਕ, ਮੈਂ ਕਹਿੰਦਾ ਹੁੰਦਾ, ਇਹ ਅਜਿਹੀ ਗੱਲ ਕਰਦੇ ਹੈਗੇ ਤੇ ਜਿਹੜੀ ਕਿ ਉਹ ਬਾਕੀ ਦੀ ਕਮਿਊਨਿਟੀ ਵਾਸਤੇ ਵੀ ਇੱਕ ਤਰ੍ਹਾਂ ਦਾ ਧੱਬਾ ਹੁੰਦਾ, ਜਿਹੜੀ ਕਮਿਊਨਿਟੀ ਨੂੰ ਕਈ ਵਾਰੀ ਉਹ ਬਿਲੋਂਗ ਕਰਦੇ ਹੁੰਦੇ ਨੇ। ਹਾਲਾਂਕਿ ਇੱਥੇ ਤੁਸੀਂ ਆਪਾਂ ਇਹੋ ਜਿਹੀ ਗੱਲ ਕੀਤੀ ਹੈ, ਇੱਥੇ ਸਾਰੀਆਂ ਕਮਿਊਨਿਟੀਜ਼ ਖਾਸ ਕਰਕੇ ਜਿਹੜੀ ਮੁਸਲਿਮ ਕਮਿਊਨਿਟੀ ਐਂਡ ਜੂਇਸ਼ ਕਮਿਊਨਿਟੀ ਸਾਰੀਆਂ ਇਕੱਠੀਆਂ ਰਹਿ ਰਹੀਆਂ ਨੇ, ਇੱਥੇ ਰਲ ਕੇ ਰਹਿ ਰਹੀਆਂ ਨੇ। ਵਿੱਚ ਕਿਤੇ ਜਾ ਕੇ ਆਹ ਕੋਈ ਇੱਕ ਅੱਧੀ ਗੱਲ ਹੋ ਜਾਣੀ, ਇਹ ਬਹੁਤ ਮਾੜੀ ਗੱਲ ਹੁੰਦੀ ਆ। ਪਰ ਜਿਹੜੀਆਂ ਬਹੁਤ ਹੀ ਕਮਿਊਨਿਟੀਜ਼ ਨੇ ਤਾਂ ਸਿਆਣੀਆਂ ਨੇ। ਤੁਸੀਂ ਉਹ ਦੇਖੋ, ਇਹ ਉਹ ਨਹੀਂ ਆ ਕੋਈ ਕਿਸੇ ਖਾਸ ਫਿਰਕੇ ਦੇ ਅਗੇਂਸਟ ਮੁਸਲਿਮ ਕੌਂਸਟੇਬਲ ਨੂੰ ਕੋਈ ਗੱਲ ਕਹੀ ਨਹੀਂ ਗਈ ਹੈਗੀ ਆ, ਕਿਸੇ ਨੂੰ ਇਹਨਾਂ ਨੇ ਬਲੇਮ ਨਹੀਂ ਕੀਤਾ ਹੈ। ਔਰ ਤੇ ਕਿਸੇ ਹੋਰ ਜੂਇਸ਼ ਕਮਿਊਨਿਟੀ ਦੇ ਕਈ ਵਾਰੀ ਸਿਨੇਗਾਗਸ ਨੇ ਜੀ, ਉਹਨਾਂ ਤੇ ਇਹੋ ਜਿਹੀ ਗੱਲ ਕਈ ਵਾਰੀ ਹੋ ਜਾਂਦੀ ਆ, ਉਦੋਂ ਵੀ ਅਜਿਹੀਆਂ ਗੱਲਾਂ ਨੂੰ ਰੋਕਿਆ ਜਾਂਦਾ, ਦਬਾਇਆ ਜਾਂਦਾ, ਨਾ ਕਿ ਸੌਰੀ ਟੂ ਸੇ ਦਿਸ ਥਿੰਗ, ਕਈ ਮੁਲਕਾਂ 'ਚ ਉਸ ਨੂੰ ਭੜਕਾਇਆ ਜਾਂਦਾ, ਅੱਗ ਲਾਈ ਜਾਂਦੀ ਹੈ ਜੀ। ਬਿਲਕੁਲ ਜੀ। ਤੇ ਸਰ, ਅਗਲੀ ਖਬਰ ਹੈ ਪੁਲਿਸ ਨੂੰ ਪਾਗਲ ਬਣਾਉਣ ਦੀ ਜਿੱਥੇ ਕੋਸ਼ਿਸ਼ ਕੀਤੀ ਗਈ। ਟੋਰਾਂਟੋ ਦੇ ਲੋਕੀ ਇਸ ਵਕਤ ਬਹੁਤ ਆਪਣੇ ਆਪ ਨੂੰ ਕਲੈਵਰ ਬਣਨ ਦੀ ਕੋਸ਼ਿਸ਼ ਕਰ ਰਹੇ ਸੀ। ਟਿਕਟਸ ਜਿਹੜੀਆਂ ਨੇ ਕਿ ਪੁਲਿਸ ਕਿਤੇ ਟਿਕਟ ਨਾ ਜਾਰੀ ਕਰ ਦੇਵੇ, ਆਪਣੀਆਂ ਪੁਰਾਣੀਆਂ ਟਿਕਟਾਂ ਜਿਹੜੀਆਂ ਨੇ ਉਹ ਲਗਾ ਕੇ ਚਲੇ ਜਾਂਦੇ ਸੀ ਕਿ ਪੁਲਿਸ ਨੂੰ ਲੱਗੇ ਜੇ ਕਿ ਟਿਕਟ ਤਾਂ ਆਲਰੇਡੀ ਪਹਿਲਾਂ ਇਸ਼ੂ ਹੋਈ ਆ। ਸੋ ਐਵੇਂ ਦੇ ਮੈਟਰਸ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਤਾਂ ਜਿਹੜੀ ਪਾਰਕਿੰਗ ਅਥਾਰਟੀ ਆ ਉਹ ਐਸੀ ਗੱਲ ਨਹੀਂ ਆ, ਜਿਹੜੇ ਉਹ ਕੰਮ ਕਰਦੇ ਨੇ ਜੀ। ਅੱਜ ਕੱਲ੍ਹ ਇਲੈਕਟ੍ਰੋਨਿਕ ਕਰਨ, ਬਸ ਬੰਦਾ ਕੋਲੇ ਹੀ ਖੜਾ, ਉਹ ਜਦੋਂ ਪ੍ਰਿੰਟ ਹੋ ਕੇ ਤੁਹਾਡੇ ਜੀ ਉੱਥੇ ਟੰਗ ਜਾਂਦੇ ਨੇ, ਅੱਗੇ ਲਿਖਣਾ ਪੈਂਦਾ ਸੀ ਹੱਥ ਦੇ ਨਾਲ। ਉਹ ਜੇ ਤੁਸੀਂ ਪੁਰਾਣਾ ਵੀ ਟੰਗਿਆ ਨਾ ਤਾਂ ਉਹ ਪੜ੍ਹਦੇ ਆ ਜੀ। ਜਿਹੜਾ ਪਾਰਕਿੰਗ ਵਾਲਾ, ਮੈਂ ਤੁਹਾਨੂੰ ਸੱਚੀ ਗੱਲ ਦਾ ਦੇਖ ਲਿਓ ਤੁਸੀਂ, ਪਾਰਕਿੰਗ ਵਾਲੇ ਜਿਹੜੇ ਕੰਮ ਕਰਦੇ ਨੇ ਕਿਵੇਂ ਕਰਦੇ ਨੇ, ਉਹ ਜਦੋਂ ਅੰਦਰਲੇ ਪਾਸੇ ਤੋਂ ਵਿੰਡਸ਼ੀਲਡ ਦੇ ਨਾਲ ਟੈਗ ਰੱਖਿਆ ਹੁੰਦਾ, ਕਈ ਵਾਰੀ ਤੁਸੀਂ ਟਿਕਟ ਲਿਆ ਹੋਇਆ ਉਹ ਤੇ ਟਾਈਮ ਲਿਖਿਆ ਹੁੰਦਾ, ਉਹ ਛੋਟੀ ਜਿਹੀ ਪਰਚੀ ਆ, ਉਹ ਧਿਆਨ ਨਾਲ ਪਰਚੀ ਪੜ੍ਹ ਕੇ ਜਾਂਦੇ ਨੇ ਜੀ ਵੀ ਉਹ ਤੇ ਕੀ ਟਾਈਮ ਲਿਖਿਆ ਹੋਇਆ ਸੀਗਾ। ਤੇ ਜਿਹੜਾ ਤੁਸੀਂ ਪਾਰਕਿੰਗ ਟਿਕਟ ਆ ਬਾਹਰਲੇ ਪਾਸੇ ਵਿੰਡਸ਼ੀਲਡ ਦੇ ਆਪਦਾ ਪੁਰਾਣਾ ਟਿਕਟ ਲਾ ਕੇ ਤੁਰ ਜਾਂਦੇ ਹੋ, ਤੁਹਾਨੂੰ ਇਹ ਲੱਗਦਾ ਵੀ ਉਹ ਟਿਕਟ ਤਾਂ ਮਿਲਿਆ ਹੋਇਆ ਤੇ ਮੈਨੂੰ ਦੁਬਾਰਾ ਟਿਕਟ ਨਹੀਂ ਮਿਲੇਗਾ। ਨਹੀਂ ਜੀ, ਉਹ ਪ੍ਰੋਪਰਲੀ ਪੜ੍ਹਦੇ, ਉਹਨਾਂ ਦੀ ਜੌਬ ਹੈ ਇਹ। ਉਹਨਾਂ ਨੇ ਦੇਖਣਾ ਟਾਈਮ ਕਿਹੜੇ ਵਜੇ ਦਿੱਤਾ ਗਿਆ ਸੀ, ਉਹਦੀ ਤੁਹਾਡੇ ਟਾਇਰ ਤੇ ਮਾਰਕ ਲਾ ਕੇ ਜਾਂਦੇ ਨੇ। ਐਕਚੁਅਲੀ
ਨੋਟ ਕਰਿਓ ਤੁਸੀਂ ਜਦੋਂ ਕਿਤੇ ਡਾਊਨਟਾਊਨ ਦੇ ਵਿੱਚ ਪਬਲਿਕ ਪਾਰਕਿੰਗ ਜਿੱਥੇ ਮੀਟਰਡ ਪਾਰਕਿੰਗ ਹੈ ਉੱਥੇ ਉਹ ਪਾਰਕ ਕਰੋਗੇ ਤਾਂ ਤੁਹਾਡੇ ਟਾਇਰ ਉੱਤੇ ਕੋਈ ਇੱਕ ਥਾਂ ਤੇ ਕੋਈ ਚੌਕ ਦਾ ਨਿਸ਼ਾਨ ਲੱਗਿਆ ਹੋਏਗਾ, ਉਹ ਮਾਰਕ ਕਰਕੇ ਹੁਣ ਟਾਈਮ ਦੇਖਦੇ ਨੇ ਉਹ। ਸੋ ਜਿਹੜੀਆਂ ਆਹ ਗੱਲਾਂ ਨੇ ਸਮਾਰਟਨੈਸ ਇਸ ਕੰਮ ਦੇ ਵਿੱਚ ਨਹੀਂ ਹੋਏਗੀ ਜੀ, ਫਾਈਨ ਤਾਂ ਦੇਣਾ ਹੀ ਪਵੇਗਾ। ਪਰ ਸਰ ਤੁਸੀਂ ਇਹ ਦੇਖੋ ਕਿ ਦਿਮਾਗ ਦੇਖੋ ਕਿੰਨਾ ਯੂਜ਼ ਕੀਤਾ ਜਾਂਦਾ, ਉਹ ਵੀ ਪੁੱਠੇ ਕੰਮਾਂ ਦੇ ਵਿੱਚ। ਉਧਰ ਨੂੰ ਜ਼ਿਆਦਾ ਕੰਮ ਕਰਦਾ ਹੁੰਦਾ ਤਰਨ, ਛੇਤੀ ਸੋਚਦਾ ਦਿਮਾਗ ਪੁੱਠੇ ਪਾਸੇ ਨੂੰ। ਔਰ ਅੱਛਾ ਜਿਹੜਾ ਤੁਹਾਡਾ ਮਨ ਆ ਨਾ ਉਹ ਹਾਮੀ ਭਰਦਾ, ਹਾਂ ਐਂ ਕਰਦੇ ਆ ਆਪਾਂ, ਆਹ ਗੱਲ ਠੀਕ ਹੋਏਗੀ। ਇਹ ਨਹੀਂ ਪਤਾ ਵੀ ਤੁਸੀਂ ਟੋਟਲੀ ਗਲਤ ਕਰ ਰਹੇ ਹੋ। ਤੁਹਾਨੂੰ ਲੱਗਦਾ ਤੁਸੀਂ ਬਹੁਤ ਸਮਾਰਟ ਹੋ, ਪਰ ਜਿਹਦੇ ਵਾਸਤੇ ਤੁਸੀਂ ਕੰਮ ਚੱਲਿਆ, ਜਿਹੜਾ ਤੁਹਾਡਾ ਇਲਾਜ ਕਰਨ ਵਾਸਤੇ ਬੈਠਾ ਨਾ, ਉਹ ਤੁਹਾਡੇ ਨਾਲੋਂ ਜ਼ਿਆਦਾ ਸਮਾਰਟ ਹੈ। ਜੀ ਬਿਲਕੁਲ। ਤੇ ਉਸ ਤੋਂ ਬਾਅਦ ਅਗਲੀ ਖਬਰ ਵੱਲ ਵਧਦੇ ਹਾਂ ਸਰ। ਇਸ ਤੋਂ ਬਾਅਦ ਜਿਹੜਾ PEI ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇੱਕ ਐਂਬਰ ਅਲਰਟ ਹੋਇਆ ਸੀ ਇੱਕ ਛੋਟੀ ਬੱਚੀ ਦੇ ਗੁੰਮ ਹੋਣ ਦੇ ਮਾਮਲੇ ਦੇ ਵਿੱਚ ਕਿ ਉਹ ਕਿਡਨੈਪ ਹੋ ਗਈ ਸੀ। ਹੁਣ ਸੁਣਨ ਦੇ ਵਿੱਚ ਆ ਰਿਹਾ ਕਿ ਉਹ ਇੱਕ ਜੋਕ ਸੀ। ਤਾਂ ਗੱਲ ਉਹ ਹੋਈ ਆ, ਕਾਰ ਦੇ ਵਿੱਚ ਉਹ ਲੜਕੀ ਜਾ ਰਹੀ ਆ, ਆਪਦੇ ਨਾਲ ਹੋਰ ਨੂੰ ਜਾ ਰਿਹਾ, ਉਹਦੇ ਬਰਾਬਰ ਇੱਕ ਹੋਰ ਕਾਰ ਤੁਰੀ ਜਾ ਰਹੀ ਆ, ਦੋਨੇ ਕਾਰਾਂ ਵਾਲੇ ਇੱਕ ਦੂਜੇ ਨੂੰ ਜਾਣਦੇ ਨੇ। ਉਹਦੇ ਚੋਂ ਇੱਕ ਲੜਕੀ ਆ, ਉਹ ਸਿਰ ਬਾਹਰ ਕੱਢ ਕੇ ਕਹਿੰਦੀ ਆਮ ਬੀਨ ਕਿਡਨੈਪ। ਉਹ ਜਿਹੜੀ ਕਿਡਨੈਪ ਵਾਲਾ ਸ਼ਬਦ ਹੈਗਾ ਉਹ ਕਿਸੇ ਹੋਰ ਨੇ ਸੁਣ ਲਿਆ। ਉਹਨੇ ਸੁਣ ਲਿਆ ਤੇ ਉਹਨੇ ਲਾਇਸੈਂਸ ਪਲੇਟ ਨੋਟ ਕੀਤੀ ਤੇ ਉਹਨੇ ਪੁਲਿਸ ਨੂੰ ਫੋਨ ਕਰਤਾ। ਐਂਬਰ ਅਲਰਟ ਵਿਦਨ 10 ਮਿੰਟਸ ਹੋ ਗਿਆ ਜੀ। ਥਾਂ ਥਾਂ ਤੇ ਲੱਭਦੀ ਫਿਰਦੀ ਪੁਲਿਸ ਉੱਪਰ। ਉਹ ਲੜਕੀ ਨੂੰ ਬਾਅਦ ਚ ਪਤਾ ਲੱਗਿਆ ਵੀ ਮੈਨੂੰ ਤਾਂ ਪੁਲਿਸ ਲੱਭਦੀ ਫਿਰਦੀ। ਦੈਨ ਸ਼ੀ ਕਾਲਡ ਵੀ ਮੈਂ ਉਹ ਬੰਦਾ ਜਿਹਨੂੰ ਤੁਸੀਂ ਜਿਹਦੇ ਵਾਸਤੇ ਐਂਬਰ ਅਲਰਟ ਕੀਤਾ, ਵਿਚ ਇਜ਼ ਫੇਕ ਨਿਊਜ਼। ਅਖੀਰ ਉਹ ਕਨਵਿੰਸ ਕਰਾਉਣਾ ਉਹਨੂੰ ਬੜਾ ਮੁਸ਼ਕਿਲ ਹੋ ਗਿਆ ਸੀਗਾ, ਪਰ ਅਖੀਰ ਪੁਲਿਸ ਨੇ ਕਨਵਿੰਸ ਹੋ ਗਈ ਹੈ ਜੀ। ਤੇ ਹੁਣ ਜਿਹੜੀ ਲੇਟੈਸਟ ਹੈ ਜੀ, ਆਪਣੀ ਖਬਰਾਂ ਸ਼ੁਰੂ ਹੋਣ ਤੋਂ ਪਹਿਲਾਂ ਇਹ ਨਿਊਜ਼ ਆਈ ਸੀਗੀ ਜੀ, ਉਹਨੂੰ ਪੁਲਿਸ ਨੇ ਇਹ ਕਿਹਾ ਕਿ ਅਸੀਂ ਅਕੋਰਡਿੰਗ ਟੂ CBC ਵੀ ਅਸੀਂ ਉਹਨੂੰ ਚਾਰਜ ਨਹੀਂ ਕਰਾਂਗੇ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹ ਗੱਲਾਂ ਮਖੌਲ ਵਾਲੀਆਂ ਨਹੀਂ ਹੁੰਦੀਆਂ। ਤੁਸੀਂ ਇਮੈਜਿਨ ਕਰੋ ਤਰਨ, ਕਿੰਨਾ ਵੱਡਾ ਜਿਹੜਾ ਸਿਸਟਮ ਹੈਗਾ ਉਹ ਕੰਮ ਤੇ ਲੱਗਿਆ ਉਸ ਵੇਲੇ। ਉਸ ਵੇਲੇ ਕੋਈ ਹੋਰ ਘਟਨਾ ਵੀ ਵਾਪਰ ਸਕਦੀ ਸੀ, ਹੋ ਸਕਦਾ ਉਹ ਘਟਨਾ ਪਿੱਛੇ ਰਹਿ ਜਾਂਦੀ ਜਿਹੜੀ ਅਸਲ ਸੀਗੀ। ਉਹਦੇ ਪਿੱਛੇ ਆਹ ਨਕਲੀ ਗੱਲ ਹੋਣਾ, ਐਸੀ ਗੱਲ ਹੋਈ ਹੈ ਕਿ ਸਾਰੇ ਦੇ ਸਾਰੇ ਲੋਕਾਂ ਨੂੰ ਮੈਸੇਜ ਗਿਆ ਹੈਗਾ। ਆਪਾਂ ਵੀ ਜ਼ਰੂਰ ਖਿਆਲ ਰੱਖਿਆ ਕਰੀਏ, ਮਖੌਲ ਦੇ ਪਿੱਛੇ ਐਸੀ ਗੱਲ ਨਾ ਕੀਤੀ ਜਾਵੇ। ਮੈਂ 911 ਦੀ ਗੱਲ ਕਰਨ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਆਪਣੇ ਆਫਿਸ ਦੇ ਵਿੱਚ ਔਜਲਾ ਸਾਹਿਬ ਆਏ ਸੀਗੇ ਜੀ, ਤੇ ਨਾਲ ਉਹਨੇ ਸੁਪਰਡੈਂਟ ਸਾਹਿਬ ਆਏ ਸੀਗੇ ਪੀਰ ਪੁਲਿਸ ਤੋਂ। ਉਹਨਾਂ ਨੂੰ ਕੁਐਸਚਨ ਪੁੱਛਿਆ ਮੈਂ, ਆਪਾਂ ਨੂੰ ਕੁਐਸਚਨ ਆਇਆ ਸੀਗਾ, ਮੇਰੇ ਕੁਦਰਤੀ ਮੇਰੇ ਹੁਣੇ ਦਿਮਾਗ 'ਚ ਆਇਆ ਕੁਐਸਚਨ ਕਿ ਜਦੋਂ ਤੁਸੀਂ ਰਾਤ ਨੂੰ ਇਕੱਲੇ ਕਿਤੇ ਤੁਰੇ ਜਾ ਰਹੇ ਹੋ, ਤੁਹਾਨੂੰ ਖਤਰਾ ਕੋਈ ਨਹੀਂ ਹੈ, ਪਰ ਤੁਹਾਨੂੰ ਲੱਗਦਾ ਵੀ ਮੈਨੂੰ ਡਰ ਲੱਗਦਾ ਫੋਰ ਐਗਜ਼ਾਮਪਲ, ਤੇ ਤੁਸੀਂ 911 ਕਾਲ ਕਰ ਸਕਦੇ ਹੋ? ਨਹੀਂ ਜੀ, ਤੁਸੀਂ 911 ਉਸ ਵੇਲੇ ਕਾਲ ਨਹੀਂ ਕਰ ਸਕਦੇ। 911 ਤੁਸੀਂ ਉਦੋਂ ਹੀ ਕਾਲ ਕਰ ਸਕਦੇ ਹੋ ਜਦੋਂ ਤੁਹਾਡੇ ਤੇ ਤੁਹਾਨੂੰ ਲੱਗਦਾ ਕਿ ਮੈਨੂੰ ਖਤਰਾ ਕਿਸੇ ਗੱਲ ਦਾ, ਜਾਂ ਤਾਂ ਕੋਈ ਕ੍ਰਾਈਮ ਕਮਿਟ ਕੋਈ ਕਰ ਰਿਹਾ ਹੈਗਾ, ਕੋਈ ਐਸੀ ਗੱਲਬਾਤ ਹੋ ਰਹੀ ਹੈ। ਸਿਰਫ ਤੁਸੀਂ ਇਸ ਗੱਲ ਤੇ ਔਨ ਦਾ ਐਂਟੀਸਪੇਸ਼ਨ ਆਫ ਐਨੀਥਿੰਗ, ਹਾਲਾਂਕਿ ਜੇ ਤੁਸੀਂ ਇਕੱਲੇ ਤੁਰੇ ਤੁਹਾਨੂੰ ਲੱਗਦਾ ਮੈਨੂੰ ਲੱਗਦਾ ਕੋਈ ਆਇਆ ਕੁਛ ਨਾ ਕਰੇ, ਤਾਂ ਜੀ ਤੁਸੀਂ 911 ਨੂੰ ਕਾਲ ਨਹੀਂ ਕਰ ਸਕਦੇ, ਤੁਸੀਂ ਅਲਾਉਡ ਨਹੀਂ ਹੋ। ਤੁਸੀਂ ਈਵਨ ਕਾਪਸ ਨੂੰ ਵੀ ਉਸ ਵੇਲੇ ਕਾਲ ਨਹੀਂ ਕਰ ਸਕਦੇ, ਉਹਨਾਂ ਦੇ ਜਿਹੜਾ ਤੁਹਾਡੇ ਕਾਪਸ ਦੇ ਆਫਿਸ ਦਾ ਨੰਬਰ ਹੈਗਾ। ਤਾਂ ਤੁਸੀਂ ਆਪਦਾ ਹੀ ਕੇਅਰਫੁਲ ਹੋਣਾ ਜੀ, ਜਦੋਂ ਵੀ ਤੁਸੀਂ ਰਾਤ ਬਰਾਤੇ ਜਾਂਦੇ ਹੋ ਤਾਂ ਤੁਹਾਨੂੰ ਆਪਦੇ এনवायरमेंट ਦਾ ਆਸੇ-ਪਾਸੇ ਦਾ ਸਾਰਾ ਗਿਆਨ ਹੋਣਾ ਚਾਹੀਦਾ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਸਰ US ਤੋਂ, ਜਿੱਥੇ ਕਰੋਨਾ ਵਾਇਰਸ ਦੇ ਕਰਕੇ ਪਹਿਲਾਂ ਪੁੱਤ ਦੀ ਮੌਤ ਹੋਈ ਤੇ ਮਹਿਜ਼ 2 ਦਿਨ ਬਾਅਦ ਹੀ ਮਾਤਾ ਪਿਤਾ ਦੀ ਵੀ ਹੋ ਗਈ। ਤਰਨ ਜਿਹੜੇ ਬੇਟਾ ਵੀ ਸੀਗਾ 51 ਸਾਲ ਦਾ ਸੀ ਆਪਟੇਸ਼ਨ ਸੀ। ਅਸੀਂ ਡਰਾਉਂਦੇ ਨਹੀਂ ਹਾਂ ਜੀ, ਪਰ ਅਸੀਂ ਖਬਰ ਤੁਹਾਨੂੰ ਸਾਂਝੀ ਜ਼ਰੂਰ ਕਰਨੀ ਚਾਹੁੰਦੇ ਹਾਂ। 51 ਸਾਲ ਦਾ ਦੇਖੋ ਅੱਖਾਂ ਦਾ ਡਾਕਟਰ ਸੀਗਾ ਤਰਨ, ਉਹਦੀ ਡੈਥ ਹੋਈ ਆ ਕੋਵਿਡ ਦੇ ਨਾਲ, ਐਂਡ ਵਿਦਨ 2 ਡੇਜ਼ ਉਹਦੇ ਦੋਨਾਂ ਪੇਰੈਂਟਸ ਦੀ ਕੋਵਿਡ ਦੇ ਨਾਲ ਹੀ ਡੈਥ ਹੋਈ ਹੈ। ਤਾਂ ਇਹ ਵੈਰੀ ਡੇਂਜਰਸ ਹੈ ਜੀ, ਬੀ ਕੇਅਰਫੁਲ। 51 ਸਾਲ ਦਾ ਬੰਦਾ ਤਾਂ ਅਸੀਂ ਕਹਿੰਦੇ ਨਾ ਇਮਿਊਨ ਸਿਸਟਮ ਠੀਕ ਹੋਵੇਗਾ, ਚੰਗਾ ਹੋਵੇਗਾ, ਪਰ ਬੀ ਕੇਅਰਫੁਲ। ਇਸ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੇ ਹਾਂ ਕਿ ਇਹ ਬਿਮਾਰੀ ਅਜੇ ਗਈ ਨਹੀਂ ਹੈ ਜੀ। ਲਾਪਰਵਾਹ ਨਾ ਹੋ, ਮੈਨੂੰ ਲੱਗਦਾ ਕੁਛ ਅਸੀਂ ਲਾਪਰਵਾਹ ਹੋਣ ਲੱਗ ਪਏ ਹਾਂ। ਪਲੀਜ਼ ਲਾਪਰਵਾਹ ਨਾ ਹੋ, ਬੀ ਕੇਅਰਫੁਲ, ਅਜੇ ਇਹਦੀ ਦਵਾਈ ਨਹੀਂ ਜੀ ਆਈ। ਉਧਰ ਹੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ। ਹੁਣ ਇਹਨੂੰ ਕਿਹਦੀ ਲਾਪਰਵਾਹੀ ਆਖੀ ਜਾਏ ਕਿ ਹਾਈਵੇ 403 ਦੇ ਉੱਤੇ ਇੱਕ 6 ਸਾਲ ਦਾ ਬੱਚਾ ਸਾਈਕਲ ਚਲਾਉਂਦਾ ਹੋਇਆ ਜਾ ਰਿਹਾ ਸੀ, ਹਾਲਾਂਕਿ ਪੁਲਿਸ ਨੇ ਉਹਨੂੰ ਦੇਖ ਲਿਆ। 7 ਮਿੰਟਾਂ ਦੇ ਵਿੱਚ ਪੁਲਿਸ ਨੇ ਉਹਨੂੰ ਫੜ ਲਿਆ। ਬਰਲਿੰਗਟਨ ਪੁਲਿਸ ਨੇ ਉਹਨੂੰ ਜਾ ਕੇ ਕੈਚ ਕਰ ਲਿਆ ਜੀ। ਤੁਸੀਂ ਦੇਖੋ ਬੱਚਾ, ਰੈਂਪ ਕਿੰਨੇ ਵੱਡੇ ਆ ਹਾਈਵੇ ਦੇ, ਰੈਂਪ ਤੋਂ ਵੀ ਥੱਲੇ ਉਤਰਿਆ ਔਰ ਹਾਈਵੇ ਦੇ ਆਲਰੇਡੀ ਜਾ ਰਿਹਾ। ਉਹਨੂੰ ਜਦੋਂ ਇਹਦੀ ਲੋਕਾਂ ਨੇ ਕੰਪਲੇਨ ਕੀਤੀ ਵੀ ਬੱਚਾ ਤਾਂ ਸਾਈਕਲ ਤੇ ਜਾ ਰਿਹਾ, ਇਹ ਇਕੱਲਾ ਸੀ, 6 ਸਾਲ ਦਾ ਸੀਗਾ। ਉਹਦੀ ਫੋਟੋ ਵੀ ਆਈ ਹੋਈ ਹੈ ਜੀ। ਵੈਸੇ ਉਹਨੂੰ ਜੋ ਪੁਲਿਸ ਨੇ ਪੁੱਛਿਆ ਵੀ ਆਪਾਂ ਭਾਈ ਸਾਹਿਬ ਕਿੱਧਰ ਨੂੰ ਚੱਲੇ ਆ, ਕਹਿੰਦਾ ਮੈਂ ਆਪਦੇ ਗ੍ਰੈਂਡਪਾ ਕੋਲ ਚੱਲਿਆ। ਤੁਸੀਂ ਜਾਣਦੀ ਫਿਰ ਵੀ ਬੱਚਿਆਂ ਦਾ ਜੀ ਖਿਆਲ ਰੱਖੋ। ਅੱਜ ਕੱਲ੍ਹ ਕਈ ਵਾਰੀ ਤਾਂ ਇਹ ਜ਼ਰੂਰੀ ਨਹੀਂ ਵੀ ਪੇਰੈਂਟਸ ਦੀ ਗਲਤੀ ਹੋਈ ਆ। ਬੱਚੇ ਅਸੀਂ ਕਹਿੰਦੇ ਨੇ ਜਾਓ ਬਾਹਰ ਖੇਡੋ, ਬਾਈਕ ਚਲਾ ਲਓ, ਬੱਚੇ ਦੇ ਦਿਮਾਗ 'ਚ ਕਿਤੇ ਆਇਆ ਜਾਂ ਤਾਂ ਗਲਤ ਪਾਸੇ ਨੂੰ ਚਲਾ ਗਿਆ, ਉਹਨੇ ਰੈਂਪ ਉਹਦੇ ਦਿਮਾਗ 'ਚ ਆਇਆ, ਕਹਿੰਦਾ ਵਾਈ ਸ਼ੁਡ ਆਈ ਗੋ ਟੂ ਮਾਈ ਗ੍ਰੈਂਡਪਾ। ਉਹਨੇ ਚੁੱਪ ਕਰਕੇ ਜੀ ਆਪਦਾ ਬਾਈਕ ਚੱਕਿਆ, ਚਲਾ ਗਿਆ ਜੀ।
ਕੋਈ ਘਟਨਾ ਦੁਰਘਟਨਾ ਨਹੀਂ ਵਾਪਰੀ ਹੈ, ਚੰਗੀ ਗੱਲ ਆ। ਬਟ ਮੈਂ ਇੱਕ ਤਰ੍ਹਾਂ ਦਾ ਆਪਣੇ ਸਾਰਿਆਂ ਨੂੰ ਰਿਮਾਈਂਡਰ ਹੈ ਜੀ, ਵੀ ਬੱਚੇ ਜਦੋਂ ਘਰੇ ਹੈਗੇ ਨੇ ਜੀ ਪਲੀਜ਼ ਖਿਆਲ ਰੱਖੋ। ਆਪਣੇ ਇੱਕ ਬੱਚਾ ਤੁਹਾਨੂੰ ਆਪਾਂ ਗੱਲ ਕੀਤੀ ਸੀ ਬਾਲਕੋਨੀ ਦੇ ਵਿੱਚੋਂ ਲੰਘਦਾ ਸੀਗਾ ਤੇ ਉਹ ਹੀ ਬਚਾ ਲਿਆ ਗਿਆ ਸੀ, ਮਸਾਗਾ ਦੀ ਗੱਲ ਹੋਈ ਸੀਗੀ। ਸੋ ਬੀ ਕੇਅਰਫੁਲ। ਬਿਲਕੁਲ ਸਰ, ਤੁਸੀਂ ਇਹ ਦੇਖੋ ਕਿ ਬੱਚੇ ਦਾ ਦਿਮਾਗ ਅੱਜ ਕੱਲ੍ਹ ਬੱਚੇ ਹੁਣ ਆਮ ਨੋਰਮਲੀ ਸੋਚਣਗੇ ਕਿ ਪਾਰਕ ਚ ਆਈਏ, ਆਪਣੇ ਫਰੈਂਡਸ ਨਾਲ ਖੇਡੀਏ, ਕਿੱਥੇ ਆਪਣਾ ਸਾਈਕਲ ਚੱਕਿਆ ਤੇ ਆਪਣੇ ਗ੍ਰੈਂਡਫਾਦਰ ਨੂੰ ਮਿਲਣ ਲਈ ਚਲਾ ਗਿਆ। ਤਰਨ ਦੇਖੋ ਉਹਨੂੰ ਆਪਣੇ ਪੇਰੈਂਟਸ ਦੇ ਨਾਲ ਪੇਰੈਂਟਸ ਨਾਲ ਇੰਨਾ ਪਿਆਰ ਸੀਗਾ ਤੇ ਹੀ ਮਿਸ ਦਮ ਹੈ, ਤੇ ਉਹਨੂੰ ਜਾਣਾ ਆਪਣੇ ਪਰ ਇੱਕ ਹੁੰਦੀ ਸੀ ਕਹਾਣੀ ਹੁੰਦੀ ਸੀਗੀ, ਉਹ ਨਾਨਕੀ ਬੱਚਾ ਜਾਂਦਾ, ਕੋਈ ਜਾਨਵਰ ਦਾ ਬੱਚਾ ਮੇਰੇ ਖਿਆਲ, ਮੈਨੂੰ ਹੁਣ ਸਟੋਰੀ ਭੁੱਲ ਗਈ ਹੈਗੀ ਜੀ। ਵੈਸੇ ਉਹੀ ਸਟੋਰੀ ਇੰਗਲਿਸ਼ ਦੇ ਵਿੱਚ ਵੀ ਹੈਗੀ ਹੈ, ਜੇ ਤੁਹਾਨੂੰ ਕੁਝ ਪਤਾ ਉਹਦੇ ਬਾਰੇ। ਬਿਲਕੁਲ ਸਰ, ਮੈਂ ਨਹੀਂ ਸੁਣੀ ਇਸ ਬਾਰੇ ਕੋਈ ਵੀ। ਜੇ ਕਿਸੇ ਦਰਸ਼ਕ ਨੂੰ ਪਤਾ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ, ਬਟ ਮੈਂ ਨਹੀਂ ਸੁਣੀ ਇਸ ਦੇ ਬਾਰੇ। ਨਾਨੀ ਕੋਲੇ ਜਾਊਂਗਾ, ਮੋਟਾ ਹੋ ਕੇ ਆਊਂਗਾ, ਫਿਰ ਮੁੱਢੋਂ ਖਾ ਲੈਣਾ, ਕੋਈ ਐਸੀ ਗੱਲਬਾਤ ਸੀਗੀ, ਬੱਚਿਆਂ ਦੀ ਐਸੀ ਗੱਲ ਸੀ। ਬਿਲਕੁਲ ਜੀ ਸਰ, ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਨਾਰਮਲ ਆਮ ਹਾਈਟ ਕਿੰਨੀ ਕੁ ਉਮਰ ਤੱਕ ਵੱਧ ਸਕਦੀ ਹੈ? ਤਰਨ ਤੁਸੀਂ ਬੜਾ ਟਿਪੀਕਲ ਕੁਐਸਚਨ ਕੀਤਾ ਜੀ। ਜਿਹੜੀ ਐਕਚੁਅਲੀ ਇੱਕ ਚੀਜ਼ ਹੈ ਜੀ ਜਿਹੜੀ ਤੁਹਾਡੀ ਹਮੇਸ਼ਾ ਵੱਧਦੀ ਰਹਿੰਦੀ ਹੈ, ਨੱਕ। ਸਾਰੀ ਉਮਰ ਵੱਧਦਾ ਰਹਿੰਦਾ ਜੀ। ਤੁਸੀਂ ਇਹ ਗੱਲ ਨੋਟ ਕਰਕੇ ਰੱਖੋ, ਜਿਹੜਾ ਤੁਹਾਡਾ ਹਾਈਟ ਹੈ ਜੀ, ਤੁਸੀਂ ਜਦ ਤੱਕ ਮੇਰੇ ਖਿਆਲ ਤੁਸੀਂ ਪਿਊਬਰਟੀ ਤੱਕ ਆਉਂਦੇ ਹੋ ਉਸ ਵੇਲੇ ਤੱਕ ਉਦੋਂ ਮਗਰੋਂ ਹਾਈਟ ਵਧਣੋਂ ਹਟ ਜਾਂਦੀ ਹੈ ਜੀ। ਤੇ ਵੈਸੇ ਵਧਾਈ ਜਾ ਸਕਦੀ ਅੱਜ ਕੱਲ੍ਹ? ਵੈਸੇ ਦੇਖਦੇ ਹਾਂ ਕਾਫੀ ਕਈ ਵਾਰੀ ਹੁੰਦਾ, ਖਾਸ ਤੌਰ ਤੇ ਐਡਸ ਚੱਲਦੀਆਂ ਹੁੰਦੀਆਂ, ਇਸ ਚੀਜ਼ ਨਾਲ ਹਾਈਟ ਵਧਾਓ, ਉਸ ਚੀਜ਼ ਨਾਲ ਹਾਈਟ ਵਧਾਓ, ਪਰ ਕੋਈ ਫਰਕ ਨਹੀਂ ਪੈਂਦਾ। ਮੈਂ ਸੋਚਦੀ ਸੀ ਆਪਣੀ ਹਾਈਟ ਕਿਸੇ ਤਰੀਕੇ ਨਾਲ ਜੇ ਮੇਰੀ ਵੱਧ ਜਾਵੇ ਥੋੜੀ ਜਿਹੀ ਹੋਰ। ਹੋਰ ਲੰਬੀ ਹੋ ਕੀ ਕਰਨਾ ਵੈਸੇ ਹੀ ਸਰ। ਅੱਛਾ, ਓਕੇ। ਹਾਂਜੀ, ਹੁਣ ਵੱਧ ਸਕਦੀ ਹੈ। ਇੱਕ ਟੈਕਨੀਕ ਹੈ ਤਰਨ, ਕਮਾਲ ਦੀ ਗੱਲ ਆ, ਮੈਂ ਹੈਰਾਨ ਹੋਇਆ। ਔਰ ਇਹ ਜੀ ਅਸੀਂ ਮੇਨ ਸਟ੍ਰੀਮ ਮੀਡੀਆ ਦੀ ਖਬਰ ਦੇ ਰਹੇ ਹਾਂ, ਤੁਸੀਂ ਐਵੇਂ ਨਹੀਂ ਹੈ। ਤੁਹਾਡਾ ਕੱਦ ਵੱਧ ਸਕਦਾ ਜੀ 3 ਤੋਂ 4 ਇੰਚ ਤੱਕ। ਉਹ ਇਨਸੀਜਨ ਕਰਦਾ ਜੀ ਤੁਹਾਡੀ ਲੱਤ ਦੇ ਵਿੱਚ ਤਰਨ, ਉਹ ਕੱਟ ਲਾ ਕੇ ਤੁਹਾਡੀ ਹੱਡੀ ਦੇ ਵਿੱਚ ਹੋਰ ਚੀਜ਼ ਪਾਉਂਦੇ ਹੈਗੇ ਆ, ਜਿਹਦੇ ਨਾਲ ਜਦੋਂ ਉਹ ਚੀਜ਼ ਪਾ ਦਿੱਤੀ ਜਾਂਦੀ ਹੈ ਉਸ ਤੋਂ ਮਗਰੋਂ ਤੁਸੀਂ ਉਹਦਾ ਰਿਮੋਟ ਹੈ, ਉਹਦੇ ਨਾਲ ਹੌਲੀ ਹੌਲੀ ਤੁਸੀਂ ਲੱਤ ਨੂੰ ਲੰਬੀ ਕਰ ਸਕਦੇ ਹੋ ਅਪ ਟੂ 4 ਇੰਚਸ। ਤੁਸੀਂ ਹਾਂਜੀ ਅਪ ਟੂ 4 ਇੰਚਸ। ਤੁਸੀਂ ਇਮੈਜਿਨ ਕਰੋ ਕਿ 4 ਇੰਚ ਜਿਹੜਾ ਬੰਦਾ 5 ਫੁੱਟ 8 ਇੰਚ ਹੈ ਤੇ 6 ਫੁੱਟ 2 ਇੰਚ ਹੋ ਜਾਣਾ ਜੀ, ਕਿੰਨਾ। ਔਰ ਇਹਦੇ 'ਚ ਜ਼ਿਆਦਾ ਪਰਸੈਂਟੇਜ ਪਤਾ ਕੌਣ ਨੇ ਤਰ? ਮਰਦ ਇਹ ਚੀਜ਼ ਕਰ ਰਹੇ ਨੇ। ਔਰ ਕਹਿੰਦੇ ਨੇ ਜਦੋਂ ਤੁਹਾਡਾ ਕੱਦ ਲੰਬਾ ਹੋ ਜਾਂਦਾ ਤੁਸੀਂ 9 ਤੋਂ 15% ਤੁਹਾਡੀ ਸੈਲਰੀ 'ਚ ਫਰਕ ਪੈ ਜਾਂਦਾ ਜੀ, ਤੁਸੀਂ ਜ਼ਿਆਦਾ ਸੈਟਿਸਫਾਈਡ ਹੁੰਦੇ ਹੋ। ਔਰ ਇਹਦੇ ਤੇ ਤੁਸੀਂ ਪੈਸੇ ਦੱਸਾਂ ਕਿੰਨੇ ਕਲਾਸ ਦੇ ਜੀ? 75,000 US$ ਹੈ ਜੀ। ਤੇ ਮੇਰੇ ਖਿਆਲ ਨਾਲ 90,000 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਡਾਕਟਰ ਇਹ ਕੰਮ ਕਰਦਾ ਜੀ। ਤੁਸੀਂ ਆਪਣਾ ਕੱਦ ਵਧਾ ਸਕਦੇ ਹੋ। ਹੁਣ ਜਿਹੜੇ ਛੋਟੇ ਬੱਚੇ ਆ ਜੀ, ਤੁਹਾਨੂੰ ਉਹਨਾਂ ਨੂੰ ਖਿੱਚ ਕੇ ਲੰਬੇ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪ ਕਹਿੰਦੇ ਵੀ ਬੱਚੇ ਨੂੰ ਉਧਰੋਂ ਵੀ ਖਿੱਚੋ ਉਧਰੋਂ ਖਿੱਚੋ, ਸ਼ਾਇਦ ਲੰਬਾ ਹੋ ਜਾਵੇ। ਵੈਸੇ ਲੰਬੇ ਹੁੰਦੇ ਨਹੀਂ ਹੈ ਜੀ, ਇਹ ਸਾਡੇ ਮਨ ਦਾ ਵਹਿਮ ਹੈ। ਜਿਹੜਾ ਬੱਚੇ ਨੇ ਵਧਣਾ ਉਹਨੇ ਤਾਂ ਆਪਣੀ ਗਰੋਥ ਦੇ ਮੁਤਾਬਕ ਹੀ ਵਧਣਾ ਜੀ। ਵੈਸੇ ਬੰਦਾ ਜ਼ਿਆਦਾਤਰ ਇੱਕ ਸਰਟਨ ਸਟੇਜ ਤੇ ਆ ਕੇ ਛੋਟਾ ਹੋਣ ਲੱਗ ਜਾਂਦਾ, ਉਹ ਬੰਦੇ ਦਾ ਉਹਨਾਂ ਕੱਦ ਨਹੀਂ ਰਹਿੰਦਾ। ਮੈਂ ਕੁੱਬ ਦੀ ਗੱਲ ਨਹੀਂ ਜੀ ਕਰਦਾ, ਵੈਸੇ ਹੀ ਕੱਦ ਦੀ ਗੱਲ ਕਰਦਾ, ਕਿਉਂਕਿ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਹੈ ਇਹਦੇ ਵਿੱਚ ਜਿਹੜਾ ਕੁਛ ਵੀ ਹੈਗਾ ਉਹ ਘਟਣ ਲੱਗ ਜਾਂਦਾ। ਔਰ ਸਾਡਾ ਕੱਦ ਜੀ ਜਦੋਂ ਬੰਦਾ ਪੂਰੀ ਉਚਾਈ ਤੇ ਹੁੰਦਾ, ਟਾਲ ਹੁੰਦਾ, ਮਗਲੇ ਸਾਲਾਂ ਜਾ ਕੇ ਉਹਨਾਂ ਨੂੰ ਬਣੀ ਰਹਿੰਦਾ। ਬਿਲਕੁਲ ਸਰ, ਤੁਸੀਂ ਵੈਸੇ ਮੈਂ ਮਨ ਤਾਂ ਬਣਾ ਲਿਆ ਸੀ, ਪਰ ਹੁਣ ਤੁਸੀਂ ਰੇਟ ਹੀ ਨਾ ਦੱਸਿਆ, ਹੁਣ ਮੈਂ ਵਾਪਸ ਮਨ ਆਪਣਾ ਜਿਹੜਾ ਬਦਲ ਰਿਹਾ। ਵੈਲ ਪ੍ਰੋਗਰਾਮ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਫਿਰ ਅੱਜ ਆਪਾਂ ਕਿਸ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਹਾਂ? ਕਰਨ ਅੱਜ ਆਪਾਂ ਇੱਕ ਬਿਲਡਿੰਗ ਦੀ ਗੱਲ ਕਰ ਲੈਂਦੇ ਜੀ। 1591 ਦੇ ਵਿੱਚ ਬਣੀ ਸੀਗੀ ਇਹ ਐਸਾ ਇੰਡੀਆ 'ਚ ਹੈ ਜੀ। ਇੰਡੀਆ ਇਹ ਐਸਾ ਲੈਂਡਮਾਰਕ ਹੈ, ਗਲੋਬਲ ਲੈਂਡਮਾਰਕ ਹੈ ਜੀ। ਇਹਨੂੰ ਕਿਤੇ ਵੀ ਤੁਸੀਂ ਜਾ ਕੇ ਦਿਖਾਓਗੇ ਤਾਂ ਬਹੁਤੇ ਤੁਹਾਨੂੰ ਦੱਸ ਦੇਣਗੇ ਜੀ ਵੀ ਹੈ ਕੀ ਹੈ। ਤੇਲੰਗਾਨਾ ਦੇ ਵਿੱਚ ਹੈਗਾ ਜੀ। ਈਵਨ ਤੇਲੰਗਾਨਾ ਦੀ ਗਵਰਨਮੈਂਟ ਦਾ ਜਿਹੜਾ ਐਂਬਲਮ ਹੈ ਉਸ ਉੱਤੇ ਇਹਦੀ ਬਿਲਡਿੰਗ ਹੈਗੀ ਹੈ ਜੀ। ਇਹਦੇ 4 ਆਰਕਸ ਬਣੀਆਂ ਹੋਏ ਨੇ ਜੀ, ਤੇ ਇਸੇ ਉੱਪਰ ਜਾਣ ਵਾਸਤੇ 149 ਪੌੜੀਆਂ ਲੱਗਦੀਆਂ ਨੇ ਜੀ। ਸਭ ਤੋਂ ਉੱਪਰ ਇਸ ਏਰੀਏ ਦੇ ਵਿੱਚ ਮਸਜਿਦ ਹੈਗੀ ਹੈ ਜੀ, ਜਿਹਦੇ ਵਿੱਚ ਕਿ ਤੁਸੀਂ ਉੱਥੇ ਪੁਰਾਣੇ ਵੇਲੇ ਤੋਂ ਨਮਾਜ਼ ਅਦਾ ਕਰ ਸਕਦੇ ਸੀ। ਇਹਦੇ ਨਾਲ ਇੱਕ ਬਹੁਤ ਵੱਡੀ ਮਸਜਿਦ ਹੈ ਜੀ। ਉਹ ਮਸਜਿਦ ਜਿਹੜੀ ਹੈਗੀ ਆ ਉਹਦੀ ਮਿੱਟੀ ਜਿਹੜੀ ਮੱਕੇ ਦੇ ਵਿੱਚੋਂ ਲੈ ਕੇ ਆਂਦੀ ਗਈ ਸੀ ਜੀ, ਮੱਕਾ ਮਸਜਿਦ ਹੋਈ ਕਹਿੰਦੇ ਜੀ। ਇਹਦੇ ਨੇੜੇ ਇੱਕ ਬਹੁਤ ਵੱਡਾ ਲਾਖ ਬਾਜ਼ਾਰ ਆ, ਉਹਨੂੰ ਲਾਡ ਬਾਜ਼ਾਰ ਵੀ ਕਹਿੰਦੇ ਆ ਜੀ। ਇੱਕ ਪੱਥਰ ਬਾਜ਼ਾਰ ਆ, ਪੱਥਰ ਬਾਜ਼ਾਰ ਨਾਂ ਹੀ ਪੱਥਰ ਹੈ ਜੀ, ਉੱਥੇ ਡਾਇਮੰਡਸ ਦਾ ਵਪਾਰ ਹੁੰਦਾ। ਇਹ ਆਪਣੇ ਜਿਵੇਂ ਤੁਹਾਨੂੰ ਦੱਸਿਆ ਤੇਲੰਗਾਨਾ ਦੇ ਵਿੱਚ ਹੈਗੀ ਹੈ ਜੀ। ਇਹਦੇ 4 ਜਿਵੇਂ ਤਾਜ ਮਹਿਲ ਦੇ ਮਨਾਰ ਨੇ ਜੀ, ਉਹ ਜਿਹੇ ਹੈਗੇ ਨੇ। ਇਹ ਇੱਕ ਦਰਿਆ ਦੇ ਨੇੜੇ ਹੋਈ ਬਿਲਡਿੰਗ ਹੈਗੀ ਹੈ ਜੀ। ਮੁਸਲਿਮਸ ਵਾਸਤੇ ਬੜੀ ਪਵਿੱਤਰ ਜਗ੍ਹਾ
ਮੰਨੀ ਜਾਂਦੀ ਹੈ ਜੀ। ਬੜਾ ਉਹਦੇ ਨੇੜੇ ਚ ਚਾਰ ਪਾਸੇ ਨੂੰ ਜਾਂਦੀਆਂ ਨੇ ਸੜਕਾਂ ਜੀ, ਉਹ ਸਾਰੇ ਪਾਸੇ ਨੂੰ ਉਹ ਗੇਟ ਫੇਸ ਕਰਦੇ ਜੀ, ਚਾਰੇ ਦੇ ਚਾਰੇ। ਹੈਦਰਾਬਾਦ ਦੇ ਵਿੱਚ ਹੈਗੀ ਹੈ ਜੀ, ਜੇ ਤੁਸੀਂ ਦੱਸ ਸਕੋ ਜੀ। ਰੁਪਿੰਦਰ ਬਾਜਵਾ ਜੀ ਕਹਿ ਰਹੇ ਨੇ ਚਾਰ ਮੀਨਾਰ, ਪ੍ਰਣਵ ਪੋਲਾ ਜੀ ਐਂਡ ਵਿੰਕੀ ਗੁਰਹਿਮਤ ਸਿੰਘ ਜੀ ਕਹਿ ਰਹੇ ਨੇ ਚਾਰ ਮੀਨਾਰ। ਬਿਲਕੁਲ ਜੀ, ਚਾਰ ਮੀਨਾਰ ਹੈ ਜੀ। ਇਹ ਦੇਖੋ 1591 ਦੇ ਵਿੱਚ ਇਹ ਬਿਲਡਿੰਗ ਬਣੀ ਸੀ। ਇੱਕ ਤੁਹਾਨੂੰ ਇਹਦੇ ਨਾਲ ਦੀ ਹੋਰ ਗੱਲ ਦੱਸਦਾ ਤੁਹਾਨੂੰ, ਤੇ ਕੰਟਰੋਵਰਸੀ, ਇਹ ਕੰਟਰੋਵਰਸੀ ਕਿਸੇ ਵੇਲੇ ਬਹੁਤ ਵੱਡਾ ਰੂਪ ਧਾਰੇਗੀ ਜੀ। ਮੈਂ ਅਰਦਾਸ ਕਰਦਾ ਇਹ ਨਾ ਹੋਵੇ। ਬਿਲਕੁਲ ਬਾਬਰੀ ਮਸਜਿਦ ਰਾਮ ਮੰਦਿਰ ਵਾਲੀ ਗਈ ਹੈਗੀ ਹੈ ਜੀ, ਇਹਦੇ ਕੋਲੇ ਇੱਕ ਮੰਦਿਰ ਬਣਿਆ ਹੋਇਆ ਜੀ। ਉਹ ਮੰਦਿਰ ਪਿਛਲੇ 25-30 ਸਾਲਾਂ ਤੋਂ ਬਣਿਆ, ਇਹ ਤੋਂ ਬਾਅਦ ਦਾ ਨਹੀਂ, ਬਹੁਤੀ ਦੇਰ ਪਹਿਲਾਂ ਦਾ ਨਹੀਂ ਬਣਿਆ ਹੋਇਆ। ਕੋਈ ਪੁਰਾਣੀਆਂ ਜਿਹੜੀਆਂ ਫੋਟੋਆਂ ਨੇ ਉਹਦੇ ਚੋਂ ਮੰਦਿਰ ਨਹੀਂ ਹੈਗਾ। ਇਸ ਵੇਲੇ ਉਹ ਮੰਦਿਰ ਹੈਗਾ ਜੀ। ਜੇ ਇਹ ਇੱਥੇ ਰਹਿ ਜਾਂਦਾ ਜੀ ਤਾਂ ਕੱਲ ਨੂੰ ਪਰਮਾਤਮਾ ਨਾ ਕਰੇ ਇੱਥੇ ਕਿਤੇ ਦੂਸਰਾ ਇਹ ਰੌਲਾ ਨਾ ਪੈ ਜਾਵੇ। ਵੈਸੇ ਰੌਲੇ ਨੂੰ ਥਾਂ ਆਲਰੇਡੀ ਤਿਆਰ ਹੋ ਚੁੱਕਿਆ ਜੀ, ਇਹ ਨਹੀਂ ਪਤਾ ਕਦੋਂ ਹੋਏਗਾ। ਅਜੇ ਤੱਕ ਗੱਲ ਦਬੀ ਹੋਈ ਹੈ। ਵੈਸੇ ਜੀ ਜਿਹਨਾਂ ਨੇ ਤੁਸੀਂ ਪਾਰਟੀਸਪੇਸ਼ਨ ਕੀਤਾ, ਚਾਰ ਮੀਨਾਰ ਹੈਦਰਾਬਾਦ ਦੇ ਵਿੱਚ ਬੜੀ ਮਸ਼ਹੂਰ ਬਿਲਡਿੰਗ ਹੈ ਜੀ। ਇਹਦੇ ਨਾਲ ਜਿਹੜਾ ਲਾਖ ਬਾਜ਼ਾਰ ਹੈ ਜੀ, കാരണം ਉਹ 'ਚ ਨਾ ਵੰਗਾ ਵਗੈਰਾ ਗਹਿਣੇ ਵਿਕਦੇ ਨੇ ਲਾਖ ਦੇ, ਔਰ ਉਹ ਤੁਹਾਡੇ ਕੋਲ ਬੈਠਿਆਂ ਤੇ ਬਣਾ ਦਿੰਦੇ। ਮੈਂ ਉੱਥੇ ਜਾ ਗਿਆ ਜੀ, ਉਹ ਤੁਹਾਡੇ ਬੈਠਿਆਂ ਤੇ ਤੁਹਾਡੇ ਵਾਸਤੇ ਚੂੜੀਆਂ ਜੋ ਕੁਝ ਬਣਾਉਣੀ ਚਾਹੁੰਦੇ, ਜਿਹੜਾ ਡਿਜ਼ਾਈਨ ਚਾਹੁੰਦੇ ਹੋ ਉਸੇ ਵੇਲੇ ਬਣਾ ਦਿੰਦੇ। ਔਰ ਉਹ ਲੋਕੀ ਪੁਸ਼ਤਾਂ ਤੋਂ ਕੰਮ ਕਰ ਰਹੇ ਨੇ। ਛੋਟੀਆਂ ਦੁਕਾਨਾਂ ਨੇ, ਕਿਸੇ ਵੇਲੇ 14,000 ਤੋਂ ਉੱਪਰ ਦੁਕਾਨ ਸੀ ਉਸ ਏਰੀਆ ਦੇ ਵਿੱਚ, ਪਰ ਇਸ ਵੇਲੇ ਜੀ ਉਹ ਹਾਲੇ ਵੀ ਇਸ ਥ੍ਰਾਈਵਿੰਗ ਬਿਜ਼ਨਸ ਅਜੇ ਨਹੀਂ ਕਾਫੀ ਜੀ। ਬਿਲਕੁਲ ਰੂਪੀ ਹੁਣੀ ਆਪਾਂ ਨੂੰ ਸੁਨੇਹੇ ਦੇ ਰਹੇ ਵੀ ਬਹੁਤ ਹੋ ਗਿਆ ਟਾਈਮ। ਅਗਲੇ ਹਫ਼ਤੇ ਕੱਲ ਨੂੰ ਫੇਰ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੇ ਇਸ ਦੇ ਨਾਲ ਸਾਡੀ ਟੈਕਨੀਕਲ ਟੀਮ ਮਿਸਟਰ ਮਨਦੀਪ ਪੁਨੀਆ ਤੇ ਹਰਸ਼ ਜਸਲ ਜੀ ਦਾ ਬਹੁਤ ਧੰਨਵਾਦ, ਜੋ ਨਾਲ ਦੀ ਨਾਲ ਫੁਟੇਜ ਵੀ ਤੁਹਾਡੇ ਹਵਾਲੇ ਕਰਦੇ ਨੇ। ਸੋ ਸਾਨੂੰ ਇੱਕ ਕਮੈਂਟ ਆਇਆ ਕਿ ਤੁਸੀਂ ਨਾਲ ਦੀ ਨਾਲ ਜਿਹੜੀ ਜੋ ਤੁਸੀਂ ਗੈਸ ਕਰਨਾ ਹੁੰਦਾ ਉਹਦੀ ਪਿਕਚਰ ਵੀ ਪਾ ਦਿਆ ਕਰੋ। ਬਿਲਕੁਲ ਜੀ, ਨੈਕਸਟ ਟਾਈਮ ਤੋਂ ਪਾਇਆ ਕਰਾਂਗੇ, ਬਟ ਜਦੋਂ ਤੁਸੀਂ ਇੱਕ ਵਾਰੀ ਗੈਸ ਕਰ ਲਿਆ ਉਸ ਤੋਂ ਬਾਅਦ ਜ਼ਰੂਰ ਪਾਇਆ ਕਰਾਂਗੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।